ਸਤਿ ਸ਼੍ਰੀ ਅਕਾਲ। ਪਾਜਾਲੀ ਹਮੇਸ਼ਾ ਦੀ ਤਰ੍ਹਾਂ ਐਵਰੀ ਟਿਊਜ਼ਡੇ 11 ਤੋਂ 12 ਡਾਕਟਰ ਰਾਜ ਦੇ ਨਾਲ ਅਸੀਂ ਸ਼ੋਅ ਲੈ ਕੇ ਆਉਂਦੇ ਹਾਂ, ਮੈਡੀਕਲ ਸ਼ੋਅ, ਜਿੱਥੇ ਤੁਹਾਨੂੰ ਐਡਵਾਈਸ ਕਰਦੇ ਹਾਂ। ਅਤੇ ਮੈਂ ਹਮੇਸ਼ਾ ਹਰ ਦਫਾ ਜਦੋਂ ਸ਼ੋਅ ਸਟਾਰਟ ਕਰਦੇ ਹਾਂ, ਮੈਂ ਜਦੋਂ ਉਹਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਕਹਿ ਦੇਵਾਂ, ਪਲੀਜ਼ ਇਹ ਪ੍ਰੋਗਰਾਮ ਦੇਖਿਆ ਕਰੋ। ਬੜਾ ਐਜੂਕੇਸ਼ਨ, ਬੜਾ ਇਨਫੋਰਮੇਟਿਵ ਹੋਦਾ, ਤੁਸੀਂ ਬੜਾ ਕੁਝ ਸਿੱਖਦੇ ਹੋ। ਬੇਸ਼ੱਕ ਤੁਹਾਨੂੰ ਬਿਮਾਰੀ ਨਹੀਂ, ਐਟਲੀਸਟ ਤੁਸੀਂ ਅਵੇਅਰ ਹੋ ਜਾਓਗੇ ਕਿ ਕਿਹੜੀ ਚੀਜ਼ਾਂ ਤੁਹਾਨੂੰ ਦੇਖਣ ਤੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਬਿਮਾਰੀ ਤੁਹਾਨੂੰ ਆ ਰਹੀ ਕਿ ਨਹੀਂ ਆ ਰਹੀ, ਕਿਉਂਕਿ ਬਿਮਾਰੀ ਇੱਕਦਮ ਤਾਂ ਨਹੀਂ ਆਉਂਦੀ, ਇਹਨੂੰ ਟਾਈਮ ਲੱਗਦਾ। ਸੋ ਇੱਦਾਂ ਦਾ ਸ਼ੋਅ ਦੇਖਿਆ ਕਰੋ। ਬਾਕੀ ਮੈਂ ਟੈਲੀਫੋਨ ਰਿਪੀਟ ਕਰ ਦੇਣਾ, ਜੋ ਥੱਲੇ ਸਕਰੀਨ 'ਤੇ ਵੀ ਆ ਰਿਹਾ, ਜਦੋਂ ਤੁਸੀਂ ਕਾਲ ਕਰਨਾ ਹੋਏਗਾ ਸ਼ੋਅ ਦੇ ਦਰਮਿਆਨ ਕਾਲ ਕਰੋ, ਤਾਂ ਕਿ ਜਿਹੜਾ ਤੁਹਾਡਾ ਕਾਲ ਆ ਉਹ ਕਿਊ 'ਚ ਲੱਗ ਜਾਵੇ ਸਾਡੇ ਕਾਲ ਸੈਂਟਰ ਨਾਲ। ਆਈਦਰ ਤੁਸੀਂ ਸਾਡੇ ਨਾਲ ਗੱਲ ਕਰਨੀ ਹੈ ਸ਼ੋਅ ਦੇ ਵਿੱਚ, ਜਾਂ ਬਾਅਦ 'ਚ ਗੱਲ ਕਰਨੀ ਹੈ, ਐਟਲੀਸਟ ਉਹ ਤੁਹਾਡਾ ਜਿਹੜਾ ਕਾਲ ਹੈ ਸਿਸਟਮ 'ਚ ਚਲੇ ਜਾਂਦਾ। ਅਤੇ ਨੰਬਰ ਹੈਗਾ 0121 551 1001। ਪਲੀਜ਼ ਤੁਸੀਂ ਹੁਣੇ ਕਾਲ ਕਰਨਾ ਸ਼ੁਰੂ ਕਰੋ। ਔਰ ਹਰ ਸ਼ੋਅ ਦੇ ਵਿੱਚ ਮੈਂ ਪਹਿਲਾਂ ਡਾਕਟਰ ਜੀ ਦਾ ਸਵਾਗਤ ਕਰਦੇ, ਫਿਰ ਅਸੀਂ ਗੱਲ ਕਰਦੇ ਹਾਂ ਤੁਹਾਡੇ ਕਾਲਾਂ ਬਾਰੇ ਵੀ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਕੀ ਹਾਲ ਹੈ ਜੀ? ਭਾਜੀ ਠੀਕ ਹੈ, ਬਹੁਤ ਮਿਹਰਬਾਨੀ ਤੁਹਾਡੇ ਨਾਲ। ਹੁਣ ਅਸੀਂ 4 ਹੀ ਮਿੰਟ ਲੱਗੇ ਸਾਡੇ ਸ਼ੋਅ ਤੋਂ ਪਹਿਲਾਂ। ਡਾਕਟਰ ਸਾਹਿਬ ਨਾ ਐਕਸਟ੍ਰੀਮਲੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੇ ਬਿਜ਼ੀ ਹੋ ਗਏ ਨੇ। ਬੇਸ਼ੁਮਾਰ ਸੰਗਤ ਜੁੜੀ ਹੈ, ਨਾਟ ਓਨਲੀ ਫਰੋਮ UK, ਯੂਰਪ, ਅਮਰੀਕਾ ਤੋਂ ਇੰਡੀਆ ਤੋਂ ਵੀ ਜੁੜਦੀ ਹੈ। ਬੜਾ ਅੱਛਾ ਲੱਗਦਾ ਕਿ ਡਾਕਟਰ ਜੀ ਇੱਦਾਂ ਦੇ ਪਲੇਟਫਾਰਮ 'ਤੇ ਬੈਠੇ ਨੇ ਜਿਹੜਾ ਇਹਨਾਂ ਦਾ ਨਾਮ ਹੋ ਰਿਹਾ। ਸੋ ਹੀ ਮਸਟ ਬੀ ਸਮਥਿੰਗ, ਕੁਛ ਅੱਛਾ ਕਰ ਰਹੇ ਜੋ ਲੋਕ ਜੁੜ ਰਹੇ ਨੇ। ਬਾਕੀ ਤੁਸੀਂ ਆਪਣੀ ਫੀਡਬੈਕ ਦਿਆ ਕਰੋ ਪਲੀਜ਼। ਅਗਰ ਤੁਸੀਂ ਇਲਾਜ ਕਰਾਉਂਦੇ ਹੋ ਨਾ, ਕਾਲ ਕਰਕੇ ਆਪਣੇ ਬਾਰੇ ਦੱਸਿਆ ਕਰੋ, ਬਹੁਤ ਅੱਛਾ ਲੱਗੇਗਾ। ਮੈਂ ਜਿੱਦਾਂ ਹੁਣ ਕਹਿ ਕੇ ਹਟਿਆ, ਬੇਸ਼ੁਮਾਰ ਕਾਲ ਨੇ। ਕਈ ਦਫਾ ਉਹਨਾਂ ਨੂੰ ਵੀਕ ਤੋਂ ਉੱਪਰ ਟਾਈਮ ਲੱਗ ਜਾਂਦਾ। ਬਾਏ ਦਾ ਟਾਈਮ ਲਾਸਟ 'ਤੇ ਬੰਦੇ ਦਾ ਉਹਦਾ ਨੰਬਰ ਆਏਗਾ। ਸੋ ਪਲੀਜ਼ ਪੇਸ਼ੈਂਸ ਰੱਖਿਓ, ਤੁਹਾਨੂੰ ਕਾਲ ਜ਼ਰੂਰ ਕਰਨਗੇ, ਪਰ ਟਾਈਮ ਦਾ ਮੈਂ ਤੁਹਾਨੂੰ ਨਹੀਂ ਦੇ ਸਕਦਾ ਕਿ ਕਿੰਨਾ ਟਾਈਮ ਲੱਗੇਗਾ, ਡਿਪੈਂਡਿੰਗ ਔਨ ਦ ਕਾਲਸ। ਲਾਸਟ ਵੀਕ ਵਾਜ਼ ਐਕਸਟ੍ਰੀਮਲੀ ਬਿਜ਼ੀ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਜਿਹੜੇ ਲਾਸਟ ਵੀਕ ਕਾਲ ਸੀ ਸਾਰੇ ਪੂਰੇ ਹੈਂਡਲ ਨਹੀਂ ਕੀਤੇ ਗਏ ਹਾਲੇ। ਸੋ ਇਸ ਵੀਕ ਦੇ ਵੀ ਇਕੱਠੇ ਹੋ ਜਾਣੇ ਆ ਡਾਕਟਰ ਜੀ। ਹਾਂਜੀ, ਕਾਫੀ ਕਾਲ ਆ ਰਹੇ ਭਾਜੀ, ਤੇ ਮੈਂ ਸਾਰਿਆਂ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ। ਬਿਲਕੁਲ ਕਿ ਉਹਨਾਂ ਦੀ ਇੰਟਰਸਟ ਰੱਖਿਆ ਤੇ ਕਾਲ ਕੀਤੇ ਆ। ਪਰ ਇਸ ਵੇਲੇ ਕਾਲ ਬਹੁਤ ਜ਼ਿਆਦਾ ਆਏ ਨੇ, ਬਿਲਕੁਲ। ਸੋ ਕੁਝ ਟਾਈਮ ਲੱਗ ਜਾਣਾ ਸਾਰਿਆਂ ਨੂੰ ਜਵਾਬ ਦੇਣ ਦਾ, ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਪਰ ਟਾਈਮ ਤਾਂ ਲੱਗਣਾ ਹੀ, ਕਿਉਂਕਿ ਡਾਕਟਰ ਇਹ ਕੰਪਲੇਂਟ ਨਹੀਂ ਹੋ ਰਹੀ, ਪਰ ਚੰਗੀ ਗੱਲ ਆ ਜਿੰਨੇ ਕਾਲ ਲੈਣਗੇ। ਇਸੇ ਕਰਕੇ ਰਾਜ ਜੀ ਦਾ ਅਗਰ ਪਲੇਟਫਾਰਮ 'ਤੇ ਬੈਠੇ ਨੇ, ਆਪਣਾ ਹੋਮਿਓਪੈਥੀ ਦਾ ਸ਼ੋਅ ਕਰਦੇ ਨੇ, ਐਟਲੀਸਟ ਜੋ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਸੀ ਕਿ ਦੁਨੀਆ ਬਹੁਤ ਬਿਮਾਰ ਹੈ ਬਾਹਰ, ਤੁਸੀਂ ਆਓ ਸਾਡੇ ਕਾਲ ਚੈਨਲ ਨਾਲ ਜੁੜੋ। ਅਤੇ ਦੇਖੋ ਉਹਨਾਂ ਨੇ ਹੁਣ ਖੁਦ ਦੇਖ ਲਿੱਤਾ ਕਿ ਵਾਕਈ ਇਹ ਜਗ੍ਹਾ ਇੱਕ ਖਾਲੀ ਸੀਗੀ, ਔਰ ਸਿਰਫ ਖਾਲੀ ਨਹੀਂ ਸੀਗੀ, ਇਹਨੇ ਬੇਸ਼ੁਮਾਰ ਡਾਕਟਰ ਨੂੰ ਕਿੱਥੋਂ ਤੋਂ ਕਿੱਥੇ ਤੱਕ ਇਹਨਾਂ ਦੀ ਆਵਾਜ਼ ਪਹੁੰਚਦੀ ਹੈ ਔਰ ਦੁਨੀਆ ਇਲਾਜ ਕਰਾ ਰਹੀ ਹੈ। ਡਾਕਟਰ ਸਾਹਿਬ, ਆਪਣੇ ਮੁੱਦੇ ਤੋਂ ਪਹਿਲਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਪਲੀਜ਼, ਫਿਰ ਤੁਸੀਂ ਅੱਗੇ ਗੱਲ ਕਰਾਂਗੇ। ਡਾਕਟਰ ਸਾਹਿਬ, ਜਿਹੜੀ ਮੈਮਰੀ ਲਾਸ ਹੁੰਦੀ ਹੈ, ਅਤੇ ਇਹ ਇੱਕ ਮੇਰੇ ਪਾਸ ਸਟੋਰੀ ਹੈ, ਕਿਉਂਕਿ ਮੈਨੂੰ ਪਤਾ ਨਹੀਂ, ਮੈਂ ਕਿਹਾ ਮੈਂ ਤੁਹਾਨੂੰ ਚੈੱਕ ਕਰਾਂਗਾ। ਉਹਨਾਂ ਦੇ ਬਾਪ ਨੂੰ ਸੀਗੀ ਪਹਿਲਾਂ ਹੀ ਹੈਡ ਮੈਮਰੀ ਲਾਸ, ਕਿਸੇ ਨੂੰ ਪਛਾਣਦੇ ਸੀ, ਕਿਸੇ ਨੂੰ ਨਹੀਂ ਪਛਾਣਦੇ ਸੀ, ਕਿੰਨਾ ਕੁ ਖਾਧਾ, ਕਦੋਂ ਖਾਧਾ, ਉਹਨਾਂ ਨੂੰ ਉਹ ਵੀ ਯਾਦ ਨਹੀਂ ਸੀ ਰਹਿੰਦਾ ਹੁੰਦਾ। ਹੁਣ ਉਹਨਾਂ ਦੀ ਡਾਟਰ ਸ਼ੀ ਇਜ਼ ਗਾਟ ਓਲਡ, ਅਤੇ ਉਹਨਾਂ ਨੂੰ ਉਸ ਸੇਮ ਚੀਜ਼ ਤੋਂ ਥੋੜਾ ਨਾਟ ਐਜ਼ ਬੈਡ ਐਜ਼ ਫਾਦਰ, ਉਹਨਾਂ ਕੁ ਸਫਰ ਕਰਦੇ ਨੇ। ਇਹ ਫੈਮਿਲੀ 'ਚ ਰਨ ਕਰਦਾ? ਹਾਂਜੀ, ਨਹੀਂ, ਇਹ ਪ੍ਰੋਬਲਮ ਖਾਸ ਹੈਰੈਡਿਟਰੀ ਨਹੀਂ ਹੈਗਾ, ਖਾਸ ਲਿੰਕ ਨਹੀਂ ਹੈਗਾ। ਪਰ ਬਹੁਤ ਸਾਰੀਆਂ ਬਿਮਾਰੀਆਂ ਤੁਸੀਂ ਕਹਿ ਸਕਦੇ ਹੋ ਵੀ ਉਹਦਾ ਕੋਈ ਨਾ ਕੋਈ ਛੋਟਾ ਜਿਹਾ ਪਰਸੈਂਟੇਜ ਹੁੰਦਾ ਆ ਵੀ ਹੋ ਸਕਦਾ ਹੈ ਵੀ ਹੈਰੈਡਿਟਰੀ ਲਿੰਕ ਹੋਵੇ, ਪਰ ਜ਼ਰੂਰੀ ਨਹੀਂ ਹੁੰਦਾ ਇਹ। ਅਤੇ ਇਹ ਜ਼ਿਆਦਾ ਡਾਇਟ ਦੇ ਕਰਕੇ ਹੁੰਦਾ ਆ। ਅਤੇ ਕਿਉਂਕਿ ਬ੍ਰੇਨ ਨੂੰ ਜਦੋਂ ਖੁਰਾਕ ਪੂਰੀ ਪਹੁੰਚਦੀ ਨਹੀਂ, ਆਕਸੀਜਨ ਨਹੀਂ ਪੂਰੀ ਪਹੁੰਚਦੀ ਹੈਗੀ, ਤਾਂ ਬ੍ਰੇਨ ਦੇ ਸੈੱਲ ਫਿਰ ਡਿਟੀਰੀਓਰੇਟ ਹੋ ਜਾਂਦੇ, ਡੀਜਨਰੇਟ ਹੋ ਜਾਂਦੇ ਆ। ਅਤੇ ਜ਼ਿਆਦਾ ਇਹ ਹੁੰਦਾ ਵੀ ਜਾਂ ਤਾਂ ਆਕਸੀਜਨ ਪੂਰੀ ਨਹੀਂ ਮਿਲਦੀ ਹੈਗੀ ਕਿ ਤੁਹਾਡੀ ਖੁਰਾਕ ਗਲਤ ਆ, ਜਾਂ ਕਿ ਜਿਹੜਾ ਖੂਨ ਤੁਹਾਡਾ ਗਾੜਾ ਜ਼ਿਆਦਾ ਆ, ਅਤੇ ਜਾਂ ਫਿਰ ਤੁਹਾਡੇ ਜਿਹੜੇ ਬਲੱਡ ਵੈਸਲਸ ਆ ਜਿਹੜੇ ਸਪਲਾਈ ਦਿੰਦੇ ਖੂਨ ਦਿਮਾਗ ਨੂੰ, ਉਹ ਕੁਛ ਘੁੱਟੇ ਗਏ, ਨੈਰੋ ਹੋ ਗਏ, ਜਾਂ ਉਹਦੇ ਵਿੱਚ ਪਲੈਕ ਜੰਮ ਗਈ ਆ। ਅਤੇ ਸੋ ਦੀਸ ਆਰ ਦ ਰੀਜ਼ਨਸ। ਅੱਛਾ ਕੀਤਾ, ਮੈਂ ਤੁਹਾਨੂੰ ਕਾਰਨ ਪੁੱਛਣਾ, ਤੁਸੀਂ ਆਪ ਹੀ ਦੱਸ ਦਿੱਤਾ ਉਹਦਾ। ਅਤੇ ਇਹ ਡਾਕਟਰ ਸਾਹਿਬ, ਜਦੋਂ ਤੁਸੀਂ ਇੱਦਾਂ ਦੀ ਹੈਗੀ ਮੈਮਰੀ ਲਾਸ, ਤੁਸੀਂ ਕਾਰਨ ਤਾਂ ਦੱਸ ਦਿੱਤਾ, ਇਹਦਾ ਇਲਾਜ ਹੈਗਾ ਕੁਛ, ਵੈਸੇ ਕੁਛ ਹੋ ਸਕਦਾ? ਸੋ ਇਹਦਾ ਇਲਾਜ ਇਹੀ ਹੈ ਭਾਜੀ ਵੀ ਅਸੀਂ ਜਿਹੜੀਆਂ ਨੈਚੁਰਲ ਦਵਾਈਆਂ ਦਿੰਦੇ ਹਾਂ ਵੀ ਖੂਨ ਤੇ ਆਕਸੀਜਨ ਜ਼ਿਆਦਾ ਬ੍ਰੇਨ ਨੂੰ ਪਹੁੰਚੇ। ਦੈਟਸ ਰਾਈਟ। ਹਾਂਜੀ, ਅਤੇ ਇਹਦਾ ਚਾਂਸ ਹੈਗਾ ਥੋੜ੍ਹਾ ਬਹੁਤ ਰਿਵਰਸ ਹੋ ਸਕਦਾ ਆ। ਅਤੇ ਇਹਦਾ ਮੋਸਟ ਇੰਪੋਰਟੈਂਟ ਇਹੀ ਆ ਵੀ ਉਹਨੂੰ ਜਲਦੀ ਕੈਚ ਕਰ ਲਓ। ਹਾਂਜੀ, ਜਦੋਂ ਜ਼ਿਆਦਾ ਬ੍ਰੇਨ ਸੈਲਸ ਡੀਜੈਨਰੇਟ ਹੋ ਜਾਂਦੇ, ਲੂਜ਼ ਹੋ ਜਾਂਦੇ ਆ, ਫਿਰ ਇੰਨੇ ਜ਼ਿਆਦਾ ਰੀਜੈਨਰੇਟ ਕਰਨੇ ਔਖੇ ਹੋ ਜਾਂਦੇ ਆ। ਇਜ਼ ਇਜ਼ ਕਾਮਨ UK ਦੇ ਵਿੱਚ, ਜੇ ਮੈਂ UK ਦੀ ਗੱਲ ਕਰਾਂ? ਹਾਂਜੀ, ਬਹੁਤ ਜ਼ਿਆਦਾ ਹੀ ਕਾਮਨ ਹੈ ਭਾਜੀ। ਦੈਟਸ ਰਾਈਟ। ਡਿਮੈਂਸ਼ੀਆ ਇੱਥੋਂ ਸ਼ੁਰੂ ਹੁੰਦੀ ਆ, ਅਤੇ ਐਲਜ਼ਾਈਮਰਸ ਜਿਹੜਾ ਡਿਮੈਂਸ਼ੀਆ,
ਤੇ ਇਹ ਬਿਮਾਰੀਆਂ ਵੱਧ ਰਹੀਆਂ ਐਕਚੁਅਲੀ, ਘਟ ਨਹੀਂ ਰਹੀਆਂ, ਇਹ ਵਧੀ ਜਾਂਦੀਆਂ ਐਜ਼ ਟਾਈਮ ਗੋਜ਼ ਬਾਈ, ਇਹਦੀ ਫ੍ਰੀਕੁਐਂਸੀ ਵਧੀ ਜਾਂਦੀ ਹੈ। ਪਰ ਜੀ ਕੁਝ ਸੈਡ, ਬੰਦਾ ਹੈਲਥੀ ਹੁੰਦਾ ਬਿਲਕੁਲ ਠੀਕ ਹੁੰਦਾ, ਲੇਕਿਨ ਉਹਨੂੰ ਜਾਣ ਪਛਾਣ ਨਹੀਂ ਹੁੰਦੀ, ਬੜੀ ਵੱਡੀ ਗੱਲ ਹੈ। ਕਈ ਦਫਾ ਕਿਸੇ ਬੰਦੇ ਨੂੰ ਪਛਾਣ ਲੈਂਦੇ, ਕਈ ਦਫਾ ਨਹੀਂ ਪਛਾਣਦੇ, ਆਪਣੇ ਖਾਸ ਨਜ਼ਦੀਕੇ ਬੰਦਿਆਂ ਨੂੰ ਨਹੀਂ ਪਛਾਣਦੇ। ਹਾਂਜੀ, ਬਹੁਤ ਜ਼ਿਆਦਾ ਸੈਡ ਆ, ਆਪਣੇ ਫੈਮਿਲੀ ਮੈਂਬਰਸ ਨੂੰ ਨਹੀਂ ਕਈ ਪਛਾਣਦੇ ਹੈਗੇ, ਇੱਥੇ ਤੇ ਗੱਲ ਪਹੁੰਚ ਜਾਂਦੀ ਹੈ। ਹਾਂਜੀ, ਦੈਟਸ ਰਾਈਟ, ਸੋ ਵੈਰੀ ਸੈਡ ਸਿਚੁਏਸ਼ਨ। ਤੇ ਉੱਦਾਂ ਦੇਖੋ ਵੀ ਉਹਨੇ ਸਾਰੀ ਉਮਰ ਕੰਮ ਕੀਤਾ ਹੁੰਦਾ ਹੈ, ਕੋਈ ਉਹਨਾਂ ਦੀ ਕੋਈ ਖਾਸ ਸਕਿੱਲ ਵੀ ਹੁੰਦੀ ਆ, ਤੇ ਕਈ ਬੜੇ ਨੌਲੇਜ ਵਾਲੇ ਬੰਦੇ ਹੁੰਦੇ ਆ, ਤੇ ਉਹਨਾਂ ਦਾ ਇੱਕ ਇਹ ਸਟੇਜ ਆ ਜਾਂਦਾ, ਉਹ ਸਭ ਕੁਝ ਲੂਜ਼ ਕਰ ਜਾਂਦੇ, ਉਹਨੂੰ ਕੁਝ ਵੀ ਨਹੀਂ ਯਾਦ ਰਹਿੰਦਾ, ਖਾਣ ਪੀਣ ਦਾ ਵੀ ਨਹੀਂ ਪਤਾ ਰਹਿੰਦਾ। ਹਾਂਜੀ, ਦੈਟਸ ਰਾਈਟ, ਉਹਨੂੰ ਕੋਈ ਖਿਲਾ ਦੇਵੇ ਤੇ ਖਿਲਾ ਦੇਵੇ, ਨਹੀਂ ਤਾਂ ਉਹਨੂੰ ਪਤਾ ਹੀ ਨਹੀਂ ਵੀ ਮੈਨੂੰ ਭੁੱਖ ਲੱਗਦੀ ਕਿ ਨਹੀਂ ਲੱਗਦੀ। ਇੱਕ ਗੱਲ ਲਾਸਟਲੀ ਡਾਕਟਰ, ਜ਼ਰੂਰੀ ਹੈਗਾ ਜਦੋਂ ਇੱਦਾਂ ਦੀ ਚੀਜ਼ ਹੁੰਦੀ ਨਾ, ਬਿਕਾਜ਼ ਲੋਕਾਂ ਦੇ ਮਾਈਂਡ 'ਚ ਕਿ ਉਹਦਾ ਕੋਈ ਇਲਾਜ ਨਹੀਂ ਹੈ, ਉਹ ਐਕਸੈਪਟ ਕਰ ਲੈਂਦੇ ਨੇ, ਪਰ ਉਹ ਕੀ ਕਰਨਾ ਚਾਹੀਦਾ ਆਮ, ਜੇ ਕਿਸੇ ਨੂੰ ਕੋਈ ਇੱਦਾਂ ਦੇ ਸਾਈਨ ਨਜ਼ਰ ਆਉਂਦੇ ਜਾਂ ਨਵਾਂ ਸ਼ੁਰੂ ਹੋਇਆ ਕੰਮ? ਯੈਸ, ਨਹੀਂ, ਹਰੇਕ ਇਨਸਾਨ ਨੂੰ ਆਪਣੀ ਸਿਹਤ ਬਾਰੇ ਖਿਆਲ ਰੱਖਣਾ ਚਾਹੀਦਾ ਹੈ, ਆਪਣੀ ਡਾਈਟ ਖੁਦ ਇੰਪਰੂਵ ਕਰੋ, ਨੈਚੁਰਲ ਚੀਜ਼ਾਂ ਜ਼ਿਆਦਾ ਖਾਓ, ਤੇ ਤੁਸੀਂ ਇਲਾਜ ਕਰਾਉਣ ਦਾ ਕੋਈ ਨਾ ਕੋਈ ਹੀਲਾ ਜ਼ਰੂਰ ਲੱਭੋ। ਹਾਂਜੀ, ਹੋ ਸਕਦਾ ਵੀ ਕੋਈ ਨਾ ਕੋਈ ਹੈਲਪ ਤੁਹਾਨੂੰ ਮਿਲੇਗੀ ਕਿਤੇ ਨਾ ਕਿਤੇ, ਤੇ ਇਦਾਂ ਨਾ ਵੀ ਤੁਸੀਂ ਗਿਵ ਅਪ ਨਾ ਕਰ ਦਿਓ ਜਾਣੀ ਕਿ। ਬਿਲਕੁਲ, ਬਿਲਕੁਲ। ਥੈਂਕ ਯੂ ਡਾਕਟਰ। ਆਈ ਹੋਪ ਜਿਨ੍ਹਾਂ ਦਾ ਸਵਾਲ ਸੀ, ਤੁਸੀਂ ਪ੍ਰੋਗਰਾਮ ਦੇਖਦੇ ਸੀ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਅਗਰ ਜਿਨ੍ਹਾਂ ਦਾ ਸਵਾਲ ਸੀ ਸਿਰਫ ਉਹਨਾਂ ਦਾ ਨਹੀਂ ਲਾਗੂ ਹੁੰਦਾ, ਹੋਰ ਵੀ ਬੜੇ ਲੋਕ ਇੱਦਾਂ ਦੇ ਹੈਗੇ ਜਿਨ੍ਹਾਂ ਨੂੰ ਮੌਕਾ ਨਹੀਂ ਲੱਗਦਾ ਫੋਨ ਕਰਨ ਦਾ, ਜਿਨ੍ਹਾਂ ਨੂੰ ਪਤਾ ਨਹੀਂ ਕਿ ਅਕਾਲ ਚੱਲਣ ਤੇ ਅਸੀਂ ਹਰ ਮੁੱਦੇ ਤੇ ਗੱਲ ਕਰਦੇ ਆ। ਜਦੋਂ ਮੈਂ ਮੁੱਦੇ ਦੀ ਗੱਲ ਕਰਾਂ, ਅੱਜ ਮੈਂ ਸੱਚੀ ਕਹਿਣਾ, ਮੈਂ ਡਾਕਟਰ ਨੇ ਨਹੀਂ ਦੱਸਿਆ ਕਿ ਅੱਜ ਕਿਹੜੇ ਮੁੱਦੇ ਤੇ ਗੱਲ ਕਰਦੇ ਹਾਂ, ਕੋਈ ਸਰਪ੍ਰਾਈਜ਼ ਹੋ ਗਈ। ਦੇਖਦੇ ਹਾਂ ਡਾਕਟਰ ਜੀ ਕੀ ਅੱਜ ਕਿਹੜੀ ਚੀਜ਼ ਉੱਪਰ ਡਿਸਕਸ ਕਰਨਗੇ। ਜੀ ਡਾਕਟਰ ਸਾਹਿਬ। ਹਾਂਜੀ ਭਾਜੀ, ਅੱਜ ਦਾ ਮੁੱਦਾ ਹੈਗਾ ਐਕਨੀ। ਅੱਛਾ, ਐਕਨੀ ਜੋ ਫਿੰਸੀਆਂ ਹੋ ਜਾਂਦੀਆਂ, ਤੇ ਇਹ ਹੁਣ ਮੇਰੇ ਵੀਰ ਭੈਣ ਇਹ ਨਾ ਸਮਝਣ ਵੀ ਇਹ ਸਾਡੇ ਲਈ ਤਾਂ ਇਹ ਟੌਪਿਕ ਹੈ ਹੀ ਨਹੀਂਗਾ, ਕਿਉਂਕਿ ਹੋਰ ਵੀ ਕਈ ਜਾਣਕਾਰੀਆਂ ਆਪਾਂ ਵਿੱਚ ਦੇਵਾਂਗੇ, ਬਿਲਕੁਲ, ਤੇ ਹੋਰ ਨੌਲੇਜ ਤੁਹਾਡੀ ਵਧਾਵਾਂਗੇ। ਤੇ ਸੋ ਐਕਨੀ ਭਾਜੀ ਜ਼ਿਆਦਾ ਹੁੰਦੀ ਹੈ ਯੰਗਸਟਰਸ ਨੂੰ, ਤੁਹਾਨੂੰ ਪਤਾ ਹੀ ਆ ਵੀ 14, 15, 16 ਸਾਲ ਦੇ ਯੰਗਸਟਰ ਜਦੋਂ ਹੁੰਦੇ ਆ, ਤੇ ਉਹਨਾਂ ਦੇ ਫਿੰਸੀਆਂ ਕਈਆਂ ਦੇ ਸ਼ੁਰੂ ਹੋ ਜਾਂਦੀਆਂ ਮੂੰਹ ਤੇ ਹੋਣੀਆਂ, ਜਾਂ ਮੋਢਿਆਂ ਤੇ ਜਾਂ ਬੈਕ ਤੇ। ਹਾਂ, ਤੇ ਇਹਦਾ ਕਾਰਨ ਇਹ ਹੈ ਵੀ ਉਸ ਏਜ ਵਿੱਚ ਬਾਡੀ ਵਿੱਚ ਕਾਫੀ ਚੇਂਜਸ ਆਉਂਦੇ ਆ, ਤੇ ਹਾਰਮੋਨਸ ਜਿਹੜੇ ਆ ਉਹ ਅਨਸੈਟਲ ਜਿਹੇ ਹੋ ਜਾਂਦੇ, ਅਪ ਐਂਡ ਡਾਊਨ ਹਾਰਮੋਨਸ ਹੋ ਜਾਂਦੇ ਆ, ਤੇ ਖਾਸ ਕਰਕੇ ਇੱਕ ਹਾਰਮੋਨ ਜੋ ਟੈਸਟੋਸਟਰੋਨ ਆ, ਉਹ ਇਸ ਵੇਲੇ ਵੱਧ ਜਾਂਦਾ ਹੈ, ਤੇ ਉਹਦੇ ਨਾਲ ਇਹਦਾ ਇਫੈਕਟ ਪੈਂਦਾ ਹੈ ਵੀ ਜਿਹੜੇ ਆਇਲ ਗਲੈਂਡਸ ਹੁੰਦੇ ਆ ਸਕਿਨ ਵਿੱਚ, ਆਇਲ ਗਲੈਂਡਸ ਜਿਹੜੇ ਤੁਹਾਡੇ ਸਕਿਨ ਨੂੰ ਥੋੜ੍ਹੀ ਜਿਹੀ ਗਰੀਸੀ ਰੱਖਦੇ ਆ, ਤੇ ਉਹ ਗਰੀਸ ਆਇਲ ਬਣਨਾ ਵੱਧ ਜਾਂਦਾ ਉਸ ਵੇਲੇ। ਤੇ ਜਦੋਂ ਵੱਧ ਜਾਂਦਾ ਹੈ ਤੇ ਕਈ ਵਾਰੀ ਉਹ ਫਿਰ ਜਿਹੜੇ ਆਇਲ ਗਲੈਂਡਸ ਦੇ ਟਿਊਬਸ ਆ ਨਾ ਸਕਿਨ ਤੱਕ ਆਉਂਦੇ, ਉਹ ਬਹੁਤ ਹੀ ਬਰੀਕ ਆ ਭਾਜੀ, ਤੇ ਉਹ ਕਈ ਵਾਰੀ ਉਹ ਬਲੌਕ ਹੋ ਜਾਂਦੇ ਆ, ਕਿਉਂਕਿ ਜਿਹੜਾ ਆਇਲ ਹੁੰਦਾ ਜਾਂ ਗਾੜਾ ਹੋ ਜਾਂਦਾ ਆ, ਤੇ ਫੈਟ ਸਿਸਟਮ ਵਿੱਚ ਜ਼ਿਆਦਾ ਹੁੰਦਾ ਹੈ, ਤੇ ਉਹ ਫਿਰ ਬਲੌਕ ਹੋ ਜਾਂਦੇ ਆ, ਤੇ ਜਦੋਂ ਬਲੌਕ ਹੋ ਜਾਂਦੇ ਫਿਰ ਉਹ ਚਿੱਟੀ ਫਿੰਸੀ ਉਹਦੀ ਬਣ ਜਾਂਦੀ ਆ ਸਕਿਨ ਤੇ। ਤੇ ਕਈ ਵਾਰੀ ਇੱਦਾਂ ਫਿਰ ਥੋੜ੍ਹਾ ਜਿਹਾ ਕੋਈ ਡਰਟ ਲੱਗ ਜਾਵੇ, ਤੇ ਜਾਂ ਕੋਈ ਬੈਕਟੀਰੀਆ ਨਾਲ ਕੰਟੈਕਟ ਹੋ ਜਾਵੇ, ਤਾਂ ਉਹਨਾਂ ਵਿੱਚ ਇਨਫੈਕਸ਼ਨ ਵੀ ਪੈਦਾ ਹੋ ਜਾਂਦਾ। ਤੇ ਜਦੋਂ ਫਿੰਸੀਆਂ ਵਿੱਚ ਇਨਫੈਕਸ਼ਨ ਹੋ ਜਾਂਦਾ ਭਾਜੀ, ਉਹ ਫਿੰਸੀਆਂ ਲਾਲ ਬਣ ਜਾਂਦੀਆਂ, ਤੇ ਲਾਲ ਬਣ ਜਾਂਦੇ, ਜਾਂ ਫਿਰ ਉਹਨਾਂ ਦੇ ਵਿੱਚ ਯੈਲੋ ਪਸ ਆ ਜਾਂਦੀ ਆ। ਤੇ ਇਹਦੇ ਲਈ ਫਿਰ ਤੁਸੀਂ ਜਦੋਂ GP ਕੋਲ ਜਾਂਦੇ ਆ, ਤਾਂ ਉਹ ਤੁਹਾਨੂੰ ਕੋਈ ਨਾ ਕੋਈ ਐਂਟੀਬਾਇਓਟਿਕ ਲੋਸ਼ਨ ਦਿੰਦੇ ਲਾਉਣ ਨੂੰ, ਇਰੀਥਰੋਮਾਈਸਿਨ ਮੇਨਲੀ ਹੁੰਦਾ, ਤੇ 2 ਵੇਲੇ ਉਹ ਲਾਉਣਾ ਹੁੰਦਾ ਤੁਸੀਂ ਉੱਤੇ। ਤੇ ਉਹਨਾਂ ਕਈਆਂ ਨੂੰ ਥੋੜ੍ਹਾ ਬਹੁਤਾ ਫਰਕ ਪੈਂਦਾ, ਕਈਆਂ ਨੂੰ ਨਹੀਂ ਵੀ ਪੈਂਦਾ, ਤੇ ਜਦੋਂ ਉਹਦੇ ਨਾਲ ਨਹੀਂ ਫਰਕ ਪੈਂਦਾ ਹੈਗਾ, ਤੇ ਫਿਰ ਉਹ ਤੁਹਾਨੂੰ ਦੇਣਗੇ ਐਂਟੀਬਾਇਓਟਿਕ ਕਰੀਮਸ, ਜੇ ਜ਼ਿਆਦਾ ਉਹਦੇ ਵਿੱਚ ਇਨਫੈਕਸ਼ਨ ਹੋਵੇ, ਤੇ ਉਹਦੇ ਨਾਲ ਐਂਟੀਬਾਇਓਟਿਕ ਟੈਬਲੇਟਸ ਵੀ ਜੋੜ ਦਿੰਦੇ ਆ, ਤੇ ਉਹ ਹੁੰਦੀ ਟੈਟਰਾਸਾਈਕਲਿਨ ਜਾਂ ਇਰੀਥਰੋਮਾਈਸਿਨ। ਪਰ ਇਹਦਾ ਬੜਾ ਪ੍ਰੋਬਲਮ ਹੈ ਭਾਜੀ, ਇਹ ਇੱਕਦਮ ਇਹ ਕੰਮ ਨਹੀਂ ਕਰਦੇ ਹੈਗੇ, ਤੇ ਉਹਨਾਂ ਨੂੰ ਲੌਂਗ ਟਾਈਮ ਤੇ ਲਾਉਂਦੇ ਆ, 6 ਮਹੀਨੇ ਜਾਂ ਸਾਲ ਭਰ ਤੁਸੀਂ ਐਂਟੀਬਾਇਓਟਿਕ ਖਾਈ ਜਾਓ, ਤੇ ਵਿਚ ਇਜ਼ ਅ ਵੈਰੀ ਬੈਡ ਥਿੰਗ, ਕਿਉਂਕਿ ਇਹ ਐਂਟੀਬਾਇਓਟਿਕ ਜਿਹੜੇ ਆ ਇਹ ਜਦੋਂ ਤੁਹਾਡੇ ਅੰਦਰਾਂ ਵਿੱਚ ਜਾਂਦੇ ਆ, ਤਾਂ ਤੁਹਾਡੇ ਅੰਦਰ ਵਿੱਚ ਕਈ ਬੈਕਟੀਰੀਆ ਜਿਹੜੇ ਗੁੱਡ ਬੈਕਟੀਰੀਆ ਗਿਣੇ ਜਾਂਦੇ ਆ, ਉਹ ਤੁਹਾਡੀ ਡਾਈਜੈਸਸ਼ਨ ਨੂੰ ਹੈਲਪ ਕਰਦੇ ਆ, ਤੇ ਉਹ ਐਂਟੀਬਾਇਓਟਿਕ ਸਾਰੇ ਬੈਕਟੀਰੀਆ ਨੂੰ ਮਾਰ ਦਿੰਦਾ, ਤੇ ਬਾਉਲ ਜਿਹੜਾ ਉਹ ਸਾਰਾ ਬਾਉਲ ਫਲੋਰਾ ਅਪਸੈਟ ਹੋ ਜਾਂਦਾ। ਇਹਦੇ ਨਾਲ ਹੋਰ ਬਿਮਾਰੀਆਂ ਸ਼ੁਰੂ ਹੋ ਸਕਦੀਆਂ, ਇਹਦੇ ਨਾਲ ਲੂਸ ਮੋਸ਼ਨਸ ਹੋ ਸਕਦੇ ਆ, ਤੇ ਇਰੀਟੇਬਲ ਬਾਉਲ ਸਿੰਡਰਮ ਹੋ ਸਕਦਾ ਆ, ਤੇ ਇਹਦਾ ਕੋਈ ਇਹ ਆਨਸਰ ਨਹੀਂ ਹੈਗਾ ਜਿਹੜੇ ਐਂਟੀਬਾਇਓਟਿਕਸ ਆ। ਪਰ ਡਾਕਟਰ ਸਾਹਿਬ ਜ਼ਿਆਦਾ ਦੇਖਿਆ ਚੀਕ ਉੱਪਰ ਤੇ ਫੋਰਹੈਡ ਤੇ ਬਹੁਤ ਹੁੰਦੇ ਆ। ਹਾਂਜੀ, ਸੋ ਇੱਥੇ ਕੁਝ ਆਇਲ ਗਲੈਂਡਸ ਜ਼ਿਆਦਾ ਹੁੰਦੇ ਇਸ ਏਰੀਆ ਵਿੱਚ, ਫੋਰਹੈਡ ਤੇ ਚੀਕਸ ਦੇ ਉੱਪਰ। ਹਾਂਜੀ, ਦੈਟਸ ਰਾਈਟ, ਤੇ ਉਹ ਫਿਰ ਜਿੰਨੇ ਜ਼ਿਆਦਾ ਆਇਲ ਗਲੈਂਡਸ ਆ ਉਹ ਉੱਥੇ ਜ਼ਿਆਦਾ ਹੁੰਦਾ ਇਨਫੈਕਸ਼ਨ।
ਸੋ ਇਟਸ ਡਿਸਫਿਗਰਿੰਗ ਜਿਹਾ ਪ੍ਰੋਬਲਮ ਆ, ਕਿਉਂਕਿ ਬੱਚੇ ਉਸ ਵੇਲੇ ਚਾਹੁੰਦੇ ਹੁੰਦੇ ਪਏ ਅਸੀਂ ਸੋਹਣੇ ਲੱਗੀਏ, ਤੇ ਉਹਨਾਂ ਦੇ ਮੂੰਹ ਤੇ ਫਿੰਸੇ ਨਿਕਲਣ ਲੱਗ ਪੈਣੀਆਂ, ਤੇ ਕਈ ਬਹੁਤ ਡਿਸਕਰੇਜ ਹੋ ਜਾਂਦੇ ਬੱਚੇ। ਬਿਲਕੁਲ ਬਿਲਕੁਲ, ਕਿਉਂਕਿ ਸਭ ਨੇ ਫੇਸ ਦੇ ਉੱਪਰ ਹੁੰਦਾ, ਹਾਂ ਸਾਹਮਣੇ ਆ ਸਾਰਿਆਂ ਦੇ। ਦੱਸੋ ਕਈ ਬੱਚੇ ਡਿਪਰੈਸ਼ਨ ਵਿੱਚ ਚਲ ਜਾਂਦੇ ਆ, ਇੰਨਾ ਸਵੇਰ ਹੁੰਦਾ ਹੈ। ਤੇ ਅਸੀਂ ਬਹੁਤ ਸਵੇਰ ਕੇਸ ਵੀ ਕਿਉਰ ਕੀਤੇ ਆ, ਤੇ ਅਸੀਂ ਉਹ ਪਿਕਚਰਾਂ ਅਨਫੋਰਚੂਨੇਟਲੀ ਦਿਖਾ ਨਹੀਂ ਸਕਦੇ, ਬਿਫੋਰ ਐਂਡ ਆਫਟਰ ਸਾਡੇ ਕੋਲ ਹੈਗੀਆਂ ਪਿਕਚਰਾਂ। ਤੇ ਇਸ ਕਰਕੇ ਚੈਨਲ ਵਾਲਿਆਂ ਦਾ ਹੁੰਦਾ ਕੋਈ ਰੂਲ ਪਿਆ ਇੱਦਾਂ ਦੀਆਂ ਭੈੜੀਆਂ ਜਿਹੀਆਂ ਸ਼ਕਲਾਂ ਦੀਆਂ ਤੁਸੀਂ ਸਕਿਨ ਕੇਸਿਸ ਨਹੀਂ ਦਿਖਾ ਸਕਦੇ। ਇਹਨਾਂ ਦੇ ਜਦੋਂ ਦਾਗ ਵੀ ਰਹਿ ਜਾਂਦਾ ਨਾ ਇਵੈਂਚੁਅਲੀ ਉਹਦਾ, ਹਨਾ? ਹਾਂਜੀ ਦੈਟਸ ਰਾਈਟ। ਜਿੱਥੇ ਉਹ ਜ਼ਿਆਦਾ ਡੂੰਘੀ ਚਲ ਜਾਂਦਾ ਇਨਫੈਕਸ਼ਨ, ਹਨਾ, ਤੇ ਉਹ ਇੱਕ ਗੱਲ ਹੈ ਭਾਜੀ, ਬੱਚੇ ਛਿੱਲ ਦਿੰਦੇ ਫਿੰਸੀਆਂ ਨੂੰ, ਹਨਾ। ਛਿੱਲਣ ਦੇ ਨਾਲ ਫਿਰ ਕੀ ਹੁੰਦਾ, ਉਹ ਡੈਮੇਜ ਹੋ ਜਾਂਦਾ ਸਕਿਨ, ਬੰਦਾ ਇਰੀਟੇਟ ਹੋ ਜਾਂਦਾ ਨਾ ਆਪਣੀ ਰੋਜ਼ ਸ਼ਕਲ ਦੇਖ ਕੇ ਸ਼ੀਸ਼ੇ ਦੇ ਵਿੱਚ ਨੈਚੁਰਲੀ। ਪਰ ਇਹ ਜਿਹੜੀ ਸੁਣਨ ਚਾਹੁੰਦਾ ਕਿ ਕਹਿੰਦੇ ਜੇ ਤੁਸੀਂ ਚਾਕਲੇਟ ਖਾਣੇ ਉਹਦੇ ਨਾਲ ਵੀ ਹੁੰਦੀਆਂ ਨੇ, ਔਰ ਜੇ ਕੋਈ ਗਰਮ ਚੀਜ਼ਾਂ ਖਾਣੇ ਉਹਦੇ ਨਾਲ ਵੀ ਫਰਕ ਪੈਂਦਾ? ਹਾਂਜੀ, ਕਈ ਚੀਜ਼ਾਂ ਹੈਗੀਆਂ ਡਾਈਟ ਵਿੱਚ, ਦੇਖੋ। ਤੇ ਇਹ ਹੁਣ ਅੰਗਰੇਜ਼ੀ ਇਲਾਜ ਵਿੱਚ ਤਾਂ ਕਹਿੰਦੇ ਨਹੀਂ ਡਾਈਟ ਦਾ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ, ਪਰ ਅਸੀਂ ਦੇਖਿਆ ਵੀ ਡਾਈਟ ਦਾ ਫਰਕ ਜ਼ਰੂਰ ਪੈਂਦਾ ਹੈ। ਤੇ ਇੱਕ ਤਾਂ ਜਿਹੜੇ ਫਰਾਈਡ ਫੂਡਸ ਜ਼ਿਆਦਾ ਖਾਈ ਜਾਣੇ ਆ, ਹਾਂਜੀ, ਉਹਨਾਂ ਵਿੱਚ ਆਇਲ ਕੰਟੈਂਟ ਜ਼ਿਆਦਾ ਹੁੰਦਾ ਨਾ, ਤੇ ਜ਼ਿਆਦਾ ਸ਼ੂਗਰ ਖਾਣੀ, ਤੇ ਜ਼ਿਆਦਾ ਫੈਟੀ ਸਬਸਟੈਂਸ ਜਿਹਦਾ ਫੈਟ ਜ਼ਿਆਦਾ ਖਾਣਾ, ਹਾਂਜੀ, ਤੇ ਇਹਨਾਂ ਦੇ ਨਾਲ ਇਫੈਕਟ ਜ਼ਰੂਰ ਪੈਂਦਾ ਹੈ। ਤੇ ਇੱਕ ਬਿਮਾਰੀ ਹੋ ਰਿਹਾ ਪੋਲੀਸਿਸਟਿਕ ਓਵਰੀ ਸਿੰਡਰੋਮ, ਜਿਹੜਾ ਇਹ ਲੇਡੀਜ਼ ਨੂੰ ਹੁੰਦਾ, ਕਰਕੇ ਉਹਨਾਂ ਦੀ ਓਵਰੀਜ਼ ਦੇ ਵਿੱਚ ਰਸੌਲੀਆਂ ਪੈਦਾ ਹੋ ਜਾਂਦੀਆਂ, ਸਿਸਟਸ। ਅੱਛਾ। ਤੇ ਉਹਦੇ ਨਾਲ ਸਾਰਾ ਜਿਹੜਾ ਹਾਰਮੋਨਲ ਸਿਸਟਮ ਆ, ਮੰਥਲੀ ਸਾਈਕਲ ਆ, ਅਪਸੈਟ ਹੋ ਜਾਂਦਾ ਸਾਰਾ। ਤੇ ਇਹਦੇ ਨਾਲ ਵੀ ਤੇ ਐਕਨੀ ਹੋ ਜਾਂਦੀ ਆ, ਫਿੰਸੀਆਂ ਨਿਕਲਣ ਲੱਗ ਪੈਂਦੀਆਂ, ਤੇ ਲੇਡੀਜ਼ ਦੇ ਬੋਡੀ ਦੇ ਵਿੱਚ ਵਾਲ ਜ਼ਿਆਦਾ ਪੈਦੇ ਹੋਣ ਲੱਗ ਪੈਂਦੇ ਆ। ਹਾਂ, ਸੋ ਵੈਰੀ ਨਾਸਟੀ ਚੀਜ਼ ਆ ਇਹ ਪੋਲੀਸਿਸਟਿਕ ਓਵਰੀ ਸਿੰਡਰੋਮ। ਤੇ ਇਹਦੇ ਨਾਲ ਲੇਡੀਜ਼ ਨੂੰ ਡਿਪਰੈਸ਼ਨ ਵੀ ਹੋ ਜਾਂਦਾ ਹੈ। ਸੋ ਹੋਰ ਕਈ ਚੀਜ਼ਾਂ ਹੈਗੀਆਂ, ਕੋਈ ਜਿੱਦਾਂ ਐਪੀਲੈਪਸੀ ਦੀਆਂ ਦਵਾਈਆਂ ਆ, ਉਹਨਾਂ ਦਾ ਵੀ ਸਾਈਡ ਇਫੈਕਟ ਆ। ਆਪਾਂ ਇਹਦੀ ਗੱਲ ਕਰਦੇ, ਪਹਿਲੇ ਕਾਲ ਲੈ ਲਈ। ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਭਾਜੀ ਕਿੱਥੋਂ ਬੋਲਦੇ ਹੋ, ਆਪਣਾ ਨਾਮ ਦੱਸੋਗੇ? ਮੇਰਾ ਨਾਮ ਹੈ ਅਵਤਾਰ ਸਿੰਘ। ਹਾਂਜੀ, ਬਰਮਿੰਘਮ ਤੋਂ ਬੋਲਦਾ। ਭਾਜੀ ਸਵਾਗਤ ਕਰਦੇ ਹਾਂ, ਡਾਕਟਰ ਸਾਹਿਬ ਸੁਣ ਰਹੇ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਬੋਲੋ। ਹੈਲੋ। ਹਾਂਜੀ ਆਵਾਜ਼ ਆ ਰਹੀ ਤੁਹਾਡੀ। ਮੈਂ ਆਪਣੇ ਅਵਤਾਰ ਸਿੰਘ ਹਾਂ। ਤੇ ਮੈਨੂੰ ਹੈਗਾ ਪਾਕਿਸਤਾਨ। ਮੈਂ ਪਹਿਲਾਂ ਵੀ ਕੀਤਾ ਸੀ ਫੋਨ 2 ਵੀਕ ਪਹਿਲਾਂ। ਅਜਿੰਕੇ ਦੇ ਨਾਮ ਸੇ। ਤੁਹਾਡੀ ਆਵਾਜ਼ ਕਲੀਅਰ ਨਹੀਂ ਹਾਲੇ, ਮੈਨੂੰ ਲੱਗਦਾ ਤੁਹਾਨੂੰ ਪਤਾ ਲੱਗਿਆ ਕੀ ਤਕਲੀਫ ਹੈ ਉਹਨਾਂ ਨੂੰ? ਪਾਰਕਿੰਸਨਸ ਡਿਜ਼ੀਜ਼। ਅੱਛਾ, ਹਾਂ ਠੀਕ ਹੈ, ਹਾਂਜੀ। ਹਾਂ ਭਾਜੀ, ਥੈਂਕ ਯੂ। ਮੈਂ ਡਾਕਟਰ ਜੀ ਤੁਹਾਨੂੰ ਜੋ ਆਪਣਾ ਪ੍ਰੋਗਰਾਮ ਦੇਖਦੇ ਰਹੋ, ਮੈਨੂੰ ਯਾਦ ਆ ਗਿਆ ਡਾਕਟਰ ਜੀ ਥੋੜੀ ਬਹੁਤੀ ਗੱਲ ਕਰਨਗੇ, ਫਿਰ ਤੁਹਾਨੂੰ ਬਾਅਦ ਚ ਵੀ ਕਾਲ ਕਰਕੇ ਗੱਲ ਕਰ ਸਕਦੇ ਹੋ। ਹਾਂਜੀ ਭਾਜੀ। ਹਾਂਜੀ, ਸੋ ਭਾਜੀ ਪਾਰਕਿੰਸਨਸ ਡਿਜ਼ੀਜ਼ ਇੱਕ ਸੀਰੀਅਸ ਬਿਮਾਰੀ ਆ, ਜਿੱਥੇ ਬ੍ਰੇਨ ਵਿੱਚ ਕੁਝ ਇੱਕ ਪਾਰਟ ਆ ਜਿੱਥੇ ਉਹ ਸੈੱਲ ਜਿਹੜੇ ਉਹ ਡੀਜੈਨਰੇਟ ਹੋਣ ਲੱਗ ਪੈਂਦੇ ਆ, ਤੇ ਉਹ ਡੀਜੈਨਰੇਟ ਹੋਣ ਦੇ ਨਾਲ ਤੇ ਤੁਹਾਡੇ ਜਿਹੜੇ ਹੱਥ ਆ ਜਾਂ ਬਾਹਾਂ ਆ ਉਹ ਕੰਬਣ ਲੱਗ ਪੈਂਦੀਆਂ ਇੱਦਾਂ, ਕਿਉਂਕਿ ਉਹ ਪੂਰਾ ਸਿਗਨਲ ਪਹੁੰਚਦਾ ਨਹੀਂ ਹੈਗਾ ਜਿਹੜਾ ਚਾਹੀਦਾ ਪਹੁੰਚਣਾ। ਤੇ ਇਹਦੇ ਨਾਲ ਬਹੁਤ ਸੀਰੀਅਸ ਪ੍ਰੋਬਲਮ ਆ ਇਹ। ਤੇ ਇਹਦਾ ਹੁਣ ਕੋਈ ਖਾਸ ਐਲੋਪੈਥਿਕ ਵਿੱਚ ਇਲਾਜ ਨਹੀਂ ਹੈਗਾ। ਅੱਛਾ। ਹਾਂਜੀ, ਪਰ ਅਸੀਂ ਕਈ ਕੇਸ ਦੇਖੇ ਆ ਜਿੱਥੇ ਉਹਨਾਂ ਦਾ ਮਾਈਲਡ ਪਾਰਕਿੰਸਨਸ ਹੁੰਦਾ ਹੈ, ਤੇ ਉਹਨਾਂ ਦੇ ਜਿਹੜੇ ਹੱਥ ਕੰਬਣੇ ਆ, ਅਸੀਂ ਉਹਨਾਂ ਲਈ ਦਵਾਈ ਦਿੰਦੇ ਆ, ਤੇ ਉਹ ਥੋੜੇ ਜਿਹਾ ਠੀਕ ਹੋ ਜਾਂਦੇ। ਅੱਛਾ, ਥੋੜਾ ਫਰਕ ਪੈ ਜਾਂਦਾ ਜੇ ਮਾਈਲਡ ਹੋਵੇ। ਹਾਂ, ਮਾਈਲਡ ਹੋਵੇ। ਜਦੋਂ ਸੀਰੀਅਸ ਹੋਵੇ ਫਿਰ ਉਹ ਸਾਰੇ ਬ੍ਰੇਨ ਦੇ ਸੈੱਲ ਮਰ ਚੁੱਕੇ ਹੁੰਦੇ ਆ, ਤੇ ਹੋਰ ਬਾਕੀ ਬੋਡੀ ਤੇ ਬਹੁਤ ਅਸਰ ਹੁੰਦਾ ਬਿਮਾਰੀ ਦਾ, ਜਾਣੀ ਕਿ ਕੌਨਸਟੀਪੇਸ਼ਨ ਪੈ ਜਾਂਦੀ ਆ, ਤੇ ਜਵਾਨ ਵੀ ਥਥਲੀ ਹੋ ਜਾਂਦੀ ਆ, ਤੇ ਉਹ ਫਿਰ ਜਦੋਂ ਕੇਸ ਲੰਘ ਜਾਂਦਾ ਫਿਰ ਉਹਨੂੰ ਰਿਵਰਸ ਕਰਨਾ ਔਖਾ ਹੋ ਜਾਂਦਾ। ਭਾਜੀ ਇਹ ਕਾਜ਼ ਕਿੱਥੋਂ ਤੁਸੀਂ ਕਾਹਦੇ ਕਰਕੇ ਹੁੰਦੀ ਜਾਂਦੀ? ਇਜ਼ ਇਟ ਅਗੇਨ ਬਾਈ ਦਾ ਬਲੱਡ ਕਰਕੇ? ਇਹਦਾ ਐਗਜ਼ੈਕਟ ਕਾਜ਼ ਕਿਸੇ ਨੂੰ ਪਤਾ ਨਹੀਂਗਾ ਭਾਜੀ, ਨਾ ਐਲੋਪੈਥੀ ਵਿੱਚ ਪਤਾ, ਨਾ ਕਿਸੇ ਹੋਰ ਸਿਸਟਮ ਵਿੱਚ ਪਤਾ ਆ। ਪਰ ਇਹੀ ਆਪਾਂ ਕਹਿ ਸਕਦੇ ਵੀ ਉਸ ਏਰੀਆ ਦੇ ਬ੍ਰੇਨ ਨੂੰ ਜਾਂ ਐਨਰਜੀ ਨਹੀਂ ਪੂਰੀ ਮਿਲ ਰਹੀ, ਜਾਂ ਕੋਈ ਖੂਨ ਨਹੀਂ ਪੂਰਾ ਪਹੁੰਚ ਰਿਹਾ ਉੱਥੇ, ਜਾਂ ਆਕਸੀਜਨ ਨਹੀਂ ਪਹੁੰਚਦੀ, ਤੇ ਉਹ ਲੈਕ ਆਫ ਨਿਊਟ੍ਰੀਐਂਟਸ ਦੇ ਨਾਲ ਉਹ ਡੀਜੈਨਰੇਟ ਹੋ ਜਾਂਦਾ ਏਰੀਆ। ਸੋ ਜੇ ਮਾਈਲਡ ਹੋਵੇ ਤੇ ਥੋੜਾ ਬਹੁਤਾ ਹੋਮਿਓਪੈਥੀ ਦਾ ਇਲਾਜ ਹੈ, ਚਾਂਸ ਹੈਗਾ ਆ। ਚਲੋ, ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਗਾ। ਜਿੱਦਾਂ ਮੈਂ ਕਿਹਾ ਤੁਹਾਨੂੰ ਬਾਅਦ ਚ ਡਾਕਟਰ ਜੀ ਕਾਲ ਕਰਨਗੇ। ਜਿੱਦਾਂ ਮੈਂ ਸਟਾਰਟ ਵਿੱਚ ਕਹਿ ਕੇ ਹਟਿਆ, ਹਾਲੇ ਟਾਈਮ ਨਹੀਂ ਪਤਾ, ਵੀਕ, 1.5 ਵੀਕ, 2 ਵੀਕ ਲੱਗਣਗੇ, ਔਰ ਕਾਲ ਕਰਨਗੇ, ਜ਼ਰੂਰ ਕਰਨਗੇ। ਪਲੀਜ਼ ਥੋੜਾ ਵੇਟ ਕਰੋ ਉਹਨਾਂ ਦਾ, ਕਿਉਂਕਿ ਬਹੁਤ ਜ਼ਿਆਦਾ ਲੋਕੀ ਜੁੜ ਗਏ ਨੇ ਡਾਕਟਰ ਦੇ ਸਾਹਮਣੇ। ਪਤਾ ਲੱਗਦਾ ਕਿ ਦੁਨੀਆ ਕਾਫੀ ਬਿਮਾਰ ਹੈ। ਡਾਕਟਰ ਸਾਹਿਬ ਆਪ ਇੱਕ ਹੋਰ ਕਾਲ ਲੈ ਲੈਣੇ ਪਹਿਲੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਜੀ ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਅਸੀਂ
ਬਟਾਲਾ ਤੋਂ ਬੋਲਦੇ ਆ। ਸਵਾਗਤ ਕਰਦੇ ਹਾਂ ਆਪਣਾ। ਕੀ ਪੁੱਛਣਾ ਚਾਹੁੰਦੇ? ਡਾਕਟਰ ਸਾਹਿਬ ਸੁਣ ਰਹੇ ਨੇ। ਹਾਂਜੀ, ਮੈਂ ਪੁੱਛਣਾ ਚਾਹੁੰਦੀ, ਮੇਰੇ ਹੱਥ ਦਾ ਨਾ ਅੰਗੂਠਾ ਅੱਗੇ ਵੀ ਕਾਲਾ ਹੋਇਆ ਸੀ ਤੇ ਫਿਰ ਹਟ ਗਿਆ ਸੀ, ਫਿਰ ਦੁਬਾਰਾ ਫੇਰ ਹੋ ਗਿਆ। ਹਾਂਜੀ, ਨੌ ਕਾਲਾ ਹੋਇਆ ਜਾਂ ਕਿ ਸਾਰਾ ਅੰਗੂਠਾ ਕਾਲਾ ਹੋਇਆ? ਨੌ ਕਾਲਾ ਹੋਇਆ ਆ। ਹਾਂਜੀ ਹਾਂਜੀ, ਓਕੇ। ਤੇ ਇਹ ਭੁਰਮਾ ਵੀ ਹੋਇਆ ਨੌ? ਹਾਂਜੀ, ਭੁਰਦਾ ਵੀ ਆ? ਨਹੀਂ, ਭੁਰਦਾ ਨਹੀਂਗਾ। ਹਾਂਜੀ, ਇੱਕ ਭੈਣ ਜੀ ਇੱਕ ਸੀਰੀਅਸ ਬਿਮਾਰੀ ਹੋ ਸਕਦੀ ਹੈ ਇਹ, ਤੁਸੀਂ ਜ਼ਰੂਰ ਇਹਦਾ ਚੈੱਕਅਪ ਕਰਾਓ। ਮੈਂ ਚੈੱਕਅਪ ਕਰਾਇਆ ਸੀ, ਉਹ ਡਾਕਟਰ ਨੇ ਉਹ ਐਂਟੀਬਾਇਓਟਿਕ ਕਰੀਮ ਦਿੱਤੀ ਸੀ ਤੇ ਉਹਨਾਂ ਹਟ ਗਿਆ ਸੀ, ਫਿਰ ਦੁਬਾਰਾ ਫੇਰ ਹੋ ਗਿਆ। ਨਹੀਂ, ਫਿਰ ਐਂਟੀਬਾਇਓਟਿਕ ਕਰੀਮ ਦੇ ਨਾਲ ਜੇ ਹਟ ਗਿਆ ਫਿਰ ਇਹਦਾ ਮਤਲਬ ਇਨਫੈਕਸ਼ਨ ਹੈ ਇਹਦੇ ਵਿੱਚ, ਤੇ ਤੁਸੀਂ ਦੁਬਾਰਾ ਜਾਓ ਜੀਪੀ ਦੇ, ਉਹ ਫਿਰ ਤੁਹਾਨੂੰ ਟੈਬਲੇਟਸ ਦੇਣਗੇ ਜੇ ਕਰੀਮ ਦੇ ਨਾਲ ਪੂਰਾ ਨਹੀਂ ਹਟਿਆ। ਹਾਂ, ਟੈਬਲੇਟ ਦਿੰਦਾ ਨਹੀਂ, ਉਹ ਕਹਿੰਦਾ ਐਂਟੀਬਾਇਓਟਿਕ ਟੂ ਸਟਰੋਂਗ ਆ ਤੇਰੇ ਲਈ। ਅੱਛਾ ਜੀ। ਚਲੋ ਫਿਰ ਤੁਹਾਨੂੰ ਅਸੀਂ ਕਾਲ ਕਰਾਂਗੇ, ਤੁਹਾਡੀ ਕੋਈ ਸੁਜੈਸਟਨ ਭਾਜੀ ਮੈਂ ਲਾਸਟ ਵੀਕ ਵੀ ਕੀਤਾ ਸੀ ਫੋਨ। ਮੈਂ ਜੀ ਹਾਂਜੀ ਭੈਣ ਜੀ, ਇਹ ਗੱਲ ਇਦਾਂ ਵੀ ਕਾਲ ਬਹੁਤ ਆਏ। ਹਾਂਜੀ, ਤੇ ਅਸੀਂ ਹਲੇ ਸਾਰਿਆਂ ਨੂੰ ਫੋਨ ਕਰ ਨਹੀਂ ਸਕੇ, ਇਹਦੇ ਲਈ ਮਾਫੀ ਚਾਹੁੰਦੇ ਹਾਂ, ਪਰ ਕਾਲ ਬਹੁਤ ਜ਼ਿਆਦਾ ਹੀ ਆ ਤੇ ਡਾਕਟਰ ਦੇਖ ਲਓ ਇੱਕ ਆ, ਕਾਲ ਕਰਨ ਵਾਲੇ ਬਹੁਤ ਜ਼ਿਆਦਾ। ਡਾਕਟਰ ਸਾਹਿਬ ਜੀ, ਕਹਿਣ ਤੋਂ ਪਹਿਲਾਂ ਮੈਂ ਸ਼ੁਰੂਆਤ ਵਿੱਚ ਕਹਿ ਚੁੱਕਾ, ਪਲੀਜ਼ ਮਾਫੀ ਚਾਹਾਂਗੇ। ਤੁਸੀਂ ਇਹ ਨਾ ਸੋਚੋ ਕਿ ਡਾਕਟਰ ਜੀ ਕਾਲ ਨਹੀਂ ਕਰਦੇ, ਲੇਕਿਨ ਬੇਸ਼ੁਮਾਰ ਕਾਲ ਨੇ ਓਨੈਸਟਲੀ, ਬਿਕੋਜ਼ ਜਦੋਂ ਡਾਕਟਰ ਜੀ ਆਏ ਸੀ ਐਕਸਪੈਕਟ ਨਹੀਂ ਸੀ ਕਰਦੇ ਕਿ ਇੰਨੀ ਸੰਗਤ ਜੁੜੇਗੀ, ਇੰਨੇ ਲੋਕ ਬਿਮਾਰ ਹੈਗੇ ਨੇ, ਲੇਕਿਨ ਐਕਸਟ੍ਰੀਮਲੀ ਬਿਜ਼ੀ ਹੋ ਗਏ ਨੇ। ਪਲੀਜ਼ ਥੋੜੀ ਜਿਹੀ ਪੇਸ਼ੈਂਸ ਰੱਖੋ, ਡਾਕਟਰ ਜੀ ਪੱਕਾ 100% ਤੁਹਾਨੂੰ ਕਾਲ ਕਰਨਗੇ। ਕਿਸੇ ਦਾ ਵੀ ਜਿਹੜਾ ਫੋਨ ਕਰਦੇ ਕਦੇ ਕਾਲ ਇਗਨੋਰ ਨਹੀਂ ਹੋਏਗਾ, ਇਹ ਤੁਹਾਨੂੰ ਵਾਅਦਾ ਦਿੰਦਾ ਡਾਕਟਰ ਜੀ। ਤੇ ਥੋੜੀ ਟਾਈਮ ਨਹੀਂ ਤੁਹਾਨੂੰ ਦੇ ਸਕਦੇ, ਥੋੜਾ ਇੰਤਜ਼ਾਰ ਕਰੋ। ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ ਤੁਸੀਂ ਕਾਲ ਕਰਨ ਦਾ। ਤੇ ਜੀ ਡਾਕਟਰ ਸਾਹਿਬ। ਹਾਂਜੀ ਭਾਜੀ, ਸੋ ਜੇ ਤੁਸੀਂ ਸੋਚੋ ਤਾਂ ਵੀ ਕਾਲ ਇੰਨੇ ਹੈਗੇ, ਸਿਰਫ 10-10 ਮਿੰਟ ਵੀ ਜੇ ਤੁਸੀਂ ਇੱਕ ਬੰਦੇ ਨਾਲ ਲਾਓ ਹਨਾ, ਤਾਂ ਉਹਦੇ ਕਿੰਨੇ ਘੰਟੇ ਬਣ ਜਾਂਦੇ ਆ। ਬਿਲਕੁਲ ਬਿਲਕੁਲ। ਤੇ ਹੁਣ ਕਈ ਵਾਰੀ ਇੰਨਾ ਟਾਈਮ ਨਹੀਂ ਹੁੰਦਾ, ਕਿਉਂਕਿ ਜਿਹੜੇ ਮਰੀਜ਼ ਸਾਡੇ ਕੋਲ ਆਉਂਦੇ ਆ ਉਹਨਾਂ ਲਈ ਵੀ ਟਾਈਮ ਦੇਣਾ ਪੈਂਦਾ। ਪਹਿਲੇ ਤੇ ਵੀ ਕਸਟਮਰ ਹੈਗੇ ਨੇ, ਨਵੇਂ ਹੋਰ ਜੁੜਦੇ ਨੇ, ਫਿਰ ਹੁਣ ਬਾਹਰੋਂ ਜੁੜਦੇ ਨੇ, ਥੋੜੇ ਅਮਰੀਕਾ ਹੋਏ, ਇੰਡੀਆ ਹੋਏ ਕਿਤੇ। ਹੁਣ ਜਿਹੜੇ ਦੂਰ ਆ ਸਾਤੋਂ ਰਹਿੰਦੇ, ਉਹਨਾਂ ਲਈ ਦਵਾਈਆਂ ਤਿਆਰ ਵੀ ਕਰਨੀਆਂ ਪੈਂਦੀਆਂ, ਤਿਆਰ ਕਰਕੇ ਪੈਕ ਕਰਕੇ ਪੋਸਟ ਵੀ ਕਰਨੀਆਂ ਪੈਂਦੀਆਂ। ਸੋ ਬਹੁਤ ਹੀ ਟਾਈਮ ਲੱਗ ਜਾਂਦਾ ਹੈ। ਸੋ ਇੰਨਾ ਈਜ਼ੀ ਨਹੀਂ ਹੈਗਾ ਜਿੰਨਾ ਲੋਕੀ ਸੋਚਦੇ ਆ। ਡਾਕਟਰ ਜੀ ਕਿਸੇ ਹੋਰ ਨੂੰ ਨਾਲ ਬਿਠਾਓ ਨਾ, ਟ੍ਰੇਨ ਕਰੋ ਕਿਸੇ ਨੂੰ, ਮੇਰੇ ਵਰਗੇ ਨੂੰ। ਕੋਈ ਨਹੀਂ, ਜਿਹੜਾ ਟ੍ਰੇਨਿੰਗ ਲੈਣਾ ਚਾਹੁੰਦਾ ਆ ਜਾਵੇ। ਆਪਣੇ ਸੋਇਲੀ ਚ ਪਤਾ ਕੀ ਕਹਿੰਦੇ? ਕਰਾਨੀ ਕਹਿੰਦੇ ਨੇ। ਕਰਾਨੀ ਬਣਾ ਲਓ ਮੈਨੂੰ। ਅੱਛਾ। ਕਰਾਨੀ ਹੁੰਦਾ ਮੁੰਸ਼ੀ। ਅੱਛਾ। ਜਿਹੜਾ ਕੋਲ ਬੈਠ ਕੇ ਨਾ ਕੰਪਾਊਂਡਰ ਕੋ ਉਦਾਂ ਦਾ ਬਣਾ ਲਓ, ਕੋਈ ਥੋੜਾ ਕੰਮ। ਟ੍ਰੇਨਿੰਗ ਲੈਣਾ ਚਾਹੁੰਦਾ ਤਾਂ ਆ ਜਾਵੇ ਜ਼ਰੂਰ, ਕੋਈ ਪ੍ਰੋਬਲਮ ਨਹੀਂ। ਹਾਂਜੀ ਡਾਕਟਰ ਸਾਹਿਬ, ਅਸੀਂ ਗੱਲ ਕਰ ਰਹੇ ਸੀ ਉਹਦੀ। ਸੋ ਆਪਾਂ ਗੱਲ ਕਰ ਰਹੇ ਸੀ ਐਕਨੀ ਦੀ ਟ੍ਰੀਟਮੈਂਟ ਬਾਰੇ। ਤੇ ਕਈ ਏਦਾਂ ਬੱਚੀਆਂ ਹੈਅਰ ਬੈਂਡ ਬੰਨ੍ਹਦੀਆਂ ਹਨਾ, ਤੇ ਉਹ ਮੱਥੇ ਤੇ ਹੈਅਰ ਬੈਂਡ ਜਿੱਥੇ ਰਹਿੰਦਾ ਹੈ ਨਾ, ਉੱਥੇ ਵੀ ਉਹਨਾਂ ਦੀ ਫਿੰਸੀਆਂ ਕਈ ਵਾਰੀ ਹੋ ਜਾਂਦੀਆਂ। ਸੋ ਇਹ ਵੀ ਕੇਅਰਫੁਲ ਹੋਣਾ ਪੈਂਦਾ ਹੈ। ਰੀਅਲੀ? ਹਾਂ, ਦੈਟਸ ਰਾਈਟ। ਤੇ ਉਹਦੀ ਕੀ ਵਜ੍ਹਾ? ਬਸ ਉਹ ਉੱਥੇ ਇਰੀਟੇਸ਼ਨ ਹੁੰਦਾ ਰਹਿੰਦਾ ਨਾ, ਇਰੀਟੇਸ਼ਨ ਹੋਣ ਦੇ ਨਾਲ ਤੇ ਉਹ ਫਿਰ ਆਇਲ ਗਲੈਂਡਸ ਜਿਹੜੇ ਜ਼ਿਆਦਾ ਐਕਟਿਵ ਹੋ ਜਾਂਦੇ ਆ। ਨਹੀਂ, ਇਹ ਵੀ ਕਾਜ਼ ਹੈਗਾ। ਤੇ ਬਾਕੀ ਜਿਹੜੇ ਲੋਕੀ ਟੈਬਲੇਟਸ ਤੇ ਲੱਗੇ ਸਟੈਰੋਇਡਸ ਖਾਂਦੇ ਆ, ਉਹਨਾਂ ਦੇ ਵੀ ਪ੍ਰੋਬਲਮ ਐਕਨੀ ਦਾ ਹੋ ਸਕਦਾ ਹੈ, ਸਾਈਡ ਇਫੈਕਟ ਹੁੰਦੀ ਉਹਨਾਂ ਦੀ। ਤੇ ਡਾਕਟਰ ਉਹ ਇੱਕ ਬੜੀ ਸਟਰੋਂਗ ਦਵਾਈ ਦਿੰਦੇ ਆ, ਉਹ ਐਂਟੀ ਹਾਰਮੋਨ ਆ, ਉਹ ਕੋਸਿਪਰਿੰਡਾਇਲ ਉਹਨੂੰ ਕਹਿੰਦੇ ਆ। ਤੇ ਪਰ ਉਹਦੇ ਸਾਈਡ ਇਫੈਕਟ ਇੰਨੇ ਭੈੜੇ ਆ ਹਨਾ, ਉਹਦੇ ਨਾਲ ਕੈਂਸਰ ਦਾ ਰਿਸਕ ਵੀ ਹੋ ਸਕਦਾ ਹੈ। ਹਾਂਜੀ। ਸੋ ਤੇ ਇੱਕ ਹੋਰ ਪ੍ਰੋਬਲਮ ਹੈ ਭਾਜੀ, ਜਦੋਂ ਉਹ ਐਕਨੀ ਹਟਦੀ ਤਾਂ ਹੈ ਨਹੀਂ ਐਲੋਪੈਥਿਕ ਦਵਾਈਆਂ ਨਾਲ। ਹਾਂਜੀ, ਐਂਟੀਬਾਇਓਟਿਕ ਤੁਸੀਂ ਕਿੰਨਾ ਕੁ ਚਿਰ ਖਾਈ ਜਾਓਗੇ ਹਨਾ, ਤੇ ਫਿਰ ਉਹ ਐਂਡ ਤੇ ਆ ਕੇ ਕੀ ਕਰਦੇ, ਉਹ ਬੱਚੀਆਂ ਨੂੰ ਜਿਹੜੀ ਕੰਟਰਾਸੈਪਟਿਵ ਪਿਲ ਹੁੰਦੀ ਆ ਉਹ ਤੇ ਲਾਉਂਦੇ ਆ। ਰੀਅਲੀ? ਹਾਂਜੀ, ਉਹ ਐਕਨੀ ਵਾਸਤੇ ਫਿਰ ਉਹ ਦਿੰਦੇ ਆ ਉਹਨਾਂ ਨੂੰ। ਤੇ ਉਹ ਹੈਲਪ ਕਰਦੀ ਹੈ? ਉਹ ਕੰਟਰੋਲ ਕਰਦੀ ਹੈ, ਕਰਕੇ ਉਹ ਜਿਹੜਾ ਉਹਨਾਂ ਦਾ ਮੰਥਲੀ ਸਾਈਕਲ ਹੁੰਦਾ ਨਾ, ਉਹ ਰੈਗੂਲਰ ਹੋਣ ਲੱਗ ਪੈਂਦਾ ਹੈ। ਤੇ ਉਹਦੇ ਨਾਲ ਉਹਦੀ ਹੈਲਪ ਤਾਂ ਕਰਦੀ ਆ, ਪਰ ਤੁਸੀਂ ਆਪੇ ਦੇਖ ਲਓ ਵੀ ਕੁਆਰੀ ਲੜਕੀ ਨੂੰ ਕੰਟਰਾਸੈਪਟਿਵ ਪਿਲ ਦੇਣੀ ਚਾਹੀਦੀ ਆ? ਬਿਲਕੁਲ ਬਿਲਕੁਲ। ਬਹੁਤ ਬੇਇਨਸਾਫੀ ਹੈ ਤੇ ਇਹ ਲਾਸਟ ਰਿਜ਼ੋਰਟ ਉਹਨਾਂ ਦਾ ਹੁੰਦਾ, ਇਹ ਦੇ ਦਿੰਦੇ ਆ। ਤੇ ਬਾਕੀ ਹੋਰ ਸਰਜੀਕਲ ਪ੍ਰੋਸੀਜਰ ਵੀ ਕਈ ਦੱਸਦੇ ਆ, ਡਰਮਾਬ੍ਰੇਸ਼ਨ, ਉਹ ਜਿੱਥੇ ਸਕਿਨ ਨੂੰ ਪੀਲ ਕਰ ਦਿੰਦੇ ਆ, ਫਿਰ ਉੱਤੇ ਲੇਜ਼ਰ ਕਰਦੇ, ਇੱਦਾਂ ਕਈ ਕੁਛ ਹੈਗੇ ਆ। ਤੇ ਪਰ ਅਸੀਂ ਤਾਂ ਹੋਮਿਓਪੈਥਿਕ ਦਵਾਈਆਂ ਨਾਲ ਹੀ ਠੀਕ ਕਰੀਦਾ। ਤੇ ਕਈ ਕੇਸ ਇੱਦਾਂ ਠੀਕ ਕੀਤੇ ਆ। ਤੇ ਅਸੀਂ ਕਈ ਵਾਰੀ ਇੱਦਾਂ ਵੀ ਦੇਖਿਆ ਭਾਜੀ ਪਈ ਕੇਸ ਉਹ ਠੀਕ ਹੋ ਜਾਂਦੇ ਸੀ ਤੇ ਫਿਰ ਰੀਲੈਪਸ ਹੋ ਜਾਣੇ। ਤੇ ਫਿਰ ਅਸੀਂ ਉਹ ਤੇ ਰਿਸਰਚ ਕੀਤੀ ਪਈ ਇਹ ਰੀਲੈਪਸ ਕਿਉਂ ਹੋ ਜਾਂਦੇ ਆ। ਤੇ ਅਸੀਂ ਫਿਰ ਥੋੜੀ ਜਿਹੀ ਰਿਸਰਚ ਵਿੱਚ ਇਹ ਲੱਭਿਆ ਵੀ ਇੱਕ ਸਿਸਟਮ ਹੈਗਾ ਬਾਡੀ ਵਿੱਚ, ਤੇ ਉਹਨੂੰ ਲਿੰਫੈਟਿਕ ਸਿਸਟਮ ਕਹਿੰਦੇ ਆ। ਅੱਛਾ। ਹਾਂ, ਜਿੱਦਾਂ ਭਾਜੀ ਖੂਨ ਦੀਆਂ ਨਾੜੀਆਂ ਚੱਲਦੀਆਂ ਹਨਾ, ਤੇ ਉਸੇ ਤਰ੍ਹਾਂ ਇੱਕ ਲਿੰਫ ਸਿਸਟਮ ਆ, ਉਹ ਵੀ ਲਿੰਫ ਦੀਆਂ ਨਾੜੀਆਂ ਹੁੰਦੀਆਂ। ਹਾਂਜੀ, ਤੇ ਖੂਨ ਦਾ ਦੇਖੋ ਹਾਰਟ ਤੁਹਾਡਾ ਪੰਪ ਕਰਦਾ ਨਾ, ਤੇ ਉਹ ਪੰਪ 20 ਲੀਟਰ ਖੂਨ ਦੇ ਰੋਜ਼
ਘੁਮਾਉਂਦਾ ਹੈ ਬੋਡੀ ਵਿੱਚ ਤੇ ਉਹ ਪੰਪ ਕਰਦਾ ਹੈਗਾ ਆਰਟਰੀਜ਼ ਵਿੱਚ ਜਿਹੜੀਆਂ ਲਾਲ ਖੂਨ ਦੀਆਂ ਨਾੜੀਆਂ ਹੁੰਦੀਆਂ ਤੇ ਉਹ ਫਿਰ ਜਿਹੜੀ ਸਾਰੇ ਬੋਡੀ ਦੇ ਸੈੱਲ ਆ ਬਰੀਕ ਬਰੀਕ ਖੂਨ ਦੀਆਂ ਨਾੜੀਆਂ ਉੱਥੇ ਨਿਊਟ੍ਰੀਸ਼ਨ ਪਹੁੰਚਾਉਂਦੀਆਂ ਸਾਰੀਆਂ ਹਾਂਜੀ ਜਿਹੜੀ ਵਿਟਾਮਿਨਸ ਮਿਨਰਲਸ ਤੇ ਕੈਲੋਰੀਜ਼ ਤੇ ਉਹ ਉੱਥੇ ਪਹੁੰਚਾਉਣੀ ਆਕਸੀਜਨ ਤੇ ਫਿਰ ਉਹਨਾਂ ਦਾ ਹਰੇਕ ਸੈੱਲ ਦਾ ਕੋਈ ਨਾ ਕੋਈ ਫਿਰ ਵੇਸਟ ਪ੍ਰੋਡਕਟ ਹੁੰਦਾ ਹਾਂਜੀ ਤੇ ਵੇਸਟ ਪ੍ਰੋਡਕਟ ਜਿਹੜਾ ਆ ਉਹ ਫਿਰ ਜਿਹੜਾ ਲਿੰਫ ਸਿਸਟਮ ਹੈ ਉਹ ਚੁੱਕਦਾ ਤੇ ਲਿੰਫ ਸਿਸਟਮ ਉਹਨੂੰ ਫਿਰ ਕੈਰੀ ਔਨ ਕਰਕੇ ਉਹਦੀ ਸਫਾਈ ਕਰਕੇ ਥੋੜਾ ਬਹੁਤਾ ਤੇ ਮੁੜ ਕੇ ਖੂਨ ਵਿੱਚ ਪਹੁੰਚਾਉਂਦਾ ਹੈ ਤੇ ਫਿਰ ਉਹ ਕਿਡਨੀਜ਼ ਤੇ ਲਿਵਰ ਉਹਨੂੰ ਫਿਰ ਬਾਹਰ ਐਕਸਪੈਲ ਕਰਦਾ ਹੈ ਤੇ ਜਿਹੜਾ ਲਿੰਫ ਸਿਸਟਮ ਬਹੁਤ ਹੀ ਇੰਪੋਰਟੈਂਟ ਆ ਪਰ ਇਹ ਟੈਕਸਟ ਬੁੱਕ ਵਿੱਚ ਵੀ ਇਹਦਾ ਬਹੁਤ ਘੱਟ ਲਿਖਿਆ ਹੈ ਭਾਜੀ ਬਹੁਤ ਘੱਟ ਜਾਣਕਾਰੀ ਹੈ ਲਿੰਫ ਸਿਸਟਮ ਬਾਰੇ ਤੇ ਇਹਦੇ ਵਿੱਚ ਲਿੰਫੋਸਾਈਟਸ ਜਿਹੜੇ ਹੁੰਦੇ ਵਾਈਟ ਬਲੱਡ ਸੈਲਸ ਜਿਹੜੇ ਇਨਫੈਕਸ਼ਨ ਨੂੰ ਫਾਈਟ ਕਰਦੇ ਆ ਉਹ ਵੀ ਇਹਦੇ ਵਿੱਚ ਹੀ ਹੁੰਦੇ ਆ ਭਾਜੀ ਸੋ ਤੁਹਾਨੂੰ ਕਦੇ ਪਹਿਲਾਂ ਇਨਫੈਕਸ਼ਨ ਹੁੰਦਾ ਨਾ ਤੇ ਤੁਹਾਨੂੰ ਪਤਾ ਹੈ ਇੱਥੇ ਗਲੇ ਵਿੱਚ ਟੌਨਸਿਲਸ ਹੁੰਦੇ ਐਡਨੋਇਡਸ ਗਲੈਂਡਸ ਹੁੰਦੇ ਆ ਤੇ ਇਹ ਇੱਥੇ ਨੈਕ ਵਿੱਚ ਵੀ ਗਲੈਂਡਸ ਹੁੰਦੇ ਹਨ ਤੇ ਇਹ ਲਿੰਫ ਗਲੈਂਡਸ ਹੁੰਦੇ ਐਕਚੁਅਲੀ ਤੇ ਇਸ ਲਾਈਕ ਫਰਸਟ ਲਾਈਨ ਆਫ ਡਿਫੈਂਸ ਹੁੰਦਾ ਬੋਡੀ ਲਈ ਹਾਂਜੀ ਤੇ ਕਈ ਬੱਚਿਆਂ ਦੇ ਉਹ ਕੱਢ ਦਿੰਦੇ ਟੌਨਸਿਲਸ ਜਾਂ ਐਡਨੋਇਡਸ ਤੇ ਉਹ ਫਿਰ ਉਹਨਾਂ ਦਾ ਫਰਸਟ ਲਾਈਨ ਆਫ ਡਿਫੈਂਸ ਜਾਂਦਾ ਲੱਗਦਾ ਤੇ ਉਹਨਾਂ ਨੂੰ ਫਿਰ ਬਹੁਤ ਈਜ਼ੀ ਇਨਫੈਕਸ਼ਨ ਹੋ ਜਾਂਦਾ ਚੈਸਟ ਇਨਫੈਕਸ਼ਨ ਵਗੈਰਾ ਤੇ ਉਹ ਕੇਅਰਫੁਲ ਹੋਣਾ ਪੈਂਦਾ ਤੇ ਇਹ ਆਪਾਂ ਥੋੜੇ 4-5 ਮਿੰਟ ਰਹਿੰਦੇ ਬ੍ਰੇਕ ਦੇ ਵਿੱਚ ਇੱਕ ਕਾਲ ਲੈ ਲੈਣੇ ਫਿਰ ਗੱਲ ਕਰ ਜਾ ਰਹੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਜੀ ਮੈਂ ਅਜੀਤ ਸਿੰਘ ਬੋਲਦਾ ਵੋਲਸੌਲ ਤੋਂ ਭਾਜੀ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਨੂੰ ਤੁਹਾਡੀ ਆਵਾਜ਼ ਆ ਰਹੀ ਹੈ ਕੀ ਪੁੱਛਣਾ ਚਾਹੁੰਦੇ ਹੋ ਮੈਂ ਪੁੱਛਿਆ ਮੈਂ ਕਬਜ਼ ਜ਼ਿਆਦਾ ਰਹਿੰਦੀ ਆ ਹਾਂਜੀ ਭਾਈ ਅੱਛਾ ਕਬਜ਼ ਲਈ ਪਹਿਲਾਂ ਤਾਂ ਗੱਲ ਤੁਸੀਂ ਪਾਣੀ ਜ਼ਿਆਦਾ ਪੀਂਦੇ ਕਿ ਨਹੀਂ ਜੀ ਪਾਣੀ ਪੀਣਾ ਸਵੇਰੇ ਤਾਂ ਉੱਠ ਕੇ ਮੈਂ ਤਕਰੀਬਨ 1 ਗਲਾਸ ਤਾਂ ਪੀਣਾ ਹੈਗਾ ਲੇਕਿਨ ਕਈ ਦਿਨ ਵਿੱਚ ਨਹੀਂ ਵੀ ਪੀ ਹੁੰਦਾ ਹੈਗਾ ਲੇਕਿਨ ਹਾਂਜੀ ਇਹ ਪਾਣੀ ਪੀਣਾ ਜ਼ਰੂਰੀ ਹੈ 1.5 ਲੀਟਰ ਤੋਂ 2 ਲੀਟਰ ਰੋਜ਼ ਦੇ ਪੀਣੇ ਚਾਹੀਦੇ 1.5 ਲੀਟਰ ਤੋਂ 2 ਲੀਟਰ ਹਾਂਜੀ ਰੋਜ਼ ਦਾ ਹਾਂਜੀ ਤੇ ਜੇ ਤੁਸੀਂ ਚਿੱਟਾ ਆਟਾ ਖਾਂਦੇ ਆ ਤਾਂ ਤੁਸੀਂ ਹੋਲ ਮੀਲ ਚਿੱਟਾ ਲਾਓ ਜਿਹਦੇ ਵਿੱਚ ਫਾਈਬਰ ਪੂਰਾ ਹੁੰਦਾ ਹੈ ਮੈਂ ਤੁਹਾਡਾ ਆਵਾਜ਼ ਪੂਰੀ ਨਹੀਂ ਆਉਂਦੀ ਹੈਗੀ ਅੱਛਾ ਜੀ ਥੋੜਾ ਜਿਹਾ ਲਾਊਡਲੀ ਪਲੀਜ਼ ਹਾਂਜੀ ਭਾਈ ਮੈਂ ਕਹਿ ਰਿਹਾ ਵੀ ਜੇ ਤੁਸੀਂ ਚਿੱਟਾ ਆਟਾ ਖਾਂਦੇ ਆ ਤਾਂ ਤੁਸੀਂ ਹੋਲ ਮੀਲ ਚਿੱਟਾ ਲਾਓ ਹੋਲ ਮੀਲ ਆਟਾ ਲਾਓ ਜਿਹਦੇ ਵਿੱਚ ਫਾਈਬਰ ਪੂਰਾ ਹੁੰਦਾ ਆ ਠੀਕ ਹੈ ਰਿਪੀਟ ਮੇ ਤੋਂ ਗੱਲ ਹੋਇਆ ਸੀਗਾ ਹਾਂਜੀ ਭਾਜੀ ਚਿੱਟਾ ਆਟਾ ਜਿਹੜਾ ਹੈਗਾ ਹਾਂ ਭਾਜੀ ਏਦਾਂ ਕਰੋ ਤੁਸੀਂ ਟੀਵੀ ਦੇਖੋ ਅਸੀਂ ਗੱਲਬਾਤ ਕਰਦੇ ਹਾਂ ਤੁਸੀਂ ਟੀਵੀ ਤੇ ਸੁਣਿਓ ਬਾਕੀ ਟੀਵੀ ਤੋਂ ਬਾਅਦ ਵੀ ਤੁਹਾਨੂੰ ਸ਼ੋਅ ਤੋਂ ਬਾਅਦ ਕਾਲ ਕਰਾਂਗੇ ਫਿਰ ਤੁਸੀਂ ਖੁੱਲ ਕੇ ਗੱਲ ਕਰ ਰਹੇ ਹੋ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਹਾਂਜੀ ਇਹਦਾ ਦਾ ਤੁਸੀਂ ਦੱਸ ਰਹੇ ਸੀਗੇ ਸੋ ਖਾਸ ਕਰਕੇ ਬਹੁਤ ਕਨਸਟੀਪੇਸ਼ਨ ਦੇ ਸਿੰਪਲ ਆਨਸਰ ਹੁੰਦਾ ਹੈ ਇੱਕ ਤਾਂ ਇਨਫ ਪਾਣੀ ਨਹੀਂ ਪੀਂਦੇ ਲੋਕ ਹਾਂਜੀ ਤੇ ਘੱਟ ਤੋਂ ਘੱਟ 1.5 ਲੀਟਰ ਪੀਣਾ ਚਾਹੀਦਾ ਹੈ ਕਿ ਹਾਈਡਰੇਸ਼ਨ ਦੇ ਨਾਲ ਹੀ ਉਹ ਬਾਉਲਸ ਮੂਵ ਹੁੰਦੇ ਆ ਹਾਂਜੀ ਜੇ ਕਮੀ ਹੋਵੇ ਪਾਣੀ ਦੀ ਤੇ ਫਿਰ ਡਰਾਈਨੈਸ ਹੋ ਜਾਂਦੀ ਅੰਦਰ ਠੀਕ ਹੈ ਦੂਸਰੀ ਗੱਲ ਹੈਗੀ ਆ ਵੀ ਇਨਫ ਫਾਈਬਰ ਨਹੀਂ ਖਾਂਦੇ ਹੈਗੇ ਬਹੁਤ ਲੋਕੀ ਚਿੱਟਾ ਆਟਾ ਵਰਤਦੇ ਆ ਚਿੱਟੇ ਆਟੇ ਦੇ ਵਿੱਚ ਫਾਈਬਰ ਜਿਹੜਾ ਬੂਰਾ ਕੱਢਿਆ ਹੁੰਦਾ ਛਾਣ ਕੇ ਹਾਂਜੀ ਦੈਟਸ ਰਾਈਟ ਸੋ ਨੋ ਫਾਈਬਰ ਤੇ ਜਦੋਂ ਫਾਈਬਰ ਨਹੀਂ ਹੁੰਦਾ ਡਾਈਟ ਵਿੱਚ ਉਹ ਫਿਰ ਤੁਹਾਡੇ ਜਿਹੜੇ ਬਾਉਲਸ ਆ ਉਹਨੂੰ ਕੈਚ ਨਹੀਂ ਕਰ ਸਕਦੇ ਕੰਟੈਂਟਸ ਨੂੰ ਹਾਂਜੀ ਕਿਉਂਕਿ ਉਹ ਮਸਕੂਲਰ ਹੁੰਦੇ ਨਾ ਉਹਨਾਂ ਮਸਕੂਲਰ ਐਕਸ਼ਨ ਇਦਾਂ ਹੁੰਦਾ ਆ ਤੇ ਉਹ ਫਿਰ ਫਾਈਬਰ ਚਾਹੀਦਾ ਉਹਨਾਂ ਨੂੰ ਟੂ ਵਰਕ ਔਨ ਹਾਂਜੀ ਜੇ ਫਾਈਬਰ ਨਾ ਹੋਵੇ ਕਨਸਟੀਪੇਸ਼ਨ ਤੁਸੀਂ ਲਾਸਟ ਟਾਈਮ ਕਲਿੱਪ ਦਿਖਾਇਆ ਸੀ ਉਹ ਵੀ ਬੜਾ ਇੰਟਰਸਟਿੰਗ ਸੀਗਾ ਉਹ ਹਾਂਜੀ ਯਾਦ ਹੈ ਨਾ ਤੁਸੀਂ ਉਹਦੇ ਚ ਪਾ ਕੇ ਟੈਬਲੇਟ ਹੋ ਜਦੋਂ ਅੱਛਾ ਹਾਂਜੀ that was quite interesting ਤਕਰੀਬਨ ਇਹੀ ਕਨੈਕਟਿੰਗ ਸੀਗਾ ਇਹਦੇ ਨਾਲ ਹਾਂਜੀ ਦੈਟਸ ਰਾਈਟ ਯਾ ਸੋ ਐਂਜ਼ਾਈਮਸ ਬੜੇ ਇੰਪੋਰਟੈਂਟ ਆ ਇਨ ਐਵਰੀਥਿੰਗ ਹਾਂਜੀ ਤੇ ਹੁਣ ਜੇ ਤੁਹਾਡੀ ਬਾਡੀ ਵਿੱਚ ਐਂਜ਼ਾਈਮਸ ਨਹੀਂ ਹੈਗੇ ਉਹ ਖੁਰਾਕ ਨੂੰ ਡਾਈਜੈਸਟ ਹੀ ਨਹੀਂ ਕਰ ਸਕਦੇ ਤਾਂ ਤੁਹਾਡਾ ਡਾਈਜੈਸਟਿਵ ਸਿਸਟਮ ਖਰਾਬ ਹੀ ਹੋਣਾ ਸਾਰਾ ਹਾਂਜੀ ਸੋ ਮੇਨ ਕਾਜ਼ ਇਹੀ ਆ ਨਾਟ ਇਨਫ ਵਾਟਰ ਨਾਟ ਇਨਫ ਫਾਈਬਰ ਪਹਿਲਾਂ ਇਹ ਠੀਕ ਕਰਨੇ ਪੈਂਦੇ ਫਿਰ ਅਸੀਂ ਇਹ ਚੋਂ ਬਾਅਦ ਚ ਦੇਖ ਸਕਦੇ ਕੋਈ ਹੋਰ ਜੇ ਪ੍ਰੋਬਲਮ ਹੋਵੇ ਤੇ ਇੱਕ ਡਾਇਬੈਟਿਕਸ ਨੂੰ ਪ੍ਰੋਬਲਮ ਹੋ ਜਾਂਦਾ ਕਨਸਟੀਪੇਸ਼ਨ ਦਾ ਕਿਉਂਕਿ ਜੋ ਮੈਡੀਸਿਨ ਖਾਂਦੇ ਉਹਦੇ ਨਾਲ ਮੈਡੀਸਿਨ ਨਾਲ ਵੀ ਭਾਜੀ ਤੇ ਉਹਨਾਂ ਦੇ ਇਦਾਂ ਪਈ ਜਿਹੜੀਆਂ ਨਰਵਸ ਤੇ ਡੈਮੇਜ ਹੋਣ ਲੱਗ ਪੈਂਦੀਆਂ ਹਾਂਜੀ ਹੁਣ ਹਰੇਕ ਜਿਹੜਾ ਤੁਹਾਡਾ ਆਰਗਨ ਆ ਉਹ ਨਰਵਸ ਨਾਲ ਕੰਟਰੋਲ ਹੁੰਦਾ ਹੈ ਬਿਲਕੁਲ ਹਾਂਜੀ ਜਿੱਦਾਂ ਹੁਣ ਖਾਸ ਕਰਕੇ ਪਹਿਲਾਂ ਡਾਇਬੈਟਿਕਸ ਦੇ ਪੈਰਾਂ ਵਿੱਚ ਪ੍ਰੋਬਲਮ ਆਉਂਦਾ ਨਰਵਸ ਦਾ ਹਨਾ ਉਹਨਾਂ ਦੇ ਨੰਬਨੈਸ ਹੋਣ ਲੱਗ ਪੈਂਦੀ ਜਾਂ ਟਿੰਗਲਿੰਗ ਹੋਣ ਲੱਗ ਪੈਂਦੀ ਜਾਂ ਬਰਨਿੰਗ ਹੋਣ ਲੱਗ ਪੈਂਦੀ ਆ ਜਾਂ ਪੇਨ ਹੋਣ ਲੱਗ ਕਰਕੇ ਉਹ ਨਰਵਸ ਡੈਮੇਜ ਹੋਣ ਲੱਗ ਪੈਂਦੀਆਂ ਇਸੇ ਤਰ੍ਹਾਂ ਤੁਹਾਡੇ ਬਾਉਲਸ ਜਿਹੜੇ ਆ ਅੰਦਰ ਆ ਉਹਨਾਂ ਦੀਆਂ ਵੀ ਨਰਵਸ ਹੁੰਦੀਆਂ ਤੇ ਡਾਇਬੈਟਿਕਸ ਦੀਆਂ ਨਰਵਸ ਵੀ ਡੈਮੇਜ ਹੋ ਸਕਦੀਆਂ ਉਹਦੇ ਨਾਲ ਡਾਇਬੈਟਿਕਸ ਨੂੰ ਵੀ ਕਨਸਟੀਪੇਸ਼ਨ ਸ਼ੁਰੂ ਹੋ ਜਾਂਦਾ ਇਦਾਂ ਹੀ ਇਹ ਪਾਰਕਿੰਸਨਸ ਡਿਜ਼ੀਜ਼ ਵਾਲੇ ਜਿਹੜੇ ਆ ਉਹਨਾਂ ਦਾ ਵੀ ਕਨਸਟੀਪੇਸ਼ਨ ਹੋ ਜਾਂਦਾ
ਕਰਕੇ ਉਹ ਨਰਵਸ ਜਿਹੜੀਆਂ ਸਪਲਾਈ ਕਰਦੀਆਂ ਅੰਦਰਾਂ ਨੂੰ ਉਹ ਵੀ ਡੀਜੈਨਰੇਟ ਹੋਣ ਲੱਗ ਪੈਂਦੀਆਂ। ਹਾਂਜੀ ਡਾਕਟਰ ਸਾਹਿਬ ਅਸੀਂ ਵਾਪਸ ਉਹਦੇ ਨਾਲ ਗੱਲ ਕਰਦੇ, ਮੇਰੇ ਦਿਮਾਗ 'ਚ ਗੱਲ ਜੀ ਜਿਹੜਾ ਪਹਿਲਾਂ ਉਹਨਾਂ ਦਾ 1 ਮਿੰਟ ਹੀ ਰਹਿੰਦਾ, ਕੁਇਕਲੀ ਆਪਾਂ ਗੱਲ ਖਤਮ ਕਰ ਲੈਂਦੇ ਹਾਂ। ਜਿਨ੍ਹਾਂ ਦਾ ਨਾਂ ਕਹਿੰਦੇ ਸੀ ਕਾਲਾ, ਉਹ ਅੰਦਰੋਂ ਜਿਹੜਾ ਨਵਾਂ ਨਿਕਲਦਾ ਉਹ ਵੀ ਕਾਲਾ ਆਈ ਜਾਂਦਾ ਹੈ। ਹਾਂਜੀ ਹਾਂਜੀ, ਉਹ ਵੀ ਕਾਲਾ ਆਈ ਜਾਂਦਾ ਹੈ। ਅੱਛਾ, ਉਹ ਵੀ ਕਾਲਾ ਆਈ ਜਾਂਦਾ ਹਾਂ, ਦੈਟਸ ਰਾਈਟ। ਸੋ ਜਾਂ ਤਾਂ ਇਹਨਾਂ ਦੇ ਨਾਂ ਦੇ ਥੱਲੇ ਫੰਗਲ ਇਨਫੈਕਸ਼ਨ ਹੈਗਾ ਆ। ਹਾਂਜੀ, ਤੇ ਫੰਗਲ ਇਨਫੈਕਸ਼ਨ ਜਿਹੜਾ ਆ ਉਹ ਥੋੜੀ ਕਿਤੇ ਹਟਦਾ ਨਹੀਂਗਾ, ਤੇ ਇਹਦੀ ਕਾਰਨ ਹੁੰਦੀ ਪਈ ਤੁਹਾਡਾ ਡਾਈਟ ਗਲਤ ਆ, ਟੂ ਮਚ ਸ਼ੂਗਰ ਇਨ ਯੋਰ ਡਾਈਟ। ਹਾਂਜੀ, ਕਿਉਂਕਿ ਜਿਹੜੀ ਫੰਗਸ ਆ ਇਹ ਸ਼ੂਗਰ ਤੇ ਫੀਡ ਕਰਦੀ ਆ। ਜਦੋਂ ਤੁਹਾਡੀ ਬਲੱਡ ਸਟਰੀਮ ਵਿੱਚ ਸ਼ੂਗਰ ਜ਼ਿਆਦਾ ਰਹਿੰਦੀ ਆ ਤੇ ਫੰਗਸ ਕਿਤੇ ਨਾ ਕਿਤੇ ਗਰੋ ਹੋ ਜਾਂਦੀ ਆ। ਰੀਅਲੀ? ਹਾਂਜੀ, ਦੈਟਸ ਰਾਈਟ। ਤੇ ਜੀ ਥੈਂਕ ਯੂ, ਟਾਈਮ ਬੜਾ ਇਜਾਜ਼ਤ ਨਹੀਂ ਦੇ ਰਿਹਾ, ਬਹੁਤ ਥੋੜਾ ਟਾਈਮ ਰਹਿੰਦਾ। ਅਸੀਂ ਛੋਟੀ ਜਿਹੀ ਬ੍ਰੇਕ ਲਵਾਂਗੇ। ਪਲੀਜ਼ ਮੈਂ ਟੈਲੀਫੋਨ ਨੰਬਰ ਫਿਰ ਰਿਪੀਟ ਕਰ ਦੇਣਾ, 0121551001। ਹਮੇਸ਼ਾ ਸਾਡੇ ਸ਼ੋਅ ਦੇ ਦਰਮਿਆਨ ਕਾਲ ਕਰਿਆ ਕਰੋ। ਅਗਰ ਤੁਸੀਂ ਗੱਲ ਨਹੀਂ ਵੀ ਕਰਨੀ, ਜਿੱਦਾਂ ਮੈਂ ਕਿਹਾ ਕਿ ਹਟੇ ਸ਼ੁਰੂਆਤ ਦੇ ਵਿੱਚ ਜਿਹੜਾ ਤੁਹਾਡਾ ਕਾਲ ਸਿਸਟਮ 'ਚ ਲੱਗ ਜਾਂਦਾ, ਤੇ ਪਲੀਜ਼ ਡੋਂਟ ਗੋ ਟੂ ਫਾਰ। ਛੋਟੀ ਜਿਹੀ ਬ੍ਰੇਕ ਲੈਣੇ, ਅਸੀਂ ਫਿਰ ਗੱਲਬਾਤ ਜਾਰੀ ਰੱਖਾਂਗੇ ਜੀ। ਸਤਿ ਸ਼੍ਰੀ ਅਕਾਲ। ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਅਸੀਂ ਅਬ ਗੱਲ ਕਰਦੇ ਹਾਂ ਡਾਕਟਰ ਜੀ ਦੇ ਨਾਲ। ਉਹ ਤੁਸੀਂ ਕਾਲ ਕਰੋ, ਜੋ ਟੈਲੀਫੋਨ ਨੰਬਰ ਥੱਲੇ ਸਕਰੀਨ ਤੇ ਦਿੱਤਾ ਗਿਆ। ਅੱਧਾ ਟਾਈਮ ਰਹਿੰਦਾ, ਕਾਫੀ ਇੰਟਰਸਟਿੰਗ ਗੱਲਾਂ। ਡਾਕਟਰ ਸਾਹਿਬ, ਤੁਸੀਂ ਆਪਣੀ ਨੌਂ ਦੀ ਗੱਲ ਕਰ ਰਹੇ ਸੀ ਹੁਣੇ, ਤੁਸੀਂ ਉਹਦਾ ਕੁਝ ਇਲਾਜ ਥੋੜਾ ਜਿਹਾ ਦੱਸਿਆ ਸੀਗਾ। ਹਾਂਜੀ ਹਾਂਜੀ, ਸੋ ਮੈਂ ਇੱਕ ਹੈਲਥ ਹਿੰਟ ਜਾਂ ਟਿਪ ਦੇ ਰਿਹਾ। ਤੇ ਜਦੋਂ ਤੁਹਾਡੇ ਨੌਂ ਦੇ ਉੱਤੇ ਫੰਗਲ ਇਨਫੈਕਸ਼ਨ ਹੋ ਜਾਂਦਾ ਹੈ ਤੇ ਉਹ ਬ੍ਰਿਟਲ ਜਿਹਾ ਹੋ ਜਾਂਦਾ, ਨੌਂ ਭੁਰਨ ਜਿਹਾ ਲੱਗ ਪੈਂਦਾ, ਤੇ ਤੁਸੀਂ ਇੱਕ ਮਾਊਥ ਵਾਸ਼ ਹੁੰਦਾ ਹੈ, ਲਿਸਟਰੀਨ ਉਹਦਾ ਨਾਮ, ਲਿਸਟਰੀਨ ਮਾਊਥ ਵਾਸ਼। ਹਾਂਜੀ, ਤੇ ਜੇ ਤੁਸੀਂ ਉਹਦੇ ਵਿੱਚ ਡਬੋ ਕੇ ਰੱਖੋ ਨਾ ਨੌਂ, ਤੇ ਉਹ ਠੀਕ ਹੋ ਜਾਊਗਾ। ਕਿੰਨੀ ਕੁ ਦੇਰ ਲਈ? ਹਾਂਜੀ, ਹਰ ਰੋਜ਼ ਕਰੋ 1-2 ਵਾਰੀ। ਹਾਂ, ਤੇ ਕੁਝ ਟਾਈਮ ਬਾਅਦ ਤੁਸੀਂ ਨੋਟ ਕਰੋਗੇ ਕਿ ਜਿਹੜਾ ਨੌਂ ਆ ਉਹ ਹੈਲਥੀ ਹੋਣ ਲੱਗ ਪੈਂਦਾ, ਤੇ ਜਿਹੜਾ ਨਵਾਂ ਨੌਂ ਆਏਗਾ ਉਹ ਸਹੀ ਆਏਗਾ। ਕਮਾਲ ਦੀ ਗੱਲ ਹੈ, ਉਹਦੇ ਨਾਲ ਹੀ ਫਰਕ ਪੈ ਜਾਂਦਾ। ਉਹਦੇ ਨਾਲ ਹੀ ਫਰਕ ਪੈ ਜਾਂਦਾ, ਬੜਾ ਸਟਰੋਂਗ ਐਂਟੀ ਫੰਗਲ ਆ ਉਹ। ਤੇ ਇੱਕ ਹੋਰ ਵੀ ਉਹਦੇ ਨਾਲ ਹਿੰਟ ਆ ਵੀ ਕਈਆਂ ਦੇ ਡੈਂਡਰਫ ਬਹੁਤ ਰਹਿੰਦੀ ਹੈ ਨਾ ਸਿਰ ਵਿੱਚ, ਉਹ ਡੈਂਡਰਫ ਮੁੱਕਦੀ ਨਹੀਂ, ਜਿੰਨਾ ਮਰਜ਼ੀ ਕੋਸ਼ਿਸ਼ ਕਰਨ ਮੁੱਕਦੀ ਨਹੀਂ, ਉਹ ਕਰਕੇ ਉਹ ਫੰਗਲ ਇਨਫੈਕਸ਼ਨ ਹੁੰਦਾ ਹੈ। ਹਾਂਜੀ, ਤੇ ਫੰਗਲ ਇਨਫੈਕਸ਼ਨ ਜੇ ਉਹ ਲਿਸਟਰੀਨ ਮਾਊਥ ਵਾਸ਼ ਲੈ ਕੇ ਹੈ ਨਾ ਉਹ ਸਿਰ ਵਿੱਚ ਮਲਣ, ਤਾਂ ਉਹਦੇ ਨਾਲ ਉਹ ਵੀ ਫੰਗਲ ਇਨਫੈਕਸ਼ਨ ਕਲੀਅਰ ਹੋ ਜਾਂਦਾ, ਡੈਂਡਰਫ ਕਲੀਅਰ ਹੋ ਜਾਂਦੀ ਹੈ। ਪਰ ਜੀ ਕਮਾਲ ਦੀ ਗੱਲ ਹੈ ਕਿ ਲੁਕਿਆ ਤੇ ਗੱਲ ਸੋਚ ਨਹੀਂ ਸਕਦਾ ਕਿ ਉਹਦੇ ਨਾਲ ਜਿਹੜਾ ਮਾਊਥ ਵਾਸ਼ ਹੈਗਾ ਉਹਦੇ ਨਾਲ ਚੀਜ਼ਾਂ ਫਰਕ ਪੈਂਦਾ ਹੈ। ਦੈਟਸ ਰਾਈਟ, ਯਾ ਇਹ ਬੜਾ ਪੁਰਾਣਾ ਮਾਊਥ ਵਾਸ਼ ਹੈ, ਵੈਰੀ ਵੈਰੀ ਗੁੱਡ। ਤੇ ਇੱਕ ਹੋਰ ਮੈਂ ਹਿੰਟ ਦਿੰਦਾ ਹੁਣ ਦਰਸ਼ਕਾਂ ਨੂੰ, ਤੇ ਜਦੋਂ ਤੁਹਾਡਾ ਬੁੱਟ ਸੁੱਜ ਜਾਂਦਾ ਮੂੰਹ ਵਿੱਚ ਹੈ ਨਾ, ਕਈ ਵਾਰੀ ਉਹਦੇ ਵਿੱਚ ਇਨਫੈਕਸ਼ਨ ਪੈ ਜਾਂਦਾ ਨਾ, ਬੁੱਟ ਸੁੱਜ ਜਾਂਦਾ, ਦੁਖਦਾ ਆ, ਤੇ ਕਈ ਵਾਰੀ ਦਵਾਈਆਂ ਵੀ ਨਹੀਂ ਕੰਮ ਕਰਦੀਆਂ ਉੱਤੇ, ਤੁਸੀਂ ਐਲੋਵੇਰਾ ਦਾ ਪਲਾਂਟ ਲਾਓ। ਹਾਂਜੀ, ਐਲੋਵੇਰਾ ਨੂੰ ਉਹਦਾ ਛਿੱਲ ਲਾ ਕੇ ਹੈ ਨਾ, ਵਿੱਚ ਜਿਹੜਾ ਗੁੱਦਾ ਹੁੰਦਾ ਹੈ ਉਹ ਛੋਟਾ ਜਿਹਾ ਪੀਸ ਕੱਟ ਕੇ ਉਹਦੇ ਬੁੱਟ ਦੇ ਉੱਤੇ ਰੱਖ ਦਿਓ। ਹਾਂਜੀ, ਤੇ ਤੁਸੀਂ ਇਹ 2-3 ਵਾਰੀ ਦਿਨ ਚ ਕਰੋ। ਫਰੈਸ਼ ਪੀਸ ਲੈ ਕੇ ਬੁੱਟ ਦੇ ਉੱਤੇ ਰੱਖੋ, ਛਿੱਲ ਕੇ ਉਹਨੂੰ। ਹਾਂ, ਛਿੱਲ ਕੇ। ਹਾਂਜੀ, ਦੈਟਸ ਰਾਈਟ। ਤੇ ਉਹ ਤੁਸੀਂ ਨੋਟ ਕਰੋਗੇ ਥੋੜ੍ਹੇ ਘੰਟਿਆਂ ਵਿੱਚ ਹੀ ਤੁਹਾਨੂੰ ਆਰਾਮ ਮਿਲਣ ਲੱਗ ਪਏਗਾ, ਤੇ ਵਿਦਿਨ ਫਿਊ ਡੇਜ਼ ਉਹ ਇਨਫੈਕਸ਼ਨ ਸਾਰਾ ਉੱਡ ਜਾਏਗਾ। ਰੀਅਲੀ? ਹਾਂਜੀ, ਉਹਨੂੰ ਚਪਲਾ ਨਹੀਂ, ਉਹਦਾ ਮੂੰਹ ਦੇ ਉੱਤੇ ਰੱਖਣਾ ਹੀ, ਉੱਤੇ ਰੱਖਣਾ ਹੀ ਹੈ, ਬੁੱਟ ਦੇ ਉੱਤੇ ਰੱਖ ਲੈਣਾ ਬਸ। ਹਾਂਜੀ, ਕੀ ਬਾਤ ਹੈ। ਤੇ ਇਟਸ ਫੈਂਟੈਸਟਿਕ। ਤੇ ਐਲੋਵੇਰਾ ਪਲਾਂਟ ਜਿਹੜੀ ਆ ਇੰਡੀਆ ਵਿੱਚ ਤਾਂ ਆਪਣੇ ਉੱਥੇ ਪਿੰਡਾਂ ਵਿੱਚ ਵਰਤਦੇ ਹੁੰਦੇ ਸੀ ਐਕਚੁਅਲੀ, ਤੇ ਉਹ ਜਿੱਥੇ ਵੀ ਕਿਤੇ ਜ਼ਖਮ ਹੋਣਾ ਨਾ, ਤੇ ਉਹਨੀ ਉੱਤੇ ਉਹ ਲਾ ਦੇਣਾ ਉੱਤੇ ਛਿੱਲ ਕੇ, ਤੇ ਉਹਦੇ ਨਾਲ ਜ਼ਖਮ ਹੀਲ ਹੋ ਜਾਂਦਾ ਸੀ। ਪਰ ਜੀ ਬੜੀ ਕਮਾਲ ਦੀ ਗੱਲ ਹੈ, ਜਿਹੜੀ ਚੀਜ਼ਾਂ ਤੁਸੀਂ ਸੋਚ ਵੀ ਨਹੀਂ ਸਕਦੇ ਉਹਦਾ ਇਲਾਜ ਕਰਦੀਆਂ ਨੇ ਉਹ। ਹੈ ਕਿੰਨਾ ਦੁਨੀਆ ਕਿੰਨਾ ਟੈਸਟ ਵਗੈਰਾ ਕਰਦੀ ਹੈ, ਕਿੰਨਾ ਇਨਵੈਸਟੀਗੇਟ ਕਰਕੇ ਚੀਜ਼ਾਂ ਦਾ ਖੋਜ ਕੱਢਦੀ ਹੈ ਤਾਂ ਕਿ ਕੋਈ ਨਾ ਕੋਈ ਦੂਜਾ ਤਰੀਕਾ ਨਿਕਲੇ ਉਹਦਾ। ਦੈਟਸ ਰਾਈਟ। ਰਿਸਰਚ ਦੇਖੋ ਮਿਲੀਅਨਸ ਆਫ ਪਾਉਂਡਸ ਖਰਚ ਰਹੇ ਆ ਬਿਲਕੁਲ ਨਵੇਂ ਐਂਟੀਬਾਇਓਟਿਕਸ ਕੱਢਣ ਲਈ। ਹੁਣ ਉਹਨਾਂ ਦੇ ਐਂਟੀਬਾਇਓਟਿਕਸ ਤਕਰੀਬਨ ਖਤਮ ਹੋ ਚੁੱਕੇ ਆ, ਨਵੇਂ ਕੋਈ ਹੁਣ ਨਿਕਲ ਨਹੀਂ ਰਹੇ। ਹਾਂਜੀ, ਤੇ ਉਹ ਓਵਰ ਯੂਜ਼ ਕੀਤੇ ਐਂਟੀਬਾਇਓਟਿਕਸ ਨਾ, ਬਹੁਤ ਜ਼ਿਆਦਾ ਯੂਜ਼ ਕੀਤੇ ਨਹੀਂ, ਖਾਮ ਖਾ ਜੀਪੀਜ਼ ਐਵੇਂ ਲਿਖ ਕੇ ਦੇਈ ਗਏ ਕਿਸੇ ਨੂੰ ਜਿਹਨੂੰ ਲੋੜ ਵੀ ਨਹੀਂ ਸੀਗੀ ਐਂਟੀਬਾਇਓਟਿਕਸ ਦੇ, ਤੇ ਹੁਣ ਜਿਹੜੇ ਉਹ ਬੈਕਟੀਰੀਆ ਉਹ ਰੈਜ਼ਿਸਟੈਂਟ ਹੋਈ ਜਾਂਦੇ ਆ। ਹਾਂਜੀ, ਸੋ ਪੁਰਾਣੇ ਐਂਟੀਬਾਇਓਟਿਕਸ ਜਿਹੜੇ ਉਹ ਹੁਣ ਇੰਨਾ ਕੰਮ ਨਹੀਂ ਕਰਦੇ ਉਹਨਾਂ ਤੇ ਹੁਣ ਨਵੇਂ ਲੱਭਦੇ ਨਹੀਂਗੇ। ਡਾਕਟਰ ਸਾਹਿਬ, ਇੱਕ ਨਾ ਮੈਂ ਰੀਅਲੀ ਕਹਿੰਦਾ, ਬੜੇ ਫਰੈਂਡ ਗੱਲਬਾਤ ਕਰਦੇ ਨੇ, ਬੜਾ ਦੁੱਖ ਹੁੰਦਾ ਕਿ ਉਹਨਾਂ ਦੀ ਸੋਚ ਉੱਥੇ ਰੁਕੀ ਹੋਈ ਹੈ। ਜਦੋਂ ਐਂਟੀਬਾਇਓਟਿਕਸ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਥੋੜੇ ਪ੍ਰੋਪਰ ਜਰਮ ਹੁੰਦੇ ਉਹਨਾਂ ਨੂੰ ਵੀ ਖਤਮ ਕਰ ਦਿੰਦੀ ਹੈ, ਇਮਿਊਨ ਸਿਸਟਮ ਵੀ ਕਰ ਦਿੰਦੀ ਹੈ। ਤੇ ਉਹਨਾਂ ਦੀ ਜੇ ਤੁਸੀਂ ਗੱਲ ਕਰੋ ਕਿ ਤੁਸੀਂ ਨਾ ਕਰੋ, ਉਹਦਾ ਨੁਕਸਾਨ ਹੈ, ਕਹਿੰਦੇ ਜਿਨ੍ਹਾਂ ਨੇ ਬਣਾਇਆ ਉਹ ਪਾਗਲ ਥੋੜੋ ਹੈ। ਫਿਰ ਉਹਨਾਂ ਨੂੰ ਤੁਸੀਂ ਕੀ ਜਵਾਬ ਦੇਵੋਗੇ, ਮੈਨੂੰ ਦੱਸੋ।
ਨਹੀਂ ਦੇਖੋ ਐਂਟੀਬਾਇਓਟਿਕਸ ਹੁੰਦੇ ਸੀਰੀਅਸ ਕੰਡੀਸ਼ਨ ਲਈ ਹੁੰਦੇ ਆ, ਮਾਮੂਲੀ ਕੰਡੀਸ਼ਨ ਨਹੀਂ ਹੁੰਦੀ। ਤੇ ਇਹ ਤਾਂ ਹੁਣ ਖੁਦ ਆਪਣੇ ਆਪ ਨੂੰ ਸਮਝਣਾ ਚਾਹੀਦਾ ਵੀ ਤੁਸੀਂ ਆਪਣੀ ਬੋਡੀ ਨੂੰ ਕਮਜ਼ੋਰ ਕਰ ਰਹੇ ਐਂਟੀਬਾਇਓਟਿਕਸ ਨਾਲ ਜਾਂ ਕਿ ਸਟਰੋਂਗ ਕਰ ਰਹੇ ਆ। ਜਦੋਂ ਐਂਟੀਬਾਇਓਟਿਕਸ ਨਹੀਂ ਸੀਗੇ ਉਦੋਂ ਕੀ ਕਰੀਦਾ ਸੀ ਆਪਾਂ? ਹਾਂਜੀ, ਇਹ ਤਾਂ ਥੋੜੇ 50-60 ਸਾਲਾਂ ਤੋਂ ਹੀ ਐਂਟੀਬਾਇਓਟਿਕਸ, ਜਦ ਦੀ ਵਰਲਡ ਵਾਰ ਹੋਈ ਆ ਉਦੋਂ ਦੇ ਐਂਟੀਬਾਇਓਟਿਕਸ ਪੈਨੀਸਿਲਿਨ ਵਗੈਰਾ ਤੁਰੇ ਆ। ਇੱਕ ਗੱਲ ਹੈ ਡਾਕਟਰ ਸਾਹਿਬ, ਮੈਂ ਰਾਈਟ ਟੂ ਸੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਵਾਈ ਖਾ ਲਓ, ਉਹ ਜਿਹਦੇ ਪਿੱਛੇ ਤੁਸੀਂ ਦਵਾਈ ਖਾਣੇ ਉਹਦਾ ਆਰਾਮ ਜ਼ਰੂਰ ਆ ਰਿਹਾ, ਲੇਕਿਨ ਉਹਦਾ ਸਾਈਡ ਇਫੈਕਟ ਹੈ, ਕੁਝ ਡੈਮੇਜ ਵੀ ਨਾਲ ਹੋ ਰਿਹਾ। ਨਾਲ ਜ਼ਰੂਰ ਐਲੋਪੈਥਿਕ ਦਵਾਈਆਂ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੁੰਦਾ ਹੀ ਆ, ਕਿਉਂਕਿ ਜੇ ਤੁਹਾਡੇ ਖੂਨ ਵਿੱਚ ਚੱਲ ਜਾਂਦੀ ਆ ਤਾਂ ਹਰੇਕ ਆਰਗਨ ਵਿੱਚ ਉਹ ਦਵਾਈ ਫੈਲ ਜਾਂਦੀ ਆ। ਜੇ ਇੱਕ ਆਰਗਨ ਨੂੰ ਕੋਈ ਬੈਨੀਫਿਟ ਕਰਦੀ, ਦੂਸਰੇ ਆਰਗਨਾਂ ਨੂੰ ਬੈਨੀਫਿਟ ਨਹੀਂ ਕਰਦੀ, ਉੱਥੇ ਨੁਕਸਾਨ ਵੀ ਕਰ ਰਹੀ ਆ। ਸਿੰਪਲ ਜਿਹੜੇ ਪੈਰਾਸੀਟਾਮੋਲ ਹੈਗੇ ਨਾ, ਉਹਦੇ ਅੰਦਰ ਜਿਹੜੀ ਲੀਫਲੇਟ ਹੈ ਭਾਜੀ, ਉਹ ਪੜ੍ਹ ਕੇ ਦੇਖਿਓ ਤੁਸੀਂ, ਉਹਦੇ ਤੁਸੀਂ ਦੇਖਿਓ ਕਿੰਨੇ ਸਾਈਡ ਇਫੈਕਟ ਹੈਗੇ ਨੇ, ਪਰ ਅਸੀਂ ਫਿਰ ਵੀ ਖਾਂਦੇ ਆ। ਫਿਰ ਆਪਾਂ ਕਹਿ ਦਿੰਦੇ ਆ ਕਿ ਇਹਨਾਂ ਦੇ ਪਾਗਲ ਛੋੜੋ ਜਿਨ੍ਹਾਂ ਨੇ ਪੜ੍ਹਾਈ ਹੈ। ਇਹ ਲੈਕ ਆਫ ਨੌਲੇਜ ਹੈ ਭਾਜੀ, ਇਸ ਲੈਕ ਆਫ ਨੌਲੇਜ। ਹਾਂਜੀ, ਹੁਣ ਜਦੋਂ ਤੁਸੀਂ ਇਸ ਫੀਲਡ ਵਿੱਚ ਪੈਂਦੇ ਆ ਫਿਰ ਤੁਸੀਂ ਸਮਝਣ ਲੱਗਦੇ ਆ। ਬਿਲਕੁਲ। ਤੇ ਪਰ ਕਈ ਵਿੱਚ ਇਸ ਫੀਲਡ ਵਿੱਚ ਪਿਓ ਵੀ ਉਹ ਫਿਰ ਵੀ ਨਹੀਂ ਸਮਝਦੇ ਹੈਗੇ। ਹਲੇ ਜਿਹੜੇ ਦੇਖੋ ਪੈਰਾਸੀਟਾਮੋਲ ਇੰਨੀ ਕਾਮਨ ਦਵਾਈ ਆ, ਬਹੁਤ ਕਾਮਨ, ਪਰ ਜੇ ਤੁਸੀਂ ਸਾਇੰਟਿਸਟ ਨੂੰ ਪੁੱਛੋ ਵੀ ਕੰਮ ਕਿੱਦਾਂ ਕਰਦੀ ਆ, ਉਹ ਤੁਹਾਨੂੰ ਜਵਾਬ ਨਹੀਂ ਦੇ ਸਕਦੇ। ਜਿਹੜਾ ਐਗਜ਼ੈਕਟ ਮੈਥਡ ਇਹਦਾ ਹੈ ਵੀ ਕਿੱਦਾਂ ਕੰਮ ਕਰਦੀ ਬੋਡੀ ਵਿੱਚ, ਹਲੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਭਾਜੀ। ਇਟਸ ਨਾਟ ਨੋਨ ਦ ਵੇ ਇਟ ਵਰਕਸ। ਕੁਝ ਮਾਈਂਡ 'ਚ ਵੀ ਹੁੰਦਾ ਕਿ ਮੈਂ ਪੈਰਾਸੀਟਾਮੋਲ ਖਾ ਲਈ ਮੈਨੂੰ ਆਰਾਮ ਆ ਗਿਆ। ਪਲੇਸੀਬੋ ਇਫੈਕਟ ਤਾਂ ਹੁੰਦਾ ਹੀ ਹੈ ਭਾਜੀ, ਦੈਟਸ ਰਾਈਟ। ਜਦ ਤੁਹਾਨੂੰ ਗੋਲੀ ਖਾਧੀ ਆ ਤਾਂ ਤੁਹਾਨੂੰ ਹਾਂ ਜੇ ਮੈਨੂੰ ਯਕੀਨ ਹੈਗਾ ਗੋਲੀ ਖਾ ਲਈ ਹੁਣ ਮੈਂ ਠੀਕ ਹੋ ਜਾਣਾ, ਤੇ ਤੁਹਾਡਾ ਦਿਮਾਗ ਇੰਨਾ ਸਟਰੋਂਗ ਆ, ਤੁਹਾਡੀ ਸਾਈਕੋਲੋਜੀ ਇੰਨੀ ਸਟਰੋਂਗ ਆ, ਉਹ ਜਿਹੜੇ ਸਿੰਪਟਮ ਆ ਪੇਨ ਉਦੋਂ ਉੱਡ ਜਾਂਦਾ। ਹਾਂਜੀ, ਸਹੀ ਗੱਲ। ਹਾਂ ਡਾਕਟਰ ਸਾਹਿਬ, ਮੈਂ ਵਾਪਸ ਉਹਦੀ ਗੱਲ ਕਰਾਂ ਜਿਹਦੇ ਆਪਾਂ ਮੁੱਦੇ ਤੇ ਸਟਾਰਟ ਕਰਦੇ ਸੀਗੇ, ਤੁਸੀਂ ਥੋੜਾ ਬਹੁਤਾ ਦੱਸ ਸਕੇ ਹੋ। ਇਹ ਜਦੋਂ ਮੂੰਹ ਤੇ ਜਾਂ ਫੋਰਹੈਡ ਤੇ ਫਿੰਸੀਆਂ ਨਿਕਲਦੀਆਂ, ਇਸ ਵੀ ਆਲਵੇਜ਼ ਪੁੱਟ ਡਾਊਨ ਕਿ ਟੀਨੇਜਰ ਹੈ ਤੇ ਉਹਦੇ ਹਾਰਮੋਨ ਚੇਂਜ ਹੋ ਰਹੇ ਤਾਂ ਨਿਕਲਦੇ ਨੇ, ਜਾਸੀ ਉਸ ਏਜ ਦੇ ਜ਼ਿਆਦਾ ਹੁੰਦੇ ਨੇ। ਹਾਂਜੀ, ਦੈਟਸ ਰਾਈਟ। ਜਦੋਂ ਤੁਸੀਂ 25, 21, 22 ਸਾਲ ਦੇ, ਉਦੋਂ ਨਹੀਂ ਹੁੰਦੀ ਚੀਜ਼ ਹੈ। 13, 14, 15 ਸਾਲ ਤੋਂ ਲੈ ਕੇ 17 ਸਾਲ ਤੱਕ ਰਹਿੰਦੀ ਤਕਰੀਬਨ। ਇਹ ਉਸੇ ਪਾਰਟਿਕੂਲਰ ਏਜ ਦਾ ਕਿਉਂ ਇਦਾਂ ਹੈਗਾ? ਹਾਂਜੀ, ਇਹ ਉਸ ਏਜ ਦਾ ਜ਼ਿਆਦਾ ਹੁੰਦਾ ਕਿਉਂਕਿ ਉਸ ਵੇਲੇ ਤੁਹਾਡੀ ਬੋਡੀਜ਼ ਵਿੱਚ ਚੇਂਜਸ ਆ ਰਹੇ ਆ ਨੈਚੁਰਲੀ। ਹਾਂਜੀ, ਨੈਚੁਰਲ ਚੇਂਜਸ ਆ ਰਹੇ ਤੇ ਹਾਰਮੋਨਸ ਜਿਹੜੇ ਉਹ ਫਲਕਚੁਏਟ ਹੋ ਰਹੇ ਆ, ਅਪ ਐਂਡ ਡਾਊਨ ਹਾਰਮੋਨਸ ਹੋ ਰਹੇ ਆ। ਹਾਂਜੀ, ਤੇ ਹਾਰਮੋਨਸ ਦੇ ਨਾਲ ਇਹ ਜਿਹੜੇ ਆਇਲ ਗਲੈਂਡਸ ਓਵਰ ਐਕਟਿਵ ਹੋ ਜਾਂਦੇ ਆ। ਹਾਂਜੀ, ਤੋਂ ਜਦੋਂ ਜ਼ਿਆਦਾ ਆਇਲ ਪ੍ਰੋਡਿਊਸ ਕਰਨ ਲੱਗ ਪੈਂਦੇ ਆ, ਫਿਰ ਉਹਦੇ ਵਿੱਚ ਚਿੱਟੇ ਵਾਈਟ ਹੈਡਸ ਬਣਨ ਲੱਗ ਪੈਂਦੇ, ਜਾਂ ਜੇ ਇਨਫੈਕਸ਼ਨ ਪੈ ਜਾਵੇ ਉਹਦੇ ਵਿੱਚ ਫਿਰ ਉਹ ਲਾਲ ਹੋ ਜਾਂਦੇ, ਜਾਂ ਯੈਲੋ ਪਸ ਵਿੱਚ ਬਣ ਜਾਂਦੀ ਆ। ਤੇ ਇਟ ਕੈਨ ਗੋ ਔਨ ਐਂਡ ਔਨ ਨਾ। ਤੇ ਉਹ ਬੱਚੇ ਜਿੱਦਾਂ ਮੈਂ ਕਹਿੰਦਾ ਛਿੱਲ ਦਿੰਦੇ ਆ, ਜੋ ਛਿੱਲਦੇ ਉਹ ਇਨਫੈਕਸ਼ਨ ਹੋਰ ਸਪਰੈਡ ਹੋ ਜਾਂਦਾ ਹੈ। ਹਾਂਜੀ, ਮੂੰਹ ਤੇ ਜਿੱਥੋਂ ਤੁਸੀਂ ਉਹ ਪਾਕ ਕੱਢਣੀ ਆ ਉਹ ਫਿਰ ਹੋਰ ਕਿਤੇ ਫੈਲ ਸਕਦੀ ਹੈ ਮੂੰਹ ਤੇ। ਤੇ ਜਦੋਂ ਉਹਨਾਂ ਨੂੰ ਛਿੱਲਦੇ ਆ ਫਿਰ ਸਕਾਰਸ ਬਣ ਜਾਂਦੇ, ਉਹ ਦਾਗ ਬਣ ਜਾਂਦੇ ਆ, ਫੇਸ ਡਿਸਫਿਗਰ ਵੀ ਹੋ ਜਾਂਦਾ। ਦੈਟਸ ਰਾਈਟ। ਕਈਆਂ ਦੇ ਫਿਰ ਡੂੰਘੇ ਉਹ ਦਾਗ ਪੈ ਜਾਂਦੇ ਆ, ਤੇ ਉਹ ਤਾਂ ਫਿਰ ਮੁੜ ਕੇ ਜਾਂਦੇ ਨਹੀਂਗੇ। ਹਾਂਜੀ, ਉਹਦੇ ਲਈ ਤਾਂ ਜੇ ਜ਼ਿਆਦਾ ਸਵੇਰ ਹੋਵੇ ਫਿਰ ਉਹ ਸਰਜਰੀ ਕਰਨੀ ਪੈਂਦੀ, ਕੋਸਮੈਟਿਕ ਸਰਜਰੀ। ਹਾਂਜੀ, ਕੀ ਹੈ ਪਲਾਸਟਿਕ ਸਰਜਰੀ ਜਿਹਨੂੰ ਕਹਿੰਦਾ ਆਪਾਂ। ਸੋ ਮੈਂ ਕਹਿ ਰਿਹਾ ਸੀ ਵੀ ਜਿਹੜਾ ਲਿੰਫ ਸਿਸਟਮ ਹੈ ਉਹ ਬੜਾ ਇੰਪੋਰਟੈਂਟ ਆ। ਤੇ ਜਦੋਂ ਤੁਸੀਂ ਜ਼ਿਆਦਾ ਫੈਟਸ ਖਾਂਦੇ ਹਨ, ਉਹ ਫੈਟਸ ਸਿੱਧੇ ਬਲੱਡ ਸਟਰੀਮ ਵਿੱਚ ਨਹੀਂ ਜਾਂਦੇ, ਉਹ ਲਿੰਫ ਸਿਸਟਮ ਵਿੱਚ ਜਾਂਦੇ ਆ। ਹਾਂਜੀ, ਤੇ ਲਿੰਫ ਸਿਸਟਮ ਜਿਹੜਾ ਇਹ ਜਦੋਂ ਫਿਰ ਫੈਟਸ ਦੇ ਨਾਲ ਕਲੌਗ ਹੋ ਜਾਂਦਾ ਨਾ, ਇਹ ਫਲੈਟ ਸਟਕ ਹੋ ਜਾਂਦੇ ਆ ਤੇ ਇਹ ਕੰਮ ਨਹੀਂ ਕਰ ਰਿਹਾ ਪੂਰਾ। ਤੇ ਫਿਰ ਉਹ ਵਾਈਟ ਸੈਲਸ ਜਿਹੜੇ ਆ, ਬਲੱਡ ਸੈਲਸ ਜਿਹੜੇ ਫਾਈਟ ਕਰਦੇ ਇਨਫੈਕਸ਼ਨ ਨੂੰ, ਉਹ ਫਾਈਟ ਨਹੀਂ ਕਰ ਸਕਦੇ। ਹਾਂਜੀ, ਤੇ ਜਿਹੜਾ ਫਿਰ ਤੁਹਾਡਾ ਆਇਲ ਗਲੈਂਡਸ ਆ ਉਹ ਓਵਰ ਐਕਟਿਵ ਹੋਣ ਲੱਗ ਪੈਂਦੇ ਆ। ਤੇ ਇਸ ਕਰਕੇ ਅਸੀਂ ਹੁਣ ਨਾਲ ਦਵਾਈ ਜ਼ਰੂਰ ਜੋੜੀ ਦੀ ਆ ਵੀ ਲਿੰਫ ਸਿਸਟਮ ਨੂੰ ਕਲੀਨ ਕਰਨ ਲਈ। ਹਾਂਜੀ, ਤੇ ਹੁਣ ਅਸੀਂ ਦੇਖ ਰਹੇ ਹਾਂ ਵੀ ਰਿਜ਼ਲਟ ਹੁਣ ਵਧੀਆ, ਅੱਗੇ ਨਾਲੋਂ ਵਧੀਆ ਆ ਰਹੇ ਆ, ਕਰਕੇ ਅਸੀਂ ਲਿੰਫ ਦੀ ਦਵਾਈ ਨਾਲ ਦੇ ਦੀ ਆ ਲਿੰਫ ਸਿਸਟਮ ਕਲੀਨ ਕਰਨ ਨੂੰ। ਸੋ ਦਿਸ ਇਜ਼ ਅ ਨਿਊ ਡਿਵੈਲਪਮੈਂਟ ਫॉर ਅਸ। ਹਾਂਜੀ, ਤੇ ਡਾਕਟਰ ਸਾਹਿਬ ਇਹਦੀ ਜਿਹੜੀ ਨਾ ਜਾਸਤੀ ਅਸੀਂ ਲੋਕੀ ਇਹਦੇ ਤੇ ਨੌਲੇਜ ਨਹੀਂ, ਜਦੋਂ ਫਿੰਸੀਆਂ ਵਗੈਰਾ ਅਸੀਂ ਕਹਿ ਦਿੰਦੇ ਕਿ ਇਹ ਚਾਕਲੇਟ ਬੰਦ ਕਰਦੇ, ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ, ਜਾਂ ਗਰਮ ਚੀਜ਼ਾਂ ਕੋਈ ਹੁੰਦੀਆਂ ਜਿਹਦੀ ਤਸੀਲ ਗਰਮ ਹੁੰਦੀ ਹੈ, ਤੇ ਉਹ ਵਾਕਈ ਉਹਦੇ ਨਾਲ ਫਰਕ ਪੈਂਦਾ ਹੈਗਾ ਭਾਜੀ। ਅਸੀਂ ਦੇਖਿਆ ਵੀ ਡਾਈਟ ਚੇਂਜ ਕਰਨ ਨਾਲ ਫਰਕ ਪੈਂਦਾ ਹੈਗਾ ਆ। ਤੇ ਜਿਹੜੇ ਬੱਚੇ ਜ਼ਿਆਦਾ ਸ਼ੂਗਰ ਖਾਂਦੇ ਆ ਉਹਨਾਂ ਦੇ ਜ਼ਰੂਰ ਜ਼ਿਆਦਾ ਫਿੰਸੀਆਂ ਹੋਣਗੀਆਂ, ਜ਼ਿਆਦਾ ਹੋਣਗੀਆਂ। ਉਹਦਾ ਹੈ ਇਫੈਕਟ, ਕੋਈ ਨਾ ਕੋਈ ਇਫੈਕਟ ਡੈਫੀਨਿਟ ਹੈਗਾ ਭਾਜੀ। ਦੈਟਸ ਰਾਈਟ। ਐਲੋਪੈਥੀ 'ਚ ਨਹੀਂ ਮੰਨਦੇ ਹੈਗੇ, ਉਹ ਕਹਿੰਦੇ ਨਹੀਂ ਡਾਈਟ ਦਾ ਕੋਈ ਫਰਕ ਨਹੀਂ ਹੈਗਾ। ਬਸ ਅਸੀਂ ਦੇਖਿਆ, ਅਸੀਂ ਨੋਟ ਕੀਤਾ ਵੀ ਜਿਹੜੇ ਬੱਚੇ ਜ਼ਿਆਦਾ ਸ਼ੂਗਰ ਵਾਲੀਆਂ ਚੀਜ਼ਾਂ ਖਾਂਦੇ ਆ ਉਹਨਾਂ ਦੇ ਜ਼ਿਆਦਾ ਫਿੰਸੀਆਂ ਹੋਣਗੀਆਂ, ਜਾਂ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ ਖਾਂਦੇ ਆ ਉਹਨਾਂ ਦੇ ਵੀ ਜ਼ਿਆਦਾ ਫਿੰਸੀਆਂ ਹੋਣਗੀਆਂ, ਜਾਂ ਫਰਾਈਡ ਫੂਡਸ ਜ਼ਿਆਦਾ ਵਰਤਣੇ ਉਹਨਾਂ ਦੇ ਫਿੰਸੀਆਂ ਹੋਣਗੀਆਂ। ਜਿੰਨਾ ਨੈਚੁਰਲ ਡਾਈਟ ਰੱਖਣਗੇ
ਉਨਾ ਉਹਨਾਂ ਦਾ ਇਲਾਜ ਈਜ਼ੀ ਹੋ ਜਾਂਦਾ ਭਾਜੀ। ਮਿਸਟਰਲੀ ਅੱਛਾ ਆਪਾਂ ਇੱਕ ਕਾਲ ਹੋ ਲੈ ਲੈਣੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਅਸੀਂ ਨਾ ਬਲਵਾਨ ਤੋਂ ਬੋਲਦੇ ਆ। ਹਾਂਜੀ ਡਾਕਟਰ ਨਾਲ ਗੱਲ ਕਰਨੀ ਆ। ਬਿਲਕੁਲ ਸਵਾਗਤ ਤੁਹਾਡਾ ਕਰਦੇ ਆ। ਡਾਕਟਰ ਸਾਹਿਬ ਤੁਹਾਡੀ ਆਵਾਜ਼ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਨਾ ਅੱਗੇ ਟੈਲੀਫੋਨ ਕੀਤਾ 6-7 ਵੀਕਾਂ ਹੋ ਗਈਆਂ ਹਾਂ ਤੇ ਉੱਥੇ ਕੁੜੀ ਨੇ ਵੀਕ ਕੁ ਬਾਅਦ ਡੀਟੇਲ ਵੀ ਮੇਰੀ ਲਈ ਸੀ। ਇਹ ਫਿਰ ਮੈਨੂੰ ਜਿੱਦਾਂ ਇਹਨਾਂ ਨੂੰ ਮੁੜ ਕੇ ਆਨਸਰ ਨਹੀਂ ਕੀਤਾ ਹੈਗਾ। ਜਿੱਦਾਂ ਮੈਂ ਡਾਇਬੀਟਿਕ ਵੀ ਆ, ਬਲੱਡ ਪ੍ਰੈਸ਼ਰ ਵੀ ਆ, ਥਾਇਰਾਇਡ ਵੀ ਆ ਤੇ ਮੈਂ ਉਹ ਨਾ ਕਿਡਨੀ ਲੀਕ ਕਰਦੀ, ਮੈਂ ਉਹਦੇ ਬਾਰੇ ਜ਼ਿਆਦਾ ਪੁੱਛਦੀ ਸੀ। ਹਾਂਜੀ ਭੈਣ ਜੀ, ਇਹ ਇਦਾਂ ਵੀ ਕਾਲ ਕਈ ਵਾਰੀ ਅਸੀਂ ਕਰੀਦੇ ਆ ਤੇ ਉਹਦਾ ਮੋਰੇ ਜਵਾਬ ਨਹੀਂ ਆਉਂਦਾ ਜਾਂ ਵੌਇਸਮੇਲ ਤੇ ਚਲੇ ਜਾਂਦਾ ਆ, ਫਿਰ ਅਸੀਂ ਮੈਸੇਜ ਭਰ ਦੇਈਦਾ ਤੇ ਫਿਰ ਇਦਾਂ ਮਿਸ ਹੋ ਜਾਂਦਾ, ਇੱਕ ਦੂਏ ਨੂੰ ਮਿਸ ਕਰ ਲਈਦਾ ਤੇ ਕਾਲ ਅਸੀਂ ਜ਼ਰੂਰ ਹਰੇਕ ਨੂੰ ਕਰੀਦਾ ਆ, ਇਦਾਂ ਦੀ ਗੱਲ ਨਹੀਂ। ਭਾਈ ਜੀ ਤੁਸੀਂ ਡਾਕਟਰ ਸਾਹਿਬ ਦੀ ਵੇਟ ਕਰੋ, ਤੁਹਾਨੂੰ ਇੱਕ ਅੱਧੇ ਦਿਨ ਜਾਂ ਵੀਕ ਦੇ ਵਿੱਚ ਤੁਹਾਨੂੰ ਕਾਲ ਕਰਨਗੇ ਔਰ ਪੱਕਾ ਤੁਹਾਨੂੰ ਕਾਲ ਜ਼ਰੂਰ ਕਰਨਗੇ। ਇੱਕ ਚੀਜ਼ ਮੈਂ ਸਾਰਿਆਂ ਨੂੰ ਕਹਿੰਦਾ ਚਾਹਾਂ, ਡਾਕਟਰ ਦੀ ਇੱਕ ਬੜੀ ਕੰਪਲੇਂਟ ਨਹੀਂ ਹੈਗੀ, ਰਿਕੁਐਸਟ ਕਰਦੇ ਨੇ ਡਾਕਟਰ ਸਾਹਿਬ ਕਾਲ ਕਰਦੇ ਨੇ ਔਰ ਵੌਇਸਮੇਲ ਤੇ ਚਲੇ ਜਾਂਦਾ ਔਰ ਆਪਣੇ ਕਈ ਬਜ਼ੁਰਗਾਂ ਨੂੰ ਪਤਾ ਨਹੀਂ ਲੱਗਦਾ ਕਿ ਮਿਸ ਕਾਲ ਆਇਆ। ਪਲੀਜ਼ ਆਪਣੇ ਕਾਲ ਦਾ ਧਿਆਨ ਰੱਖਿਆ ਕਰੋ, ਕਿਉਂਕਿ ਡਾਕਟਰ ਸਾਹਿਬ ਕਿਹੜੇ ਦਿਨ ਫੋਨ ਕਰਦੇ, ਕਿਹੜੇ ਟਾਈਮ ਤੇ ਕਰਦੇ, ਉਹਦਾ ਪਤਾ ਨਹੀਂ ਹੁੰਦਾ। ਜਿਸ ਤਰ੍ਹਾਂ ਤੁਹਾਡਾ ਨੰਬਰ ਲੱਗਦਾ ਉਹਦੇ ਮੁਤਾਬਿਕ ਡਾਕਟਰ ਸਾਹਿਬ ਤੁਹਾਨੂੰ ਕਾਲ ਕਰਦੇ ਨੇ। ਕਾਲ ਜ਼ਰੂਰ ਕਰਦੇ ਨੇ, ਲੇਕਿਨ ਆਪਣਾ ਮਿਸ ਕਾਲ ਦੇਖਿਆ ਕਰੋ ਜਾਂ ਬੱਚਿਆਂ ਨੂੰ ਦਿਖਾ ਦਿਆ ਕਰੋ ਕੋਈ ਮਿਸ ਕਾਲ ਤਾਂ ਨਹੀਂ ਆਇਆ, ਤੇ ਉਹਦੇ ਮੁਤਾਬਿਕ ਤੁਸੀਂ ਫਿਰ ਡਾਕਟਰ ਸਾਹਿਬ ਨੂੰ ਵਾਪਸ ਕਰ ਸਕਦੇ ਹੋ ਜੀ। ਥੈਂਕ ਯੂ ਭੈਣ ਜੀ, ਥੈਂਕ ਯੂ। ਡਾਕਟਰ ਸਾਹਿਬ ਵੀ ਬੜਾ ਹੈਗਾ, ਤੁਸੀਂ ਬੜੀ ਦਫਾ ਕਿਹਾ ਕਾਲ ਕਰਦੇ ਹੋ ਤੇ ਲੋਕੀ ਨਹੀਂ ਚੱਕਦੇ, ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮਿਸ ਕਾਲ ਆਇਆ। ਦੈਟਸ ਰਾਈਟ। ਤੇ ਇੱਕ ਹੋਰ ਗੱਲ ਹੈ ਭਾਜੀ, ਕਈ ਵਾਰੀ ਲੋਕੀ ਕਰਦੇ ਆ ਸਾਡੇ ਵੌਇਸ ਕਾਲ ਤੇ ਚੱਲ ਜਾਂਦਾ ਆ। ਹਾਂਜੀ, ਤੇ ਉਹ ਜਦੋਂ ਮੈਸੇਜ ਭਰਦੇ ਆ ਉਹ ਦੱਸਦੇ ਨਹੀਂ ਵੀ ਕੌਣ ਬੋਲਦਾ ਆ, ਨਾ ਉਹਨਾਂ ਦਾ ਨੰਬਰ ਆਪਣਾ ਭਰਦੇ ਆ, ਉਹਦੇ ਕਹਿੰਦੇ ਆ ਮੈਂ ਕਾਲ ਕੀਤਾ ਮੈਨੂੰ ਮੁੜ ਕੇ ਕਰ ਦਿਓ। ਹੁਣ ਵੌਇਸ ਕਾਲ ਤੇ ਕਿੱਦਾਂ ਉਹਨਾਂ ਨੂੰ ਵਾਪਸ ਕਰਨਗੇ, ਕਰਕੇ ਨੰਬਰ ਤਾਂ ਉਹਨੇ ਛੱਡਿਆ ਨਹੀਂ ਹੈਗਾ, ਹਨਾ। ਸੋ ਨਾ ਆਪਣਾ ਨਾਂ ਭਰਦੇ ਆ, ਸੋ ਆਪਾਂ ਵੀ ਕਾਂਟ ਡੂ ਇਟ, ਉਹ ਫਿਰ ਕੰਪਲੀਟਲੀ ਮਿਸ ਹੋ ਜਾਂਦੀ, ਮਿਸ ਹੋ ਜਾਂਦਾ। ਦੈਟਸ ਰਾਈਟ। ਪਲੀਜ਼ ਜਦੋਂ ਕਾਲ ਕਰਦੇ ਹੋ ਨਾ ਆਸਤੇ ਬੋਲੋ, ਆਪਣਾ ਨਾਮ ਦੱਸੋ, ਆਪਣਾ ਟੈਲੀਫੋਨ ਦੱਸੋ, ਛੋਟਾ ਜਿਹਾ ਮੈਸੇਜ ਦਵੋ, ਲੇਕਿਨ ਨਾਮ ਤੇ ਫੋਨ ਨੰਬਰ ਜ਼ਰੂਰ ਛੱਡਿਆ ਕਰੋ ਹਮੇਸ਼ਾ, ਔਰ ਹੋ ਸਕੇ ਤੇ ਫੋਨ ਨੰਬਰ ਦੁਬਾਰਾ ਰਿਪੀਟ ਕਰਕੇ ਲਿਖਾਇਆ ਕਰੋ ਤਾਂ ਕਿ ਵੌਇਸਮੇਲ ਦੇ ਵਿੱਚੋਂ ਪ੍ਰੋਪਰ ਰਿਕਾਰਡ ਹੋ ਜਾਵੇ। ਜੀ ਡਾਕਟਰ ਸਾਹਿਬ। ਹਾਂਜੀ, ਕਈ ਵਾਰੀ ਉਹ ਪ੍ਰੋਪਰ ਜਿੱਦਾਂ ਤੁਸੀਂ ਕਹਿੰਦੇ ਪ੍ਰੋਪਰ ਰਿਕਾਰਡਿੰਗ ਨਹੀਂ ਹੁੰਦਾ, ਨਹੀਂ ਹੋ ਸਕਦਾ, ਅਸੀਂ ਉਹ ਜਿਹੜਾ ਨੰਬਰ ਸਾਨੂੰ ਸੁਣਦਾ ਅਸੀਂ ਘਮਾਈ ਦਾ ਉਹ ਨੰਬਰ ਲੱਗਦਾ ਨਹੀਂਗਾ ਕਈ ਵਾਰੀ, ਕਿਉਂਕਿ ਨੰਬਰ ਅਸੀਂ ਫਾਸਟ ਬੋਲ ਦਿੰਦੇ ਹਾਂ। ਆਰਾਮ ਨਾਲ ਬੋਲੋ ਔਰ ਉਹਨੂੰ ਰਿਪੀਟ ਕਰੋ 2 ਦਫਾ, ਹਮੇਸ਼ਾ ਨੰਬਰ ਰਿਪੀਟ ਕਰੋ। ਅਗਰ ਮੈਸੇਜ ਨਾ ਵੀ ਪੜਿਆ ਜਾਵੇ ਜਾਂ ਨਾ ਉਹਨੂੰ ਸੁਣਾਈ ਦੇਵੇ, ਐਟਲੀਸਟ ਨੰਬਰ ਤੋਂ ਤੁਹਾਨੂੰ ਫੋਨ ਕਰ ਸਕਦੇ ਡਾਕਟਰ ਸਾਹਿਬ। ਹਾਂਜੀ, ਕਈ ਵਾਰੀ ਬਹੁਤ ਫਾਸਟ ਨੰਬਰ ਪੜ ਦਿੰਦੇ, ਉਹ ਸਾਨੂੰ ਕਈ ਵਾਰੀ ਪਲੇ ਕਰਨਾ ਪੈਂਦਾ ਹੈ ਦੁਬਾਰਾ ਨੰਬਰ ਲਿਖਣਾ ਹੈ ਨੰਬਰ ਲੈਣ ਲਈ। ਹਾਂਜੀ, ਸੋ ਇਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਅੱਛਾ ਡਾਕਟਰ ਸਾਹਿਬ, ਹੁਣ ਇਹਦੀ ਗੱਲਾਂ ਕਰਦੇ ਸੀਗੇ ਜਿਹੜੀ ਫਿਜ਼ੀਆ ਦੀ, ਕਈ ਦਫਾ ਬੰਦਾ ਦੇ ਆਰਮਪਿਟ ਸੇ ਵੀ ਨਿਕਲਦੀਆਂ ਨੇ। ਹਾਂਜੀ ਹਾਂਜੀ, ਆਰਮਪਿਟਸ ਵੀ ਨਿਕਲ ਜਾਂਦੀਆਂ, ਕਿਉਂਕਿ ਦੇਖੋ ਇਹ ਜਿਹੜਾ ਲਿੰਫ ਸਿਸਟਮ ਹੈ ਨਾ, ਇਹਦੇ ਗਲੈਂਡਸ ਹੁੰਦੇ, ਜਿੱਦਾਂ ਮੈਂ ਕਿਹਾ ਇੱਥੇ ਨੈਕ ਵਿੱਚ ਵੀ ਗਲੈਂਡਸ ਹੁੰਦੇ ਆ ਤੇ ਇੱਥੇ ਕੱਛ ਵਿੱਚ ਵੀ ਗਲੈਂਡਸ ਹੁੰਦੇ ਆ। ਦੈਟਸ ਰਾਈਟ। ਸੋ ਜਿੱਦਾਂ ਇਹ ਤੁਹਾਨੂੰ ਦੱਸਿਆ ਵੀ ਕਲੌਗ ਹੋ ਜਾਂਦਾ ਨਾ, ਉੱਥੇ ਵੀ ਫਿੰਸੀਆਂ ਆ ਜਾਂਦੀਆਂ। ਤੇ ਇੱਥੇ ਇਹ ਵੀ ਹੈਗਾ ਵੀ ਜਿਹੜੇ ਆਰਮਪਿਟਸ ਉੱਥੇ ਸਵੈਟ ਗਲੈਂਡਸ ਬਹੁਤ ਆ ਤੇ ਉਹਨਾਂ ਨੂੰ ਪ੍ਰੋਪਰ ਕਲੀਨ ਕਰਨਾ ਚਾਹੀਦਾ ਹਰ ਰੋਜ਼। ਹਾਂਜੀ, ਕਿਉਂਕਿ ਉਹ ਗਲੈਂਡਸ ਜੇ ਕਲੌਗ ਹੋ ਜਾਣ ਤਾਂ ਇਨਫੈਕਸ਼ਨ ਈਜ਼ੀ ਹੋ ਜਾਂਦਾ, ਫਿੰਸੀਆਂ ਹੋ ਸਕਦੀਆਂ। ਤੇ ਬਾਕੀ ਇਹ ਕਲੈਂਜ਼ਿੰਗ ਜ਼ਰੂਰੀ ਆ, ਹਨਾ। ਤੇ ਜਿੱਥੇ ਜਿੱਥੇ ਤੁਹਾਡੀ ਪਰਸਪੀਰੇਸ਼ਨ ਹੁੰਦਾ ਆ ਉੱਥੇ ਚਾਂਸ ਹੁੰਦਾ ਹੈ ਵੀ ਜ਼ਿਆਦਾ ਇਨਫੈਕਸ਼ਨ ਹੋਣ ਦਾ। ਹਾਂਜੀ, ਸੋ ਯੂ ਮਸਟ ਕਲੀਨ ਦੈਟ ਐਵਰੀ ਡੇ। ਡਾਕਟਰ ਸਾਹਿਬ, ਜਿਹੜੇ ਹੁਣ ਇੱਥੇ ਬੱਚੇ ਵੀ ਬੜੇ ਸਮਾਰਟ ਹੋਏ ਨੇ, ਬੜਾ ਕਾਸਮੈਟਿਕਸ ਵਗੈਰਾ ਮਿਲਦੀਆਂ ਨੇ, ਯੂਜ਼ ਵੀ ਕਰਦੇ ਨੇ ਕਰੀਮਾਂ ਵਗੈਰਾ, ਕੋਈ ਸਕਿਨ ਲਾਈਟ ਕਰਨ ਨੂੰ, ਕੁਝ ਸਮੂਥ ਕਰਨ ਲਈ, ਕੋਈ ਕਲੀਅਰ ਕਰਨ ਲਈ, ਉਹਦੇ ਨਾਲ ਵੀ ਕੋਈ ਨੁਕਸਾਨ ਹੁੰਦਾ ਹੈ? ਉਹਦੇ ਨਾਲ ਹੁੰਦਾ ਭਾਜੀ, ਅਸੀਂ ਦੇਖਿਆ ਕਈਆਂ ਨੂੰ ਕਾਸਮੈਟਿਕਸ ਤੋਂ ਐਲਰਜੀ ਆ, ਮੇਕਅਪ ਤੋਂ ਐਲਰਜੀ ਹੋ ਜਾਂਦੀ ਆ, ਤੇ ਕਈ ਕਰਕੇ ਉਹ ਭਾਰਾ ਮੇਕਅਪ ਲਾਉਂਦੇ ਹਨਾ, ਤੇ ਉਹ ਤੁਹਾਡੇ ਜਿਹੜੇ ਆਇਲ ਗਲੈਂਡਸ ਜਿੱਦਾਂ ਮੈਂ ਦੱਸਦਾ ਨਾ, ਉਹ ਬੰਦ ਹੋ ਜਾਂਦੇ ਆ, ਉਹ ਘੁੱਟ ਹੋ ਜਾਂਦੇ ਆ ਮੇਕਅਪ ਦੇ ਨਾਲ। ਹਾਂਜੀ, ਤੇ ਉਹ ਫਿਰ ਜਦੋਂ ਬੰਦ ਹੋ ਜਾਂਦੇ ਉਹ ਆਇਲ ਨਿਕਲਦਾ ਨਹੀਂ ਹੈਗਾ, ਉਹ ਵਿੱਚੇ ਫਿਰ ਉਹ ਜਮਾ ਹੋ ਕੇ ਉਹਦੀ ਫਿੰਸੀ ਬਣ ਜਾਂਦੀ ਆ। ਸੋ ਇਹ ਬਹੁਤ ਕੇਅਰਫੁਲ ਬੱਚੇ ਨੂੰ ਹੋਣਾ ਚਾਹੀਦਾ ਵੀ ਮੇਕਅਪ ਕਿੱਦਾਂ ਦਾ ਵਰਤਦੇ ਆ, ਉਹ ਵੀ ਹੈਵੀ ਮੇਕਅਪ ਨਾ ਲਾਉਣ। ਜੇ ਲਾਉਣਾ ਮੇਕਅਪ ਤਾਂ ਬਹੁਤ ਲਾਈਟ ਜਾਂ ਮੇਕਅਪ ਕਰਨ, ਤੇ ਉਹਨੂੰ ਹਰ ਰੋਜ਼ ਧੋ ਦੇਣ ਸ਼ਾਮ ਨੂੰ, ਮਿਨੀਮਮ ਟਾਈਮ ਰੱਖਣ ਮੂੰਹ ਤੇ, ਜਾਣੀ ਕਿ ਮੇਕਅਪ। ਹਾਂਜੀ, ਤੁਸੀਂ ਗੱਲ ਕੀਤੀ, ਮੇਰੇ ਦਿਮਾਗ 'ਚ ਗੱਲ ਆਈ, ਮੈਂ ਪਲੀਜ਼ ਮੇਰੀ ਭੈਣਾਂ ਬੁਰਾ ਨਾ ਮੰਨਣ, ਕਈ ਦਫਾ ਤੇ ਬਹੁਤ ਲੇਡੀਜ਼ ਨਾ ਲੇਅਰ ਲਗਾ ਲੈਂਦੀ ਹੈ ਮੇਕਅਪ ਦੀ, ਤੇ ਉਹ ਤਾਂ ਕੋਈ ਚਾਂਸ ਹੀ ਨਹੀਂ ਕਿ ਤੁਹਾਡੇ ਅੰਦਰ ਫਰੈਸ਼ ਉਹਦੇ ਪੋਰਸ ਬੰਦ ਹੋ ਜਾਂਦੇ ਨੇ ਸਾਰੇ। ਹਾਂਜੀ, ਦੈਟਸ ਰਾਈਟ। ਸੋ ਸਕਿਨ ਵੀ ਇੱਕ ਆਰਗਨ ਆ, ਇਟ ਨੀਡਸ ਟੂ ਬਰੀਥ, ਹਨਾ। ਸਕਿਨ ਨੂੰ ਵੀ ਸਾਹ ਆਉਣਾ ਚਾਹੀਦਾ ਆ। ਜੇ ਤੁਸੀਂ ਸਾਰਾ ਦਿਨ ਉਹਦਾ ਸਾਹ ਬੰਦ ਕਰ ਦਿੰਦੇ ਆ
ਤਾਂ ਉਹ ਸਾਰਾ ਆਇਲ ਜਿਹੜਾ ਵਿੱਚ ਹੀ ਰਹਿੰਦਾ ਆ, ਹਾਂਜੀ, ਬਾਹਰ ਨਹੀਂ ਆਉਂਦਾ। ਸੋ ਇਹਦੇ ਨਾਲ ਫਿੰਸੀਆਂ ਜ਼ਰੂਰ ਹੋ ਸਕਦੀਆਂ। ਤੇ ਇਹ ਸਕਿਨ ਜਿਹੜਾ ਬੜਾ ਡੈਲੀਕੇਟ ਆਰਗਨ ਆ, ਹਾਂਜੀ, ਤੇ ਇਹ ਰਾਤ ਨੂੰ ਵੀ ਕਈ ਲੇਡੀਜ਼ ਉੱਤੇ ਨਾਈਟ ਕਰੀਮ ਲਾ ਲੈਂਦੀ ਮੂੰਹ ਤੇ, ਹਾਂਜੀ, ਤੇ ਮੂੰਹ ਸਾਡਾ ਸੋਹਣਾ ਹੋਵੇ, ਸਵੇਰ ਨੂੰ ਸਕਿਨ ਸੋਹਣਾ ਲੱਗੇ, ਪਰ ਉਹ ਨਾਈਟ ਕਰੀਮ ਨਹੀਂ ਲਾਉਣੀ ਚਾਹੀਦੀ। ਨਹੀਂ, ਕਿਉਂਕਿ ਤੁਸੀਂ ਸਕਿਨ ਨੂੰ ਸਾਹ ਤਾਂ ਦੇਣਾ, ਟਾਈਮ ਦਿਓ, ਹੈ ਨਾ। ਗੱਲ ਉੱਥੇ ਆ ਕੇ ਲੋਕ ਕਹਿਣਗੇ ਫਿਰ ਬਣਾਈ ਕਿ ਉਹਨਾਂ ਨੇ ਉਹ ਤਾਂ ਉਹਨੀ ਤਾਂ ਬਣਾਉਣੀ ਹੈ, ਜੇ ਨਹੀਂ ਬਣਾਉਣੀ ਹੈ ਇਹ ਤਾਂ ਤੁਹਾਡੀ ਮਰਜ਼ੀ ਹੈ, ਤੁਸੀਂ ਵਰਤੋ ਜਾਂ ਨਾ ਵਰਤੋ, ਹੈ ਨਾ। ਜੇ ਨਹੀਂ ਬਣਾਉਣੀ ਉਹਨੀ ਤਾਂ ਬਣਾਉਣੀ ਆ, ਤਾਂ ਉਹਨੀ ਤਾਂ ਆਪਣਾ ਪ੍ਰੋਫਿਟ ਬਣਾਉਣਾ ਹੀ ਆ, ਹਾਂਜੀ। ਤਾਂ ਤੁਸੀਂ ਆਪਣੇ ਦਿਮਾਗ ਤੋਂ ਕੰਮ ਲਓ, ਹਾਂਜੀ। ਜੇ ਹੁਣ ਤੁਸੀਂ ਰਾਤ ਨੂੰ ਵੀ ਕਰੀਮ ਲਾਉਂਦੇ ਆ, ਮੂੰਹ ਤੇ ਦਿਨੇ ਵੀ ਲਾਉਂਦੇ ਆ, ਤਾਂ ਉਹ ਤੁਹਾਡੇ ਜਿਹੜੇ ਆਇਲ ਗਲੈਂਡਸ ਹੈ ਉਹ ਤਾਂ ਕਲੌਗ ਹੋ ਜਾਣੇ ਆ, ਬੰਦ ਹੋਏ ਰਹਿਣੇ ਆ, ਸਾਹ ਤਾਂ ਆਉਣਾ ਹੀ ਨਹੀਂ ਉਹਨਾਂ ਨੂੰ, ਹਾਂਜੀ। ਤੇ ਫਿੰਸੀਆਂ ਹੋਣੀਆਂ ਜਾਂ ਕੋਈ ਹੋਰ ਪ੍ਰੋਬਲਮ ਸ਼ੁਰੂ ਹੋ ਜਾਊਗਾ। ਸੋ you have to be very sensible about these things. ਟਰੂ ਗੱਲ ਹੈ, ਕਿਉਂਕਿ ਅਸੀਂ ਕਿਸ ਦਫਾ ਨਾ ਕਿਉਂਕਿ ਮਾਰਕੀਟ 'ਚ ਬੜਾ ਸਮਾਨ ਮਿਲਦਾ ਬੇਸ਼ੱਕ ਤਰ੍ਹਾਂ ਦਾ, ਫਿਰ ਜਦੋਂ ਐਡਵਰਟਾਈਜ਼ ਹੁੰਦੇ ਨੇ ਉਹਨਾਂ ਦਾ ਤਰੀਕਾ ਕਰਨ ਦਾ ਵੀ, ਕਿ ਮੈਂ ਹੁਣ ਜੇ ਤਰ੍ਹਾਂ ਆਪਣੇ ਮੁੱਦੇ ਤੋਂ ਬਾਹਰ ਜਾਵਾਂ, ਕੋਈ ਭਾਂਡੇ ਸਾਫ਼ ਕਰਨ ਲਈ ਚੀਜ਼ ਹੁੰਦੀ ਜਾਂ ਆਪਣਾ ਕੁੱਕਰ ਸਾਫ਼ ਕਰਨ ਵਾਲਾ, ਉਹ ਇੱਕ ਦਫਾ ਬ੍ਰਸ਼ ਮਾਰਦੇ ਤੇ ਉਹਦੇ 'ਚ ਸਪ੍ਰਿੰਕਲ ਸ਼ਾਈਨ ਨਿਕਲਦਾ ਹੈ। ਤੁਸੀਂ ਘਰ ਲਿਆ ਉਹਦਾ ਕੰਮ ਨਹੀਂ ਕਰਦੀ ਚੀਜ਼ ਹੈ। ਦੈਟਸ ਰਾਈਟ। ਉਹਨਾਂ ਦੇ ਇਹ ਤਾਂ ਮਾਰਕੀਟਿੰਗ ਦੇ ਤਰੀਕੇ ਹੁੰਦੇ ਆ ਵੀ ਆਪਣੀ ਪ੍ਰੋਡਕਟ ਕਿੱਦਾਂ ਵੇਚਣੀ ਆ, ਹਾਂਜੀ। ਇਹ ਤਾਂ ਤੁਹਾਨੂੰ ਆਪਣੇ ਆਪ ਅਵੇਅਰ ਹੋਣਾ ਚਾਹੀਦਾ ਵੀ ਇਹ ਪਖੰਡ ਕਰ ਰਹੇ ਕਿ ਨਹੀਂ ਕਰ ਰਹੇ, ਹਾਂਜੀ। ਤੇ ਬੱਚਿਆਂ ਤੇ ਦੇਖੋ, ਉਹਨਾਂ ਦੀ ਉਮਰ ਥੋੜੀ ਹੁੰਦੀ ਹੈ, ਉਹਨਾਂ ਤੇ ਖਾਸ ਇੰਪ੍ਰੈਸ਼ਨ ਜ਼ਿਆਦਾ ਪੈਂਦਾ ਆ, ਬਿਲਕੁਲ, ਹਾਂਜੀ, ਵੀ ਮੇਕਅਪ ਜ਼ਰੂਰ ਲਾਉਣਾ ਆ, ਅਸੀਂ ਇੱਦਾਂ ਦਾ ਮੇਕਅਪ ਚਾਹੀਦਾ, ਉੱਦਾਂ ਦਾ ਚਾਹੀਦਾ ਆ, ਪਰ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਵੀ ਅਸੀਂ ਆਪਣੇ ਆਪ ਸੋਚੀਏ, ਹਾਂਜੀ। ਤੇ ਪਰ ਉਹਨਾਂ ਤੇ ਆ ਟੀਵੀ ਵਗੈਰਾ, ਜੇ ਮੈਗਜ਼ੀਨਸ ਵਗੈਰਾ ਬਹੁਤ ਹੀ ਜ਼ਿਆਦਾ ਇੰਪ੍ਰੈਸ਼ਨ ਪਾਉਂਦੇ ਆ ਬੱਚਿਆਂ ਤੇ, ਬਹੁਤ ਯੰਗ ਏਜ ਤੋਂ ਸ਼ੁਰੂ ਕਰ ਦਿੰਦੇ ਆ ਇਹ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਇੰਪ੍ਰੈਸ ਕਰਨ ਲਈ। ਤੇ ਇਹ ਨੈਗੇਟਿਵ ਚੀਜ਼ ਆ ਇਹ ਬਹੁਤ। ਹੁਣ ਦੇਖੋ ਸੋਸ਼ਲ ਮੀਡੀਆ ਜਿਹੜਾ ਆ, ਇਹ ਇੱਕ ਦੂਏ ਨੂੰ ਬੱਚੇ ਫਿਰ ਦੱਸਦੇ ਆ, ਮੈਂ ਆਹ ਪ੍ਰੋਡਕਟ ਵਰਤਦੇ ਆ, ਤੁਸੀਂ ਆਹ ਵਰਤੋ, ਹਨਾ। ਬਹੁਤ ਜ਼ਿਆਦਾ ਇਹ ਕੰਮ ਖਰਾਬ ਹੋ ਜਾਏ। ਤੇ ਡਾਕਟਰ ਸਾਹਿਬ, ਨੈਚੁਰਲੀ ਜਦੋਂ ਬੱਚੇ 12, 13, 14 ਜਦੋਂ ਪ੍ਰੋਬਲਮ ਸਟਾਰਟ ਹੁੰਦੀ ਹੈ, ਪਹਿਲਾਂ ਤੇ ਡਾਈਟ ਉਹਨਾਂ ਨੂੰ ਕੰਟਰੋਲ ਕਰਨੀ ਪਏਗੀ, ਦੇਖਣਾ ਪਏਗਾ। ਜੋ ਸ਼ੁਰੂ ਹੋਵੇ ਸ਼ੁਰੂਆਤ ਦੇ ਵਿੱਚ, ਇਹ ਜਦੋਂ ਇੱਕਦਮ ਸਟਾਰਟ ਹੁੰਦੀ ਹੈ, ਜੇ ਤੁਸੀਂ ਡਾਈਟ ਕੰਟਰੋਲ ਕਰੋ, ਹੋਰ ਕੀ ਕਰ ਸਕਦੇ ਨੇ ਤਾਂ ਕਿ ਇੱਕਦਮ ਉਹਨੂੰ ਮੋੜ ਪੈ ਜਾਵੇ? ਇੱਕਦਮ ਇਹਨੂੰ ਮੋੜ ਹੋਮਿਓਪੈਥਿਕ ਦਵਾਈ ਨਾਲ ਪੈ ਸਕਦਾ ਜੀ, ਹੋਮਿਓਪੈਥੀ ਦੇ। ਦੈਟਸ ਰਾਈਟ ਯਾ, ਇੱਕਦਮ। ਤੇ ਕਿਉਂਕਿ ਇਹ ਜਿਹੜੀ ਐਕਨੀ ਆ, ਇਹ ਮੰਥਲੀ ਸਾਈਕਲ, ਲੇਡੀਜ਼ ਦੇ ਮੰਥਲੀ ਸਾਈਕਲ ਦੇ ਨਾਲ ਰਿਲੇਟਡ ਹੁੰਦੀ ਯੂਜਲੀ। ਤੇ ਯੂਜਲੀ ਇਹ ਯੰਗ ਕੁੜੀਆਂ ਨੋਟ ਕਰਦੀਆਂ ਪਰ ਜਦੋਂ ਸਾਡਾ ਮੰਥਲੀ ਸਾਈਕਲ ਆਉਣ ਵਾਲਾ ਹੁੰਦਾ ਨਾ, ਉਦੋਂ ਫਿੰਸੀਆਂ ਜ਼ਿਆਦਾ ਨਿਕਲਦੀਆਂ ਆ, ਰਾਈਟ। ਸੋ ਇਹਦੇ ਲਈ ਬਹੁਤ ਹੀ ਵਧੀਆ ਸਾਡੇ ਕੋਲ ਦਵਾਈਆਂ ਹੈਗੀਆਂ, ਜਿਹਦੇ ਨਾਲ ਅਸੀਂ ਇਹ ਮੰਥਲੀ ਸਾਈਕਲ ਵੀ ਰੈਗੂਲਰ ਹੋ ਜਾਂਦਾ ਹੈ ਤੇ ਉਹ ਫਿੰਸੀਆਂ ਵੀ ਆਉਣ ਤੋਂ ਹਟ ਜਾਂਦੀਆਂ, ਹਾਂਜੀ। ਸੋ ਇਹਨਾਂ ਨੂੰ ਜਿੰਨਾ ਜਲਦੀ ਤੁਸੀਂ ਟ੍ਰੀਟਮੈਂਟ ਕਰਾਓਗੇ ਉਨਾ ਬੈਟਰ ਰਹੂਗਾ, ਕਿਉਂਕਿ ਜਿੱਦਾਂ ਉਹ ਫਿੰਸੀਆਂ ਨਿਕਲਦੀਆਂ ਰਹਿੰਦੀਆਂ, ਫਿਰ ਉਹ ਕਿਉਰ ਹੋ ਜਾਂਦੀ, ਫਿਰ ਨਿਕਲਦੀਆਂ, ਉਹ ਸਕਿਨ ਹੌਲੀ ਹੌਲੀ ਖਰਾਬ ਹੁੰਦਾ ਰਹਿੰਦਾ ਹੈ। ਤੇ ਜਿੱਦਾਂ ਮੈਂ ਕਿਹਾ, ਫਿਰ ਬੱਚੇ ਉਹਨੂੰ ਛਿੱਲ ਦਿੰਦੇ ਆ, ਉਹਦੇ ਫਿਰ ਸਕਾਰ ਬਣ ਜਾਂਦੇ ਆ, ਹਾਂਜੀ। ਜਿਹੜੇ ਸਕਾਰ ਆ ਫਿਰ ਉਹ ਸਕਿਨ ਉਹ ਤਾਂ ਪਰਮਾਨੈਂਟਲੀ ਖਰਾਬ ਹੋ ਜਾਂਦਾ। ਬਿਲਕੁਲ ਦਾਗ ਪੈ ਜਾਂਦਾ ਨਾ ਫੇਸ ਦੇ ਉੱਪਰ, ਸਕਿਨ ਦੇ ਉੱਪਰ। ਦੈਟਸ ਰਾਈਟ ਯਾ। ਤੇ ਇੰਪੋਰਟੈਂਟ ਗੱਲ ਹੈ, ਪਤਾ ਕਿ ਇੱਕ ਤੇ ਭਾਜੀ ਜਦੋਂ ਨਾ ਸਲਾਹਕਾਰ ਹੁੰਦੇ ਨੇ ਲੋਕ, ਕੁਛ ਨਾ ਹਮੇਸ਼ਾ ਪ੍ਰੋਫੈਸ਼ਨਲ ਐਡਵਾਈਸ ਲਿਆ ਕਰੋ। ਤੁਸੀਂ ਹਮੇਸ਼ਾ ਆਪਣੇ ਜੀਪੀ ਨਾਲ ਚੈੱਕ ਕਰੋ, ਜਿਹਨੂੰ ਵੀ ਤੁਸੀਂ ਆਪਣਾ ਇਲਾਜ ਕਰਾਉਂਦੇ ਹੋ। ਜਿੱਦਾਂ ਕਰੀਮਾਂ ਵਗੈਰਾ ਮਿਲਦੀਆਂ, ਸਭ ਕੁਝ ਮਿਲਦਾ ਦੁਨੀਆ ਦੇ ਵਿੱਚ। ਗਿਮਿਕ ਹੁੰਦਾ, ਉਹ ਕਿੱਦਾਂ ਐਡਵਰਟਾਈਜ਼ ਕਰਦੇ ਨੇ, ਦੇ ਆਰ ਨਾਟ ਆਲਵੇਜ਼ ਦ ਬੈਸਟ ਪ੍ਰੋਡਕਟ ਟੂ ਯੂਜ਼। ਜਿੱਦਾਂ ਹੁਣ ਤੁਸੀਂ ਦੱਸਿਆ, ਬੇਸ਼ੁਮਾਰ ਲੋਕ ਆਪਣਾ ਮੂੰਹ ਧੋ ਕੇ ਫਰੈਸ਼ ਕਰਦੇ ਨੇ, ਉੱਤੋਂ ਕਰੀਮ ਲਗਾ ਲੈ, ਉਹ ਫਿਰ ਉਹਦਾ ਧੋਣ ਦਾ ਫਾਇਦਾ ਨਹੀਂ ਹੋਇਆ। ਚਲੋ ਥੋੜੀ ਜਿਹੀ, ਜੇ ਤੁਹਾਡਾ ਸਕਿਨ ਜ਼ਿਆਦਾ ਡਰਾਈ ਰਹਿੰਦਾ ਹੈ ਨਾ, ਕਈਆਂ ਦਾ ਬਹੁਤ ਜ਼ਿਆਦਾ ਡਰਾਈ ਹੁੰਦਾ ਸਕਿਨ, ਥੋੜੀ ਜਿਹੀ ਕਰੀਮ ਤੁਸੀਂ ਲਾਓ, ਉਹ ਕੋਈ ਬੈਡ ਨਹੀਂ ਹੈਗਾ, ਹਾਂਜੀ। ਲਾਈਟ ਜੀ, ਹਾਂ, ਲਾਈਟ ਜੀ ਲਾਓ, ਜ਼ਿਆਦਾ ਨਾ ਲਾਓ, ਹੈ ਨਾ, ਜ਼ਿਆਦਾ ਕਲੌਗ ਨਾ ਕਰੋ। ਤੇ ਫਿਰ ਸ਼ਾਮ ਨੂੰ ਤੁਸੀਂ ਮੂੰਹ ਧੋ ਲਓ, ਹਾਂਜੀ, ਲਾ ਦਿਓ ਕਰੀਮ ਨੂੰ, ਹਾਂਜੀ, ਤੇ ਉਹਨੂੰ ਫਰੈਸ਼ ਕਰ ਦਿਓ ਸਕਿਨ ਨੂੰ, ਤੇ ਉਹਨੂੰ ਥੋੜ੍ਹਾ ਜਿਹਾ ਸਾਹ ਮਿਲੇ, ਹਾਂਜੀ। ਤੇ ਜਿਹੜੇ ਗਲੈਂਡਸ ਆ ਉਹਨਾਂ ਨੂੰ ਪ੍ਰੋਪਰ ਕੰਮ ਕਰਨ ਦਿਓ, ਹਾਂਜੀ। ਤੇ ਥੋੜ੍ਹਾ ਜਿਹਾ ਤੁਸੀਂ ਸਕਿਨ ਦਾ ਆਪਣਾ ਮੂੰਹ ਦਾ ਮਸਾਜ ਵੀ ਕਰ ਸਕਦੇ ਆ, ਹਾਂਜੀ। ਤਾਂ ਉਹਦਾ ਫਿਰ ਖੂਨ ਵੀ ਸਰਕੂਲੇਟ ਚੰਗੀ ਤਰ੍ਹਾਂ ਕਰੇ। ਡਾਕਟਰ ਸਾਹਿਬ, ਹੁਣੀ ਇੱਕ ਮੈਨੂੰ ਮੈਸੇਜ ਆਇਆ, ਜਿਹੜਾ ਬੇਬੀ ਆਇਲ ਹੁੰਦਾ, ਕਈ ਲੋਕ ਉਹ ਆਪਣੀ ਸਕਿਨ ਮੂੰਹ ਤੇ ਮਲਦੇ ਨੇ, ਹਾਂਜੀ ਹਾਂਜੀ, ਉਹ ਠੀਕ ਹੈ ਚੀਜ਼? ਵੈਸੇ ਬੇਬੀ ਆਇਲ ਜਿਹੜਾ ਤੁਸੀਂ ਉਹ ਦੇਖੋ ਕਿੱਥੋਂ ਬਣਦਾ ਆ, ਹਾਂਜੀ। ਹੁਣ ਉਹਦੀ ਵੀ ਇੱਕ ਐਦਾਂ ਦੀ ਐਡਵਰਟਾਈਜ਼ਮੈਂਟ ਕਰਦੇ ਆ ਵੀ ਇਹ ਬੇਬੀ ਆਇਲ ਆ, ਇਹ ਬਹੁਤ ਸੌਫਟ ਹੈ ਸਕਿਨ ਲਈ, ਬੱਚੇ ਲਈ ਆ, ਇਹ ਬਹੁਤ ਵਧੀਆ ਚੀਜ਼ ਆ। ਪਰ ਜੇ ਤੁਸੀਂ ਉਹਦੇ ਵਿੱਚ ਦੇਖੋ ਨਹੀਂ ਇਨਗਰੀਡੀਐਂਟਸ ਕਿੱਥੋਂ ਬਣਦਾ ਬੇਬੀ ਆਇਲ, ਉਹ ਪੈਟਰੋਲੀਅਮ ਇੰਡਸਟਰੀ ਤੋਂ ਬਣਦਾ ਉਹ, ਹਾਂਜੀ। ਬਾਈ ਪ੍ਰੋਡਕਟ ਜਿਹੜਾ ਕੋਈ ਪੈਟਰੋਲੀਅਮ ਇੰਡਸਟਰੀ ਦਾ, ਉਹ ਸੁੱਟਣਾ ਕਾਹਦੇ ਲਈ ਆ, ਉਹਦਾ ਆਇਲ ਬਣਾ ਦਿਓ, ਬੇਬੀ ਆਇਲ ਬਣਾ ਦਿਓ, ਹਾਂਜੀ। ਇਟਸ ਨਾਟ ਅ ਗੁੱਡ ਥਿੰਗ ਟੂ ਯੂਜ਼। ਇਹਦੇ ਨਾਲੋਂ ਤੁਸੀਂ ਕੋਈ ਆਪਣਾ ਓਲੀਵ ਆਇਲ ਵਗੈਰਾ ਨੈਚੁਰਲ ਆਇਲ ਵਰਤੋ,
ਬੀ ਮਚ ਬੈਟਰ। ਹਾਂਜੀ ਭਾਜੀ ਹੁਣ ਮੈਨੂੰ ਇੱਕ ਚੀਜ਼ ਸਮਝਾਓ, ਤੁਸੀਂ ਕਈ ਦਫਾ ਆਪਣੇ ਇਨਸਾਨ, ਆਪਣੇ ਗੁਰਸਿੱਖ ਬੰਦੇ ਹੁੰਦੇ ਨੇ, ਕੋਈ ਵੀ ਹੁੰਦਾ ਇਨਸਾਨ, ਮੈਂ ਜੇ ਲੇਡੀ ਦੀ ਵੀ ਗੱਲ ਕਰਾਂ ਜਾਂ ਆਦਮੀ ਦੀ ਗੱਲ ਕਰਾਂ ਨਾ, ਉਹਨਾਂ ਦਾ ਫੇਸ ਗਲੋ ਕਰਦਾ ਹੁੰਦਾ। ਉਹ ਤੇ ਜ਼ਾਹਿਰ ਹੈ ਕਿ ਉਹਨਾਂ ਨੇ ਮੇਕਅਪ ਨਹੀਂ ਲਗਾਇਆ ਹੋਇਆ। ਹਾਂਜੀ ਹਾਂਜੀ ਉਹ ਕਿਉਂ, ਉਹ ਕਿਸ ਤਰ੍ਹਾਂ ਹੁੰਦਾ ਹੈ? ਹਾਂਜੀ ਭਾਜੀ, ਇਹ ਜਿਹਨਾਂ ਦਾ ਗਲੋ ਹੁੰਦਾ ਨਾ, ਤੇ ਕਈ ਲੋਕਾਂ ਨੂੰ ਤੁਸੀਂ ਨੋਟ ਕਰਦੇ ਹੋ ਉਹਨਾਂ ਦੀ ਬਾਡੀ ਵੀ ਗਲੋ ਹੁੰਦੀ, ਉਹਨਾਂ ਦਾ ਮੂੰਹ ਵੀ ਗਲੋ ਹੁੰਦਾ। ਇਹ ਇੱਕ ਨੈਚੁਰਲ ਐਨਰਜੀ ਹੁੰਦੀ ਹੈ ਅੰਦਰਲੀ। ਹਾਂਜੀ, ਤੇ ਉਹਨੂੰ ਤੁਸੀਂ ਪ੍ਰਾਣਿਕ ਐਨਰਜੀ ਵੀ ਕਹਿ ਸਕਦੇ ਆ, ਜੀਵਨ ਸ਼ਕਤੀ ਵੀ ਕਹਿ ਸਕਦੇ ਆ। ਇਹ ਬਾਡੀ ਦੀ ਐਨਰਜੀ ਆ, ਤੇ ਜਿੰਨਾ ਤੁਸੀਂ ਸਪਿਰਿਚੁਅਲੀ ਜ਼ਿਆਦਾ ਜਾਣਦੇ ਹੈ ਨਾ, ਉਨੀ ਤੁਹਾਡੀ ਇਹ ਵੱਧਦੀ ਐਨਰਜੀ ਵੱਧਦੀ ਹੈ। ਹਾਂਜੀ ਦੈਟਸ ਰਾਈਟ। ਤੇ ਇਹਦੇ ਨਾਲ ਨੈਚੁਰਲੀ ਤੁਹਾਡੀ ਬਾਡੀ ਵਿੱਚ ਐਨਰਜੀ ਆਉਂਦੀ ਹੈ, ਇਹ ਸ਼ਕਤੀ ਆਉਂਦੀ ਆ, ਤੇ ਇਹਦੇ ਨਾਲ ਤੁਹਾਡੀ ਬਾਡੀ ਬਿਲਕੁਲ ਗਲੋ ਹੁੰਦੀ ਹੈ। ਤੁਸੀਂ ਦੇਖੋ ਨਾ, ਬੰਦਾ ਕੋਈ ਉਹਦਾ ਮੂੰਹ ਚਮਕਦਾ ਹੋਊਗਾ, ਚਮਕਦਾ ਬਿਲਕੁਲ ਨਾ, ਰੌਣਕ ਹੁੰਦੀ, ਪਤਾ ਲੱਗਦਾ ਕਿ ਗਲੋ, ਜਦੋਂ ਤੁਸੀਂ ਫੇਸ ਦੇਖਦੇ ਪਤਾ ਲੱਗਦਾ ਕਿ ਸਮਥਿੰਗ ਨਾ ਡਿਫਰੈਂਟ ਹੈ ਉਹਦੇ ਤੇ, ਨਾ ਰੌਣਕ ਹੈ ਮੂੰਹ ਦੇ ਉੱਪਰ। ਹਾਂਜੀ ਹਾਂਜੀ ਦੈਟਸ ਰਾਈਟ। ਤੁਸੀਂ ਇਦਾਂ ਵੀ ਦੇਖੋ, ਜਦੋਂ ਤੁਸੀਂ ਕਿਤੇ ਕੰਟਰੀ ਸਾਈਡ ਵਿੱਚ ਜਾਂਦੇ ਹੋ ਨਾ, ਉੱਥੇ ਲੋਕੀ ਜਿਹੜੇ ਰਹਿੰਦੇ ਆ ਉਹ ਬੜਾ ਫਰੈਸ਼ ਏਅਰ ਲੈਂਦੇ, ਬਾਹਰ ਕੰਮ ਕਰਦੇ ਆ, ਤੇ ਉਹ ਉੱਥੇ ਦੀ ਨੈਚੁਰਲ ਖੁਰਾਕ ਉਗਾਉਂਦੇ ਆ ਤੇ ਉਹ ਖਾਂਦੇ ਆ, ਤੇ ਉਹਨਾਂ ਦੀ ਐਨਰਜੀ ਤੁਸੀਂ ਨੋਟ ਕਰੋ ਕਿੰਨੀ ਹੁੰਦੀ ਹੈ ਵੱਧ। ਸ਼ਹਿਰਾਂ ਵਿੱਚ ਰਹਿਣ ਨਾਲੋਂ ਉਹਨਾਂ ਦੀ, ਲੋਕਾਂ ਦੀ ਜ਼ਿਆਦਾ ਹੁੰਦੀ ਹੈ। ਭਾਜੀ ਜੇ ਤੁਸੀਂ ਖੁਸ਼ੀ ਨਹੀਂ ਰਹਿੰਦੇ, ਉਹਦੇ ਨਾਲ ਵੀ ਤਾਂ ਫਰਕ ਪੈਂਦਾ ਹੀ ਹੈ ਕਿ ਪੈਂਦਾ ਹੀ ਹੈ। ਜਦੋਂ ਇੱਥੇ ਹਰ ਵੇਲੇ ਟੈਨਸ਼ਨ, ਸਟ੍ਰੈਸ ਰਹਿੰਦੀ ਹੈ, ਤੁਹਾਡੀ ਐਨਰਜੀ ਡਾਊਨ ਹੋ ਜਾਂਦੀ ਹੈ। ਮੂੰਹ ਤੇ ਦਿਖਾਈ ਦਿੰਦੀ ਹੈ, ਮੂੰਹ ਤੇ ਦਿਖਾਈ ਦਿੰਦੀ ਹੈ, ਤੁਹਾਡੇ ਮੂੰਹ ਤੇ ਟੈਨਸ਼ਨ ਰਹਿੰਦਾ ਹਰ ਵੇਲੇ। ਹਾਂਜੀ, ਤੇ ਬੰਦਾ ਅੱਜ ਕੱਲ੍ਹ ਸਮਾਈਲ ਵੀ ਨਹੀਂ ਕਰਦਾ। ਤੁਸੀਂ ਬਾਹਰ ਜਾ ਕੇ ਦੇਖੋ ਨਾ, ਸੜਕ ਤੇ ਤੁਰ ਕੇ ਲੋਕਾਂ ਦੇ ਚਿਹਰਿਆਂ ਵੱਲ ਦੇਖੋ, ਡਿਪਰੈਸ਼ਨ ਹੁੰਦਾ ਲੋਕਾਂ ਨੂੰ ਬਹੁਤ ਜ਼ਿਆਦਾ। ਕੁਝ ਜ਼ਿੰਦਗੀ ਏਦਾਂ ਦੀ ਹੈ ਵੈਸਟਰਨ ਕੰਟਰੀਆਂ 'ਚ, ਕੁਝ ਹੁਣ ਕੋਵਿਡ ਕਰਕੇ ਵੀ ਬੜਾ ਫਿਕਰ ਹੋ ਗਿਆ 4-5-6 ਮਹੀਨਿਆਂ ਦਾ, ਤੇ ਲੋਕੀ ਹੈ ਤਾਂ ਟੈਨਸ਼ਨ ਦੇ ਵਿੱਚ ਹੈਗਾ। ਲੇਕਿਨ ਇੱਕ ਭਾਜੀ ਆਪਾਂ ਕਹਿ ਦਿੰਦੇ ਬੜਾ ਸਖਾਲਾ ਕੰਮ ਹੈ, ਕਈਆਂ ਬੰਦਿਆਂ ਦੀ ਆਦਤ ਹੁੰਦੀ ਜਦੋਂ ਗੱਲ ਕਰਦੇ ਉਹਦੇ ਚਿਹਰੇ ਤੇ ਮੁਸਕਰਾਹਟ ਹੁੰਦੀ। ਉਹ ਕਰਦੇ ਨਹੀਂ ਹੈ ਮੁਸਕਰਾਹਟ, ਪਰ ਉਹ ਦਿਖਾਈ ਦਿੰਦੀ ਹੈ, ਉਹਨਾਂ ਦਿਖਾਈ ਦਿੰਦੀ ਹੈ। ਚੀਅਰਫੁਲ ਗਿਫਟਡ ਪੀਪਲ ਹੈ, ਅੰਦਰੋਂ ਉਹਨਾਂ ਦੀ ਖੁਸ਼ੀ ਹੁੰਦੀ ਹੈ, ਅੰਦਰਲੀ ਖੁਸ਼ੀ ਜਿਹੜੀ ਆ ਉਹ ਫਿਰ ਮੂੰਹ ਤੇ ਆ ਜਾਂਦੀ ਆ। ਤੇ ਵੈਰੀ ਇੰਪੋਰਟੈਂਟ ਵੀ ਤੁਸੀਂ ਸ਼ਾਮ ਨੂੰ ਥੋੜਾ ਜਿਹਾ ਟਾਈਮ ਕੱਢੋ ਆਪਣੇ ਆਪ ਲਈ, ਹਨਾ, ਤੇ ਆਪਣੀ ਫੈਮਿਲੀ ਲਈ ਟਾਈਮ ਕੱਢੋ। ਤੇ ਜਦੋਂ ਤੁਸੀਂ ਘਰ ਹੁੰਦੇ ਆ ਫਿਰ ਤਾਂ ਤੁਹਾਨੂੰ ਟੈਨਸ਼ਨ ਨਹੀਂ ਕੋਈ ਹੋਣਾ ਚਾਹੀਦਾ ਨਾ। ਕੰਮ ਤੇ ਚਲੋ ਹੁੰਦੇ, ਕੰਮ ਦੇ ਟੈਨਸ਼ਨ ਹੁੰਦੇ ਆ, ਪਰ ਤੁਸੀਂ ਇਹੀ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਘਰ ਆਉਂਦੇ ਆ ਤਾਂ ਸਟ੍ਰੈਸ ਤੁਹਾਡੀ ਫਰੰਟ ਡੋਰ ਤੋਂ ਬਾਹਰ ਹੀ ਛੱਡਿਆ ਕਰੋ ਆਪਣੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਬੜੀ ਪੁਰਾਣੀ ਹੈ, ਗੋਰੇ ਨੇ ਮੈਨੂੰ ਗੱਲ ਦੱਸੀ ਸੀਗੀ। ਉਹ ਕਹਿੰਦਾ ਜਦੋਂ ਤੁਸੀਂ ਕੰਮ ਤੇ ਆਉਂਦੇ ਹੋ ਨਾ, ਤੇ ਜਦੋਂ 4-5 ਮਿੰਟ ਰਹਿੰਦੇ ਆਪਾਂ ਗੱਲ ਕਰ, ਬੜੀ ਇੰਟਰਸਟਿੰਗ ਗੱਲ ਭਾਜੀ, ਉਹ ਤਾਂ ਬੰਦਾ ਸੋਚਦਾ ਨਹੀਂ ਕਿਉਂਕਿ ਯੰਗ ਹੁੰਦਾ ਹੈ। ਕਹਿੰਦਾ ਜਦੋਂ ਤੁਸੀਂ ਆਫਿਸ ਆ ਕੇ ਪਰਫਾਰਮ ਕਰਨਾ, ਕਸਟਮਰ ਸਰਵਿਸ ਕਰਨੀ, ਕੁਝ ਵੀ ਕਰਨਾ ਹੈ, ਜਿਹੜੀ ਤੁਹਾਡੀ ਮੁਸੀਬਤਾਂ ਨਾ ਉਹ ਦਰਵਾਜ਼ੇ ਤੇ ਬਾਹਰ ਰੱਖ ਕੇ ਆ ਜਾਓ। ਅੱਛਾ ਅੱਛਾ, ਆਪਣੇ ਮੋਢੇ ਤੋਂ ਪਾਰ ਕੇ ਨਾ ਉਹ ਸਾਰਾ ਕੁਝ ਦਿਮਾਗ ਖਾਲੀ ਕਰਕੇ ਉੱਥੇ ਛੱਡ ਦੋ। ਹਾਂਜੀ ਹਾਂਜੀ, ਕਹਿੰਦਾ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਜਦੋਂ ਤੁਸੀਂ ਬਾਹਰ ਜਾਓਗੇ ਨਾ, ਉਹ ਤੁਹਾਡੇ ਵੇਟ ਕਰਦੇ ਆ। ਅੱਛਾ, ਜਦੋਂ ਤੁਸੀਂ ਬਾਹਰ ਨਿਕਲੇ ਤੁਹਾਡੇ ਵਾਪਸ ਵਾਲੀ ਜੰਮ ਮਾਰ ਕੇ। ਭਾਜੀ ਤੁਸੀਂ ਕਦੇ ਐਕਸਪੀਰੀਅੰਸ ਕਰਕੇ ਦੇਖੋ, ਹਕੀਕਤ ਹੈ। ਹਾਂਜੀ ਹਾਂਜੀ, ਤੁਸੀਂ ਅੰਦਰ ਆ ਜਾਂਦੇ ਹੋ, ਬਿਜ਼ੀ ਹੋ ਜਾਂਦੇ ਹੋ, ਤੁਸੀਂ ਪਰਫਾਰਮ ਕਰਦੇ ਹੋ, ਤੁਸੀਂ ਗੱਲਬਾਤ ਕਰਦੇ ਹੋ, ਕਸਟਮਰ ਸਰਵਿਸ ਕਰਦੇ ਹੋ, ਲੋਕਾਂ ਨੂੰ ਮਿਲਦੇ ਹੋ, ਚਿਹਰੇ ਨਾਲ ਮਿਲਦੇ ਹੋ, ਤੁਸੀਂ ਇੱਕ ਹੋਰ ਦੁਨੀਆ 'ਚ ਹੁੰਦੇ ਹੋ। ਹਾਂਜੀ ਹਾਂਜੀ, ਜਦੋਂ ਤੁਸੀਂ ਆਪਣੀ ਦੁਨੀਆ 'ਚ ਵਾਪਸ ਉਹ ਦਰਵਾਜ਼ੇ ਛੱਡ ਕੇ ਆਏ ਹੋ, ਉਹ ਜੰਪ ਮਾਰ ਕੇ ਵਾਪਸ ਤੁਹਾਡੇ ਉੱਪਰ। ਹਾਂਜੀ, ਇਹ ਐਨਰਜੀ ਹੈ ਨਾ, ਐਨਰਜੀ ਚੀਜ਼ ਹੈ ਇੱਕ। ਹਾਂ, ਐਨਰਜੀ ਹੈ। ਤੁਸੀਂ ਉਦਾਂ ਦੀ ਐਨਰਜੀ ਛੱਡ ਕੇ ਆਉਂਦੇ ਆ, ਜਦੋਂ ਬਾਹਰ ਨਿਕਲਦੇ ਉਹ ਮੁੜ ਕੇ ਐਨਰਜੀ ਤੁਹਾਨੂੰ ਫਿਰ ਚੁੰਬੜ ਜਾਂਦੀ ਹੈ। ਸੋ ਇਹਦਾ ਨਤੀਜਾ ਪਤਾ ਕੀ ਨਿਕਲਦਾ ਹੈ? ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਹਨੂੰ ਵਾਪਸ ਬਿਠਾਣਾ ਮੋਢੇ ਤੇ ਕਿ ਨਹੀਂ ਬਿਠਾਣਾ। ਦੈਟਸ ਰਾਈਟ, ਦੈਟਸ ਰਾਈਟ। ਹਾਂਜੀ, ਤੁਸੀਂ ਉਹਨੂੰ ਫਿਨਿਸ਼ ਵੀ ਕਰ ਸਕਦੇ ਹੋ, ਫਿਨਿਸ਼ ਵੀ ਕਰ ਸਕਦੇ ਹੋ ਨਾ, ਉਸੇ ਮਾਹੌਲ 'ਚ ਰਹੋ। ਹਾਂਜੀ ਹਾਂਜੀ, ਡਾਕਟਰ ਸਾਹਿਬ ਇੱਕ ਮੇਰੇ ਹੁਣ ਦਿਮਾਗ 'ਚੋਂ ਗੱਲ ਆ ਰਹੀ ਹੈ, ਇਹ ਵਿਚਾਰਾ ਬੁੜੀਆਂ ਬਜ਼ੁਰਗਾਂ ਕਹਿੰਦੇ ਹੁੰਦੇ ਸੀ ਪਹਿਲਾਂ ਜ਼ਮਾਨੇ ਦੇ ਵਿੱਚ ਕਿ ਜੇ ਤੂੰ ਸੜਿਆ ਜਾਂਦਾ ਤੇਰਾ ਖੂਨ ਕਾਲਾ ਹੋ ਜਾਏਗਾ। ਉਹ ਤੇਰੇ ਮੂੰਹ ਤੇ ਦਿਖਾਈ ਦਿੰਦਾ ਕਿ ਤੂੰ ਏਦਾਂ ਦਾ। ਉਹ ਹੈ ਟਰੂ ਗੱਲ, ਟਰੂ ਗੱਲ ਹੈ। ਐਗਜ਼ੈਕਟਲੀ, ਹਾਂਜੀ ਐਗਜ਼ੈਕਟਲੀ। ਜਿੱਦਾਂ ਆਪਾਂ ਪਹਿਲੇ ਪ੍ਰੋਗਰਾਮ ਵਿੱਚ ਕੀਤਾ ਸੀ ਨਾ, ਜਿਹੜਾ ਬੰਦਾ ਗੁੱਸੇਖੋਰ ਰਹਿੰਦਾ ਆ, ਹਰ ਵੇਲੇ ਗੁੱਸੇ 'ਚ ਰਹਿੰਦਾ ਆ, ਤੇ ਉਹਦੀ ਬਾਡੀ ਡੈਮੇਜ ਹੁੰਦੀ ਆ। ਇਹ ਸਾਇੰਟੀਫਿਕਲੀ ਪ੍ਰੂਵ ਹੋ ਗਿਆ ਹੁਣ ਵੀ ਉਹ ਐਡਰੇਨਲਿਨ ਰਿਲੀਜ਼ ਹੁੰਦਾ, ਕੋਰਟੀਸੋਲ ਰਿਲੀਜ਼ ਹੁੰਦਾ ਬਾਡੀ ਵਿੱਚ, ਤੇ ਉਹ ਤੁਹਾਡੇ ਆਰਗਨਸ ਵਿੱਚ ਇਨਫਲੇਮੇਸ਼ਨ ਕਰਦਾ ਹੈ। ਦੈਟਸ ਅ ਫੈਕਟ। ਜੇ ਆਪਣੀ ਬੀਬੀਆਂ ਜੋ ਕਹਿੰਦੀਆਂ ਸੀਗੀਆਂ 100% ਟਰੂ ਹੈ ਭਾਜੀ। ਇੱਕ ਮੈਂ ਵੀ ਤੁਹਾਨੂੰ ਮੈਡੀਕਲ ਇਲਾਜ ਦੱਸਦਾ, ਤੁਸੀਂ ਕਹਿੰਦਾ ਪਾਲ ਜੀ ਆਪਣੀਆਂ ਗੱਲਾਂ ਮਾਰਦਾ, ਵਿਚ ਇਜ਼ ਹਕੀਕਤ। ਆਪਣੀ ਜ਼ਿੰਦਗੀ ਦੇ ਵਿੱਚ ਨਾ ਲੋਕਾਂ ਨੂੰ ਮਾਫ ਕਰਨਾ ਸਿੱਖੋ। ਇੱਕ ਦਫਾ ਤੁਸੀਂ ਮਾਫ ਕਰ ਦਿੱਤਾ ਨਾ, ਤੇ ਉਹ ਤੁਹਾਡਾ ਕ੍ਰੋਧ ਨਿਕਲ ਗਿਆ ਬਾਰ-ਬਾਰ। ਬੜਾ ਮੁਸ਼ਕਿਲ ਹੈ, ਬੜੇ ਤਕਲੀਫ ਹੁੰਦੀ, ਬੜਾ ਦੁੱਖ ਹੁੰਦਾ ਅਗਰ ਤੁਹਾਨੂੰ ਕਿਸੇ ਨੇ ਧੋਖਾ ਦਿੱਤਾ ਹੋਵੇ, ਤੁਸੀਂ ਸਿੰਸੀਅਰ ਹੈਗੇ ਹੋ, ਤੁਹਾਡਾ ਬਿਲਕੁਲ ਕੋਈ ਫਾਲਟ ਨਹੀਂ ਹੈਗੀ, ਕੋਈ ਬੰਦਾ ਤੁਹਾਨੂੰ ਗਲਤ ਕਰਦਾ, ਤੁਹਾਡੀ ਲਾਈਫ ਦੇ ਵਿੱਚ ਬਹੁਤ ਕ੍ਰੋਧ ਆਉਂਦਾ ਹੈ, ਉਹੀ ਬਿਮਾਰੀਆਂ ਵਧਾਉਂਦੀਆਂ ਨੇ। ਬਿਕੋਜ਼ ਉਹ ਬੰਦਾ ਤਾਂ ਤੁਹਾਨੂੰ ਨੁਕਸਾਨ ਕਰ ਗਿਆ, ਫਿਰ ਤੁਸੀਂ ਆਪਣਾ ਵੀ ਖੁਦ ਕਰੀ ਜਾ ਰਹੇ ਹੋ। ਹਾਂਜੀ, ਬਿਲਕੁਲ ਸਹੀ ਗੱਲ ਹੈ ਭਾਜੀ ਇਹ। ਤੇ ਇਹ ਸਾਡੀ ਗੁਰਬਾਣੀ ਵੀ ਇਹੀ ਦੱਸਦੀ ਆ। ਫਰੀਦ ਜੀ ਦੇ ਸ਼ਲੋਕ ਜੇ ਪੜ੍ਹੀਏ ਹੈ ਨਾ,
ਤੇ ਇਹੀ ਗੱਲਾਂ ਦੱਸਦੇ ਵੀ ਤੁਸੀਂ ਲੋਕਾਂ ਨੂੰ ਮਾਫ ਕਰ ਦਿਓ ਮਾਫ਼ ਕਰੋ, ਜਿਹੜੇ ਬਿਲਕੁਲ। ਤੁਹਾਡਾ ਬੁਰਾ ਕਰਦੇ ਆ, ਕਿਉਂਕਿ ਇਹ 'ਚ ਤੁਹਾਡੀ ਆਪਣੀ ਬਿਹਤਰ ਆ। ਬਿਲਕੁਲ ਹਾਂਜੀ, ਜੇ ਤੁਸੀਂ ਉਹਨੂੰ ਮਾਫ ਕਰ ਦਿੰਦੇ ਆ ਤਾਂ ਤੁਹਾਡਾ ਉਹ ਸਿਲਸਿਲਾ ਜਿਹੜਾ ਖਤਮ ਹੋ ਜਾਂਦਾ, ਤੁਸੀਂ ਰਿਲੈਕਸ ਹੋ ਜਾਂਦੇ ਆ। ਜੇ ਤੁਹਾਨੂੰ ਚੁੱਭੀ ਜਾਂਦਾ, ਤੁਸੀਂ ਜਦ ਵੀ ਉਹਦੇ ਬਾਰੇ ਸੋਚਦੇ ਆ ਫਿਰ ਤੁਹਾਨੂੰ ਗੁੱਸਾ ਚੜ ਜਾਂਦਾ, ਫਿਰ ਗੁੱਸਾ ਤੁਸੀਂ ਆਪਣੇ ਆਪ ਨੂੰ ਡੈਮੇਜ ਕਰ ਰਹੇ ਹੋ ਅੰਦਰ। ਭਾਜੀ ਗੱਲ ਹੈ ਅਸੀਂ ਜੋ ਪ੍ਰੀਚ ਕਰਦੇ ਹਾਂ ਪ੍ਰੈਕਟਿਸ ਨਹੀਂ ਕਰਦੇ, ਜੋ ਮੈਂ ਕਹਿੰਦਾ ਸ਼ਾਇਦ ਮੇਰੇ ਜੋ ਐਬਿਲਿਟੀ ਨਹੀਂ ਹੈਗੀ। ਹਾਂਜੀ, ਇੰਨਾ ਪਰ- easy ਨਹੀਂ ਹੈਗਾ। ਪਰ ਹੈ ਉਹ, ਪਰ ਐਟਲੀਸਟ ਮੇਰੇ ਦਿਮਾਗ 'ਚ ਹੈ ਨਾ, ਮੈਂ ਕੋਸ਼ਿਸ਼ ਕਰਦਾ ਉਹਨੂੰ ਫੋਲੋ ਕਰਨ ਦੀ। ਹਾਂਜੀ, ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਂ, that's ਕੋਸ਼ਿਸ਼ right। ਕਰਦੇ। ਹਾਂਜੀ ਹਾਂਜੀ। ਮੈਂ ਸ਼ੁਰੂਆਤ ਤੁਹਾਨੂੰ ਕਿਹਾ ਸੀ ਤੁਸੀਂ ਮੈਨੂੰ ਆਪਣਾ ਚੇਲਾ ਬਣਾ ਲਓ। ਨਹੀਂ ਭਾਜੀ ਕਹਿੰਦੇ ਨਾ ਸਿਓ ਨੂੰ ਦੇਖ ਕੇ ਬੰਦਾ ਰੰਗ ਫਾੜਦਾ, ਮੇਰਾ ਉਹੀ ਹਿਸਾਬ ਹੈ। ਹਾਂਜੀ ਹਾਂਜੀ, ਜਦੋਂ ਤੁਸੀਂ ਕਿਸੇ ਨਾਲ ਏਦਾਂ ਬੈਰ ਵਿਰੋਧ ਕਰਦੇ ਹਨ ਨਾ, ਉਹ ਬੈਰ ਵਿਰੋਧ ਭਾਜੀ ਕਦੇ ਮੁੱਕਦਾ ਨਹੀਂਗਾ। ਨਹੀਂ ਮੁੱਕਦਾ, ਨਹੀਂ ਮੁੱਕਦਾ। ਤੇ ਉਹ ਚੱਲਦਾ ਹੀ ਰਹਿੰਦਾ। ਤੁਸੀਂ ਉਹਦਾ ਕੁਝ ਨੁਕਸਾਨ ਕਰਦੇ, ਉਹ ਵੀ ਤੁਹਾਡਾ ਕੋਈ ਨੁਕਸਾਨ ਕਰਦਾ, ਉਹ ਚੱਲਦਾ ਹੀ ਰਹਿੰਦਾ ਬੈਰ ਚੱਲਦਾ ਹੀ ਰਹਿੰਦਾ ਵਿਰੋਧ। ਹੈ। ਤੇ ਸਿਰਫ ਇਸ ਜਨਮ ਵਿੱਚ ਨਹੀਂ, ਜੇ ਤੁਹਾਡਾ ਨਹੀਂ ਖਤਮ ਹੁੰਦਾ ਫਿਰ ਨੈਕਸਟ ਜਨਮ ਵਿੱਚ ਵੀ ਉਹ ਚੱਲਦਾ ਹੀ ਰਹਿਣਾ ਭਾਜੀ। Really? ਦੈਟਸ ਰਾਈਟ, ਉਹ ਕੈਰੀ ਔਨ ਹੋ ਜਾਂਦਾ ਹੈ। ਸੋ ਇਹਦਾ ਬੈਟਰ ਆ ਕਿ ਤੁਸੀਂ ਐਸੇ ਜਨਮ ਚ ਫਿਨਿਸ਼ ਕਰ ਦਿਓ ਤੇ ਆਪਣਾ ਆਪ ਚ ਵਧੋ। ਭਾਜੀ ਸੋਚ ਦੇ ਦਿਮਾਗ ਦੇ ਨਾ ਦਰਵਾਜ਼ੇ ਨੇ ਬਹੁਤ। ਹਾਂ ਜਦ ਤੱਕ ਤੁਸੀਂ ਦਰਵਾਜ਼ਾ ਬੰਦ ਨਹੀਂ ਕਰੋਗੇ ਨਾ ਤੇ ਸੋਚ ਅੰਦਰ ਬਾਹਰ ਆਂਦੀ ਜਾਏਗੀ। ਹਾਂਜੀ ਹਾਂਜੀ, ਦੱਸ ਉਹਨੂੰ ਬੰਦ ਕਰ ਦਿਓ ਇੱਕ ਦਫਾ ਹਾਂਜੀ। ਪ੍ਰੋਪਰ। ਅਗਰ ਤੁਸੀਂ ਕਿਸੇ ਬੰਦੇ ਨਾਲ ਤੁਹਾਨੂੰ ਕੁਝ ਵੀ ਹੈ, ਗਿਲਾ ਹੈ, ਦੁਸ਼ਮਣੀ ਹੈ, ਜੋ ਵੀ ਹੈ, ਉਹਦਾ ਬਾਰੇ ਬੰਦੇ ਬਾਰੇ ਨਾ ਉਹਦਾ ਭਲਾ ਸੋਚੋ, ਨਾ ਉਹਦਾ ਬੁਰਾ ਸੋਚੋ। ਹਾਂਜੀ ਹਾਂਜੀ ਦਿਮਾਗ ਚੋਂ ਕਰ ਦਿਓ। ਹਾਂਜੀ ਹਾਂਜੀ, ਜੇ ਹੋ ਸਕਦਾ ਤਾਂ ਭਲਾ ਸੋਚਿਓ ਉਹਦਾ, ਬਿਲਕੁਲ। ਜੇ ਨਹੀਂ ਹੋ ਸਕਦਾ ਤਾਂ ਬੁਰਾ ਵੀ ਨਾ ਸੋਚਿਓ। ਐਨੀਵੇ ਟਾਈਮ ਬੜੀ ਫਾਸਟ ਜਾ ਰਿਹਾ, ਮੈਂ ਫੇਰ ਕਰਦਾ, ਸਾਡਾ ਨੰਬਰ ਥੱਲੇ ਹੈਗਾ, ਤੁਸੀਂ ਕਾਲ ਕਰ ਸਕਦੇ ਹੋ। ਔਰ ਹਮੇਸ਼ਾ ਮੈਂ ਕੋਸ਼ਿਸ਼ ਹੁੰਦੀ ਤੁਸੀਂ ਸ਼ੋਅ ਦੇ ਦਰਮਿਆਨ ਕਰੋ, ਐਟਲੀਸਟ ਡਾਕਟਰ ਨਾਲ ਵੀ ਗੱਲ ਕਰ ਸਕਦੇ ਹੋ। ਅਗਰ ਜਿਨ੍ਹਾਂ ਦੇ ਕਾਲ ਨਹੀਂ ਲੱਗ ਪਏ, ਅਸੀਂ ਮਾਫੀ ਚਾਹਾਂਗੇ। ਹਰ ਟਿਊਜ਼ਡੇ ਨੂੰ 11 ਤੋਂ 12 ਡਾਕਟਰ ਸਾਹਿਬ ਜੀ ਸ਼ੋਅ ਕਰਦੇ ਨੇ, ਬੜੀ ਦੂਰੋਂ ਆਣ ਕੇ ਕਰਦੇ ਨੇ। ਬੜੇ ਲੋਕ ਬੇਸ਼ੁਮਾਰ ਹਰ ਦੁਨੀਆ 'ਚ ਕੋਨੇ-ਕੋਨੇ ਤੋਂ ਡਾਕਟਰ ਨਾਲ ਜੁੜੇ ਨੇ। ਹਾਲੇ ਆਪਾਂ ਨੂੰ ਤਕਰੀਬਨ 3 ਮਹੀਨੇ ਹੋਏ, ਮੈਨੂੰ ਲੱਗਦਾ 2.5-3 ਮਹੀਨੇ। 4 ਮਹੀਨੇ ਹੋ ਗਏ ਭਾਜੀ। ਹੈਂ? 4 ਮਹੀਨੇ ਹੋ ਗਏ। ਬੜੀ ਛੇਤੀ 4 ਮਹੀਨੇ ਨਿਕਲ ਬਹੁਤ ਗਏ। ਜਲਦੀ ਨਿਕਲ ਗਏ। ਹਾਂਜੀ, ਵੈਰੀ ਕੁਇਕਲੀ। ਹਾਂ, ਬਾਕੀ ਜਿਨ੍ਹਾਂ ਦੇ ਕਾਲ ਨਹੀਂ ਆਈ, ਤੁਹਾਨੂੰ ਕਾਲ ਡਾਕਟਰ ਜੀ ਜ਼ਰੂਰ ਕਰਨਗੇ। ਮੈਂ ਪਹਿਲਾਂ ਵੀ ਕਿਹਾ ਕਿ ਸ਼ੁਰੂਆਤ ਦੇ ਵਿੱਚ ਕਿ ਕਈ ਦਫਾ ਵੀਕ, ਕਈ ਦਫਾ 2 ਵੀਕ ਵੀ ਲੱਗ ਸਕਦੇ ਨੇ। ਤੁਸੀਂ ਇਹ ਨਾ ਸੋਚਿਓ ਜੇ ਕਈ ਦਫਾ ਬਹੁਤ ਅਰਜੈਂਟ ਹੁੰਦਾ ਨਾ, ਕੋਈ ਐਮਰਜੈਂਸੀ ਹੈ, ਫਿਰ ਤੁਸੀਂ ਉਹ ਕਹਿ ਸਕਦੇ ਹੋ ਕਿ ਮੈਨੂੰ ਛੇਤੀ ਕਰੋ। ਤੇ ਇਸੇ ਤਰ੍ਹਾਂ ਨੈਕਸਟ ਵੀਕ ਸੇਮ ਟਾਈਮ ਫਿਰ ਤੁਹਾਨੂੰ ਮੁਲਾਕਾਤ ਹੋਏਗੀ। ਤੇ ਫਤਿਹ ਬੁਲਾਈ ਡਾਕਟਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।